MC ਵੀ ਸਾਰਿਆਂ ਨੂੰ ਤੇ ਫਿਰ ਤੁਹਾਡਾ ਨਿੱਘਾ ਸਵਾਗਤ ਕਰਦੇ ਪ੍ਰਭੂ ਦੀ ਹਜ਼ੂਰੀ ਦੇ ਵਿੱਚ। ਜੀ ਆਇਆਂ ਨੂੰ ਕਹਿੰਦੇ ਆ, ਪ੍ਰਭੂ ਦਾ ਸ਼ੁਕਰ ਕਰਦੇ ਆ ਕਿ ਅੱਜ ਫਿਰ ਪ੍ਰਭੂ ਆਪਣੇ ਵਾਅਦੇ ਦੇ ਮੁਤਾਬਕ ਆਪਣੇ ਵਿੱਚ ਤੇ ਉਹਨਾਂ ਦਾ ਅਸੀਂ ਵੈਲਕਮ ਕਰਦੇ ਹਾਂ ਪ੍ਰਭੂ ਯਿਸੂ ਮਸੀਹ ਦਾ, ਪਿਤਾ ਪਰਮੇਸ਼ਰ ਦਾ ਤੇ ਹੋਲੀ ਸਪਿਰਿਟ ਦਾ, ਪਵਿੱਤਰ ਆਤਮਾ ਦਾ ਤੇ ਨਾਲ ਸਵਰਗ ਦੂਤਾਂ ਦਾ। ਜਿੱਥੇ ਜਿੱਥੇ ਵੀ ਤੁਸੀਂ ਹੈਗੇ ਆ, ਪ੍ਰਭੂ ਦੀ ਹਜ਼ੂਰੀ ਤੁਹਾਡੇ ਨਾਲ ਆਮੀਨ। ਸੋ ਤੁਸੀਂ ਵੀ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਆਨੰਦ ਮਾਣਨਾ ਤੇ ਅਸੀਂ ਵੀ ਆਪਾਂ ਸਾਰਿਆਂ ਨੇ ਰਲ ਕੇ ਪ੍ਰਭੂ ਦੇ ਵਚਨ ਵਿੱਚ ਦੇਖਣਾ ਹੈ ਤੇ ਆਪਣੇ ਸਿਰਾਂ ਨੂੰ ਉਹਦੇ ਅੱਗੇ ਝੁਕਾਉਣਾ ਤੇ ਧੰਨਵਾਦ ਕਰਨਾ ਕਿ ਉਹਨੇ ਆਪਾਂ ਨੂੰ ਇੱਕ ਨਵਾਂ ਦਿਨ ਦਿੱਤਾ, ਇੱਕ ਨਵਾਂ ਜੀਵਨ ਦਿੱਤਾ ਜਿਹੜਾ ਖਤਰਿਆਂ ਤੋਂ ਬਾਹਰ ਸੀ ਅੱਜ। ਤੇ ਆਪਾਂ ਬਹੁਤ ਸਾਰੀਆਂ ਚੀਜ਼ਾਂ ਦਾ ਧੰਨਵਾਦ ਕਰ ਸਕਦੇ ਹਾਂ। ਸੱਚਮੁੱਚ ਕਈ ਵਾਰੀ ਅਸੀਂ ਉਹਨਾਂ ਚੀਜ਼ਾਂ ਦਾ ਧੰਨਵਾਦ ਵੀ ਨਹੀਂ ਕਰਦੇ ਜਿਹੜੀਆਂ ਸਾਡੇ ਕੋਲ ਹੈਗੀਆਂ ਆ, ਕਿ ਆਹ ਜੀਵਨ ਉੱਦਾਂ ਹੀ ਨਹੀਂ ਮਿਲ ਗਿਆ ਸਾਨੂੰ ਤੇ ਫਿਰ ਸਾਡੇ ਕੋਲ ਹਰ ਤਰ੍ਹਾਂ ਅਸੀਂ ਤੁਰ ਫਿਰ ਸਕਦੇ ਹਾਂ, ਇੰਡੀਪੈਂਡੈਂਟ ਰਹਿ ਸਕਦੇ ਹਾਂ। ਸਾਨੂੰ ਪ੍ਰਭੂ ਨੇ ਇੱਕ ਬਹੁਤ ਵਧੀਆ ਮੁਲਕ ਦੇ ਵਿੱਚ ਵੀ ਰੱਖਿਆ ਹੈ। ਸੋ ਬਹੁਤ ਤਰੀਕਿਆਂ ਨਾਲ ਅਸੀਂ ਪ੍ਰਭੂ ਦੀ ਵਡਿਆਈ ਕਰ ਸਕਦੇ ਹਾਂ। ਆਮੀਨ। ਆਪਾਂ ਨੂੰ ਪ੍ਰਭੂ ਨੇ ਜੀਵ ਦਿੱਤੀ ਆ, ਬਲ ਦਿੱਤੇ ਆ, ਅੱਖਾਂ ਦਿੱਤੀਆਂ, ਆਪਾਂ ਬਿਊਟੀਫੁਲ ਕ੍ਰੀਏਸ਼ਨ ਨੂੰ, ਆਪਣੀ ਫੈਮਿਲੀ ਨੂੰ ਦੇਖ ਸਕਦੇ ਹਾਂ ਤੇ ਲੋਕਾਂ ਨੂੰ ਬਲੈਸ ਕਰ ਸਕਦੇ ਤੇ ਬਰਕਤਾਂ ਦੇ ਸਕਦੇ ਹਾਂ ਤੇ ਆਪਾਂ ਵੀ ਆਨੰਦ ਕਰ ਸਕਦੇ ਹਾਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ। ਸੋ ਅਸੀਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਔਰ ਰਿਕੁਐਸਟ ਵੀ ਕਰਦੇ ਹਾਂ ਕਿ ਜਿੰਨੇ ਵੀ ਆਪਣੇ ਨਾਲ ਜੁੜੇ ਆ ਇਸ ਵੇਲੇ, ਤੁਸੀਂ ਜ਼ਰੂਰ ਪ੍ਰਭੂ ਦਾ ਇਹ ਲਿੰਕ ਜਿਹੜਾ ਆ ਪ੍ਰਭੂ ਦੇ ਬਚਨ ਵਾਸਤੇ ਦੂਜਿਆਂ ਤੱਕ ਭੇਜੋ। ਤੇ ਮੈਨੂੰ ਪਤਾ ਹੈ ਤੁਸੀਂ ਬਹੁਤ ਸਾਤੋਂ ਕਹੇ ਤੋਂ ਬਿਨਾਂ ਵੀ ਬਹੁਤ ਜਣੇ ਭੇਜਦੇ ਆ, ਫਿਰ ਵੀ ਇੱਕ ਰਿਮਾਈਂਡਰ ਹੀ ਹੈ ਇਹ। ਤੇ ਅਸੀਂ ਉਹਨਾਂ ਦਾ ਬਹੁਤ ਸ਼ੁਕਰ ਵੀ ਕਰਦੇ ਹਾਂ ਜਿਹੜੇ ਸਾਡੇ ਨਾਲ ਜੁੜਦੇ ਆ ਤੇ ਜਿਹੜੇ ਲਿੰਕ ਨੂੰ ਵੀ ਭੇਜਦੇ ਆ, ਕਿਉਂਕਿ ਇਹ ਆਪਣੀ ਸਾਰਿਆਂ ਦੀ ਰਲ ਮਿਲ ਕੇ ਮਿਨਿਸਟਰੀ ਆ, ਸੇਵਾ ਆ, ਇਕੱਲੇ ਜਣਿਆਂ ਦੀ ਨਹੀਂ ਹੈਗੀ। ਪ੍ਰਭੂ ਨੇ ਹਰ ਵੇਲੇ ਕਿੰਨੇ ਲੋਕਾਂ ਨੂੰ ਇਕੱਠੇ ਕਰਕੇ ਹੀ ਮਿਨਿਸਟਰੀਆਂ ਦਿੱਤੀਆਂ, ਆਪਣੇ ਚੇਲਿਆਂ ਨੂੰ ਵੀ ਇਕੱਠੇ ਕਰਕੇ ਹੀ ਬਾਹਰ ਭੇਜਿਆ ਤੇ ਉਹ ਆਪ ਵੀ ਆਪਣੇ ਚੇਲਿਆਂ ਨਾਲ ਰਲ ਕੇ ਮਿਨਿਸਟਰੀ ਕਰਦੇ ਸੀ। ਸੋ ਅੱਜ ਅਸੀਂ ਵੀ ਤੁਹਾਡੇ ਨਾਲ ਰਲ ਕੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਪ੍ਰਭੂ ਦੀ ਵਡਿਆਈ ਕਰਨੀ। ਜ਼ਬੂਰਾਂ ਦੇ ਵਿੱਚ ਲਿਖਿਆ, ਆ ਜਾਓ ਮੇਰੇ ਨਾਲ ਰਲ ਕੇ ਪ੍ਰਭੂ ਦੀ ਵਡਿਆਈ ਕਰੋ। ਸੋ ਅੱਜ ਆਪਾਂ ਪ੍ਰਭੂ ਦੀ ਵਚਨਾਂ ਦੀ ਵਡਿਆਈ ਕਰਨੀ ਹੈ, ਬਚਨ ਸਿੱਖਣੇ ਆ, ਕਿਉਂਕਿ ਰੋਜ਼ ਦੀ ਰੋਜ਼ ਸਾਨੂੰ ਇਸ ਜੀਵਨ ਦੇ ਵਿੱਚ ਰਹਿਣ ਨੂੰ ਇੱਕ ਖੁਰਾਕ ਚਾਹੀਦੀ ਹੈ। ਜਿੱਦਾਂ ਅਸੀਂ ਆਪਣੇ ਸਰੀਰ ਨੂੰ ਰੋਜ਼ ਤਾਜ਼ਾ ਰੱਖਦੇ ਹਾਂ, ਖਾਣਾ ਦਿੰਦੇ ਹਾਂ, ਜਿੱਦਾਂ ਜਿੱਦਾਂ ਅਸੀਂ ਉਮਰ 'ਚ ਵੱਧਦੇ ਅਸੀਂ ਹੋਰ ਧਿਆਨ ਲਾਉਣ ਲੱਗ ਪਏ ਕਿ ਸਾਡੀ ਕਿਤੇ ਕਿਸੇ ਤਰੀਕੇ ਨਾਲ ਸਾਡੀ ਸਿਹਤ ਡਾਊਨ ਨਾ ਹੋਵੇ, ਪਰ ਅਸੀਂ ਹੋਰ ਚੰਗੀ ਤਰ੍ਹਾਂ ਰਹਿ ਸਕੀਏ। ਇਸੇ ਤਰ੍ਹਾਂ ਸਾਨੂੰ ਜ਼ਰੂਰਤ ਆ ਕਿ ਜਿੱਦਾਂ ਜਿੱਦਾਂ ਅਸੀਂ ਰੋਜ਼ ਪ੍ਰਭੂ ਦੇ ਵਿੱਚ ਵੱਧਦੇ ਹਾਂ ਆਪਣੀ ਉਮਰ ਦੇ ਵਿੱਚ, ਕਿਉਂਕਿ ਪ੍ਰਭੂ ਦੇ ਵਿੱਚ ਜਦੋਂ ਅਸੀਂ ਨਵੇਂ ਆਉਂਦੇ ਅਸੀਂ ਨਵਾਂ ਜਨਮ ਪਾਉਂਦੇ ਹਾਂ। ਸੋ ਸਾਨੂੰ ਹੁਣ ਵੀ ਉਦੋਂ ਵੀ ਜ਼ਿਆਦਾ ਖਿਆਲ ਰੱਖਣ ਦੀ ਲੋੜ ਹੈ ਆਪਣੀ ਆਤਮਾ ਦੀ। ਜਿੱਦਾਂ ਅਸੀਂ ਆਪਣੇ ਸਰੀਰਾਂ ਦੀ ਲੁੱਕ ਆਫਟਰ ਕਰਦੇ ਹਾਂ ਤੇ ਉੱਦਾਂ ਹੀ ਅਸੀਂ ਆਪਣੀ ਆਤਮਾ ਦੀ ਵੀ ਲੁੱਕ ਆਫਟਰ ਕਰੀਏ ਕਿ ਅੱਜ ਕਿੱਦਾਂ ਦਾ ਵਚਨ ਚਾਹੀਦਾ ਤੇ ਕੀ ਕਰਨਾ ਚਾਹੀਦਾ ਹੈ। ਆਮੀਨ। ਸੋ ਆਪਾਂ ਪ੍ਰਭੂ ਦਾ ਵਚਨ ਅੱਜ ਪੜਾਂਗੇ, ਮਾਰਕਸ ਜਿਹੜਾ ਆ ਉਹਦਾ 16ਵਾਂ ਚੈਪਟਰ। ਹਾਂਜੀ, 16ਵਾਂ ਚੈਪਟਰ 15 ਤੋਂ 20 ਆਇਤ ਆਪਾਂ ਪੜ੍ਹਦੇ ਹਾਂ। ਸੋ ਅਸੀਂ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ। ਤੁਸੀਂ ਜ਼ਰੂਰ ਆਪਣੇ ਆਪ ਵਿੱਚ ਠੀਕ ਹੋਣਗੇ, ਪਰਿਵਾਰਾਂ ਵਿੱਚ ਠੀਕ ਹੋਣਗੇ। ਪ੍ਰਭੂ ਤੁਹਾਨੂੰ ਬਲੈਸ ਕਰੇ ਤੇ ਬਰਕਤ ਦੇਵੇ। ਅੱਜ ਉਹ ਮਾਰਕਸ ਜਿਹੜਾ ਮਾਰਕ ਇੰਗਲਿਸ਼ ਦੇ ਵਿੱਚ ਕਿਹਾ ਜਾਂਦਾ, ਉਹਦਾ ਚੈਪਟਰ 16 ਵਰਸ 16 ਤੇ ਉਹਦੀ 15 ਆਇਤ ਤੋਂ ਲੈ ਕੇ 20 ਤੱਕ, ਜਾਨੀ ਕਿ 15 till 20। ਓਕੇ ਜੀ। ਹਾਂਜੀ, ਉਸਨੇ ਉਹਨਾਂ ਨੂੰ ਆਖਿਆ, ਤੁਸੀਂ ਸਾਰੇ ਜਗਤ ਵਿੱਚ ਜਾ ਕੇ ਸਰਬਤ ਸ੍ਰਿਸ਼ਟ ਦੇ ਸਾਹਮਣੇ ਖੁਸ਼ਖਬਰੀ ਦਾ ਪ੍ਰਚਾਰ ਕਰੋ। ਇਹ ਯਿਸੂ ਮਸੀਹ ਜੀ ਨੇ ਕਿਹਾ ਹੈ। ਸੋ ਮੈਂ ਉਦੋਂ ਦੱਸਦੀ ਹਾਂ ਕਿ ਜਦੋਂ ਉਸਨੇ ਕਿਹਾ, ਇੱਥੇ ਮਤਲਬ ਯਿਸੂ ਮਸੀਹ ਜੀ ਨੇ ਉਹਨਾਂ ਨੂੰ ਆਖਿਆ, ਤੁਸੀਂ ਸਾਰੇ ਜਗਤ ਵਿੱਚ ਜਾ ਕੇ ਸਰਬਤ ਸ੍ਰਿਸ਼ਟੀ ਦੇ ਸਾਹਮਣੇ ਖੁਸ਼ਖਬਰੀ ਦਾ ਪ੍ਰਚਾਰ ਕਰੋ। ਜਿਹੜਾ ਨੇਚਾ ਕਰੇ ਅਤੇ ਬਪਤਿਸਮਾ ਲਵੇ ਉਹ ਬਚਾਇਆ ਜਾਊਗਾ, ਪਰ ਜਿਹੜਾ ਪ੍ਰਤੀਤ ਨਾ ਕਰੇ ਉਸ ਉੱਤੇ ਸਜ਼ਾ ਦਾ ਹੁਕਮ ਵੀ ਕੀਤਾ ਜਾਊਗਾ। ਅਤੇ ਨੇਚਾ ਕਰਨ ਵਾਲਿਆਂ ਦੇ ਨਾਲ ਨਾਲ ਇਹ ਨਿਸ਼ਾਨ ਹੋਣਗੇ, ਜੋ ਉਹ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ, ਨਵੀਆਂ ਨਵੀਆਂ ਬੋਲੀਆਂ ਬੋਲਣਗੇ, ਉਹ ਸੱਪਾਂ ਨੂੰ ਚੁੱਕ ਲੈਣਗੇ
ਅਤੇ ਜੇ ਕੋਈ ਜ਼ਹਿਰ ਵਾਲੀ ਚੀਜ਼ ਪੀ ਲੈਣ ਤਾਂ ਉਹਨਾਂ ਦਾ ਕੁਝ ਨਹੀਂ ਵਿਚਲੇਗਾ। ਉਹ ਰੋਗੀਆਂ ਉੱਤੇ ਹੱਥ ਰੱਖਣਗੇ ਤਾਂ ਉਹ ਚੰਗੇ ਹੋ ਜਾਣਗੇ। ਫਿਰ ਪ੍ਰਭੂ ਯਿਸੂ ਜਾਂ ਉਹਨਾਂ ਨਾਲ ਵਚਨ ਕਰ ਹਟਿਆ, ਆਕਾਸ਼ ਉੱਤੇ ਉਠਾ ਲਿਆ ਗਿਆ ਅਤੇ ਪਰਮੇਸ਼ਰ ਦੇ ਸੱਜੇ ਹੱਥ ਜਾ ਬੈਠਾ। ਅਤੇ ਉਹਨਾਂ ਨੇ ਬਾਹਰ ਜਾ ਕੇ ਹਰ ਥਾਂ ਪ੍ਰਚਾਰ ਕੀਤਾ ਅਤੇ ਪ੍ਰਭੂ ਉਹਨਾਂ ਦੇ ਨਾਲ ਹੋ ਕੇ ਕੰਮ ਕਰਦਾ ਸੀ ਔਰ ਬਚਨ ਨੂੰ ਉਹਨਾਂ ਨਿਸ਼ਾਨੀਆਂ ਦੇ ਰਾਹੀਂ ਜਿਹੜੇ ਨਾਲ ਹੁੰਦੇ ਸਨ ਸਾਬਤ ਕਰਦਾ ਸੀ। ਸੋ ਆਪਣੇ ਬਚਨ ਜਿਹੜੇ ਉਹਨੇ ਕਹੇ ਹੋਏ ਆ ਉਹ ਪੂਰੇ ਕਰਦਾ ਸੀ। ਆਪਣੇ ਨਾਲ ਵੀ ਅੱਜ ਪ੍ਰਭੂ ਹੈਗੇ ਆ ਤੇ ਅੱਜ ਉਹਨੇ ਵੀ ਆਪਣੇ ਬਚਨ ਸਾਡੇ ਨਾਲ ਵੀ ਪੂਰੇ ਕਰਨੇ ਆ। ਆਮੇਨ। ਸੋ ਆਜੋ ਆਪਾਂ ਹੁਣ ਪ੍ਰਾਰਥਨਾ ਕਰਦੇ ਆ ਤੇ ਅਸੀਂ ਫੇਰ ਤੁਹਾਡਾ ਸਵਾਗਤ ਕਰਦੇ, ਪ੍ਰਭੂ ਦੀ ਵਡਿਆਈ ਕਰਦੇ ਕਿ ਤੁਸੀਂ ਹਰ ਵੇਲੇ ਆਪਣਾ ਕੀਮਤੀ ਟਾਈਮ ਕੱਢ ਕੇ ਪ੍ਰਭੂ ਦਾ ਵਚਨ ਸੁਣਨ ਲਈ ਤਿਆਰ ਹੁੰਦੇ ਆ। ਸੋ ਪ੍ਰਭੂ ਤੁਹਾਨੂੰ ਬਲੈਸ ਕਰੇ ਤੇ ਆਜੋ ਆਪਾਂ ਆਪਣੇ ਆਪ ਨੂੰ ਨੀਵੇਂ ਕਰਕੇ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਅਧੀਨ ਹੋ ਕੇ ਆਉਂਦੇ ਆ ਤੇ ਪ੍ਰਭੂ ਕੋਲੋਂ ਬਰਕਤ ਮੰਗਦੇ ਆ। ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ, ਤੁਹਾਡਾ ਸ਼ੁਕਰ ਕਰਦੇ ਆ, ਆਪਣੇ ਪਿਤਾ ਕੋਲੋਂ ਮੰਗਦੇ ਆ ਅੱਜ ਇਸ ਦਿਨ ਵਾਸਤੇ ਧੰਨਵਾਦ ਦੀ ਭੇਟ ਚੜਾਉਂਦੇ ਪਹਿਲਾਂ ਤਾਂ, ਔਰ ਫਿਰ ਸੱਚਮੁੱਚ ਤੁਹਾਡੀ ਵਡਿਆਈ ਕਰਦੇ ਜਿਹਨੇ ਸਾਡੇ ਵਾਸਤੇ ਇੱਕ ਰਾਹ ਤਿਆਰ ਕੀਤਾ ਜਿਹੜਾ ਯਿਸੂ ਮਸੀਹ ਦਾ ਰਾਹ ਸੀਗਾ। ਉਹ ਖੁਸ਼ਖਬਰੀ ਸਾਨੂੰ ਕਿਸੇ ਨੇ ਸੁਣਾਈ ਤੇ ਅਸੀਂ ਉਸ ਖੁਸ਼ਖਬਰੀ ਨੂੰ ਕਬੂਲ ਕੀਤਾ ਤੇ ਸਾਨੂੰ ਪਤਾ ਲੱਗਾ ਕਿ ਯਿਸੂ ਮਸੀਹ ਨੇ ਸਾਡੇ ਪਾਪਾਂ ਦੀ ਖਾਤਰ ਕ੍ਰਾਸ ਦੇ ਉੱਤੇ ਜਾਨ ਦਿੱਤੀ ਔਰ ਇਸ ਕਰਕੇ ਅਸੀਂ ਕਬੂਲ ਕੀਤਾ ਜਦੋਂ ਤੇ ਅਸੀਂ ਤੁਹਾਡੇ ਧੀਆਂ ਪੁੱਤਰ ਬਣ ਗਏ। ਤੇ ਅੱਜ ਸਾਡੀ ਪ੍ਰਾਰਥਨਾ ਹੈ ਕਿ ਬਹੁਤ ਸਾਰੇ ਹੋਰ ਲੋਕ, ਭੈਣ ਭਰਾ, ਨੌਜਵਾਨ ਜਿੰਨੇ ਵੀ ਅੱਜ ਇਸ ਬਚਨ ਨੂੰ ਸੁਣਨ, ਚਾਹੇ ਸਾਡੇ ਇਸ ਪ੍ਰੋਗਰਾਮ ਥਾਣੀ ਚਾਹੇ ਹੋਰ ਕਿਸੇ ਪ੍ਰੋਗਰਾਮ ਥਾਣੀ, ਜਦੋਂ ਵੀ ਉਹ ਤੁਹਾਡੇ ਬਚਨਾਂ ਦੀ ਖੁਸ਼ਖਬਰੀ ਸੁਣਦੇ ਆ ਤੇ ਉਹ ਵੀ ਤੁਹਾਨੂੰ ਕਬੂਲ ਕਰ ਲੈਣ ਔਰ ਉਸ ਕੁਰਬਾਨੀ ਨੂੰ ਕਬੂਲ ਕਰ ਲੈਣ, ਉਹ ਤੇ ਨਿਹਚਾ ਕਰ ਲੈਣ ਤਾਂ ਕਿ ਪਿਤਾ ਪਰਮੇਸ਼ਰ ਉਹ ਵੀ ਬਚਾਏ ਜਾ ਸਕਣ। ਉਹਨਾਂ ਤੇ ਸਜ਼ਾ ਦਾ ਹੁਕਮ ਨਾ ਹੋਵੇ ਪਰ ਪ੍ਰਭੂ ਉਹ ਬਚਾਏ ਜਾਣ ਤਾਂ ਕਿ ਉਹ ਵੀ ਤੁਹਾਡੇ ਧੀਆਂ ਪੁੱਤ ਬਣ ਜਾਣ ਔਰ ਸੱਚਮੁੱਚ ਪ੍ਰਭੂ ਤੁਹਾਡੇ ਨਾਲ ਰਹਿਣ ਵਾਲੇ ਬਣ ਜਾਣ, ਕਿਉਂਕਿ ਪਿਤਾ ਪਰਮੇਸ਼ਰ ਤੁਸੀਂ ਕਿਸੇ ਦੇ ਨਾਸ਼ ਹੋਣ ਤੋਂ ਖੁਸ਼ ਨਹੀਂ ਹੁੰਦੇ। ਸੋ ਅਸੀਂ ਤੁਹਾਡਾ ਬਹੁਤ ਧੰਨਵਾਦ ਤੇ ਸ਼ੁਕਰ ਕਰਦੇ ਅੱਜ ਦੇ ਬਚਨ ਵਾਸਤੇ ਜੋ ਤੁਸੀਂ ਸਾਨੂੰ ਬਚਨ ਦਿੱਤਾ ਔਰ ਤੁਸੀਂ ਇਸ ਵੇਲੇ ਆਪਣੇ ਬਚਨ ਨੂੰ ਮਸਾ ਕੀਤਾ ਹੈ ਤੇ ਅਸੀਂ ਪ੍ਰਾਰਥਨਾ ਕਰਦੇ ਜਿੰਨੇ ਵੀ ਤੁਹਾਡੇ ਸੁਣਨ ਵਾਲੇ ਆ ਤੇ ਸਾਨੂੰ ਦੋਹਾਂ ਨੂੰ ਵੀ ਪ੍ਰਭੂ ਆਪਣੇ ਮਸਾ ਦੇ ਨਾਲ ਮਸਾ ਕਰੋ ਤਾਂ ਕਿ ਅਸੀਂ ਵੀ ਤੁਹਾਡੀ ਆਵਾਜ਼ ਨੂੰ ਸੁਣ ਕੇ ਤੇ ਸੱਚਮੁੱਚ ਤੁਹਾਡੇ ਨਾਲ ਨਿਹਾਲ ਹੋ ਸਕੀਏ ਔਰ ਆਪਣੀਆਂ ਬਰਕਤਾਂ ਪਾ ਸਕੀਏ, ਜਿੱਦਾਂ ਇੱਥੇ ਲਿਖਿਆ ਕਿ ਉਹਨਾਂ ਦੇ ਨਾਲ ਨਿਹਚਾ ਕਰਨ ਵਾਲਿਆਂ ਦੇ ਨਾਲ ਕਿੱਡੇ ਵੱਡੇ ਵੱਡੇ ਨਿਸ਼ਾਨ ਤੁਸੀਂ ਦੱਸੇ ਆ। ਤੇ ਪ੍ਰਭੂ ਅੱਜ ਜਿੰਨੇ ਲੋਕ ਤੁਹਾਡੇ ਤੇ ਨਿਹਚਾ ਰੱਖਦੇ ਆ ਤੁਸੀਂ ਉਹ ਇਖਤਿਆਰ ਉਹਨਾਂ ਨੂੰ ਵੀ ਇਹ ਦਿੱਤਾ ਹੈ। ਸੋ ਮੈਂ ਤੁਹਾਡਾ ਧੰਨਵਾਦ, ਤੁਹਾਡਾ ਸ਼ੁਕਰ ਕਰਦੀ ਪ੍ਰਭੂ ਜੀ। ਮੈਂ ਆਪਣੇ ਆਪ ਨੂੰ, ਆਪਣੇ ਪਤੀ ਨੂੰ ਤੁਹਾਡੇ ਹਵਾਲੇ ਕਰ ਦਿੰਦੀ ਪ੍ਰਭੂ ਜੀ। ਜੋ ਤੁਹਾਡਾ ਪਲਾਨ ਆ ਉਹ ਅੱਜ ਪੂਰਾ ਹੋਵੇ ਔਰ ਤੁਹਾਡੀ ਮਰਜ਼ੀ ਦੇ ਨਾਲ ਹੀ ਸਭ ਕੁਝ ਹੋਵੇ ਔਰ ਮੀਡੀਆ ਦੇ ਉੱਤੇ ਵੀ ਪ੍ਰਭੂ ਤੁਹਾਡੀ ਬਰਕਤ ਠਹਿਰੇ ਔਰ ਮੇਰੇ ਸੁਣਨ ਵਾਲੇ ਭੈਣ ਭਰਾਵਾਂ ਨੂੰ, ਨੌਜਵਾਨ ਬੱਚਿਆਂ ਨੂੰ ਆਪਣੀ ਬਰਕਤ ਤੇ ਆਸ਼ੀਸ਼ ਦੇਣੀ ਪ੍ਰਭੂ ਜੀ। ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਕਿ ਸਾਡੇ ਕੰਨ ਖੁੱਲੇ ਹੋਣ ਕਿ ਅਸੀਂ ਤੁਹਾਡੀ ਆਵਾਜ਼ ਨੂੰ ਸੁਣ ਸਕੀਏ। ਅਸੀਂ ਆਪਣੇ ਪਿਤਾ ਦੇ ਕੋਲੋਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਤੇ ਪਾਉਂਦੇ ਹਾਂ। ਆਮੀਨ। ਆਮੀਨ। ਪ੍ਰੇਜ਼ ਦ ਲਾਰਡ। ਜ਼ਰੂਰ ਇੱਕ ਫਿਰ ਆਪਾਂ ਇਕੱਠੇ ਰਲ ਕੇ ਬਾਈਬਲ ਦੇ ਵਿੱਚੋਂ ਦੇਖਦੇ ਹਾਂ। ਪਿਛਲੇ ਹਫ਼ਤੇ ਆਪਾਂ ਸ਼ੁਰੂ ਕੀਤਾ ਸੀਗਾ ਜਿਹੜਾ ਆਦਮੀ ਦੇ ਵਿੱਚ 2000 ਭੂਤ ਸੀਗਾ ਜਾਂ ਈਵਲ ਸਪਿਰਿਟ ਸੀਗੀਆਂ ਤੇ ਯਿਸੂ ਮਸੀਹ ਨੇ ਸਪੈਸ਼ਲ ਟ੍ਰਿਪ ਮੇਕ ਕੀਤੀ ਉਹਨੂੰ ਫ੍ਰੀ ਕਰਨ। ਉੱਥੇ ਹੋਰ ਕੋਈ ਕੰਮ ਨਹੀਂ ਉਹਨੇ ਕੀਤਾ ਸੀ, ਬਸ ਇੱਕੋ ਹੀ ਆਦਮੀ ਨੂੰ ਫ੍ਰੀ ਕਰਨ ਗਿਆ ਸੀ ਤੇ ਉਦੋਂ ਹੀ ਉੱਥੋਂ ਮੁੜ ਕੇ ਆ ਗਿਆ। ਤੇ ਇਹਦੇ ਬਾਰੇ ਆਪਾਂ ਦੇਖ ਰਹੇ ਹਾਂ ਬਹੁਤ ਮੇਰੇ ਭੈਣ ਭਰਾ ਜਿਹੜੇ ਸੁਣਦੇ ਆ ਉਹਨਾਂ ਦੇ ਵਿੱਚੋਂ ਕਈ ਉਹਨਾਂ ਦੇ ਰਿਸ਼ਤੇਦਾਰ ਜਾਂ ਫਰੈਂਡਸ ਬਹੁਤ ਅੱਜ ਕੱਲ੍ਹ ਡਿਪਰੈਸ਼ਨ ਅਪਰੈਸ਼ਨ ਦੇ ਥੱਲੇ ਆ। ਜਿੱਥੇ ਪਿਛਲੇ ਜ਼ਮਾਨੇ ਦੇ ਵਿੱਚ ਦੁਰਸ਼ ਆਤਮਾ ਕਹਿੰਦੇ ਸੀ, ਈਵਲ ਸਪਿਰਿਟ ਕਹਿੰਦੇ ਸੀ, ਅੱਜ ਅਸੀਂ ਕਹਿੰਦੇ ਹਾਂ ਡਿਪਰੈਸ਼ਨ ਅਪਰੈਸ਼ਨ। ਤੇ ਫਿਰ ਕਈ ਵਾਰੀ ਅਸੀਂ ਉਹਨਾਂ ਦਾ ਇਲਾਜ ਟੋਲਦੇ ਹਾਂ ਤਾਂ ਉਹ ਇਲਾਜ ਲੱਭਦਾ ਨਹੀਂ ਹੈਗਾ। ਪਰ ਆਪਾਂ ਉਹ ਸ਼ੇਅਰ ਕਰਦੇ ਜੋ ਬਾਈਬਲ ਆਪਾਂ ਨੂੰ ਦੱਸ ਰਹੀ ਆ
ਤੇ ਬਾਈਬਲ ਦੱਸਦੀ ਆ ਅਸੀਂ ਫ੍ਰੀ ਹੋ ਸਕਦੇ ਹਾਂ। ਆਮੇਨ। ਤੇ ਯਿਸੂ ਮਸੀਹ ਨੇ ਇਸ ਚੀਜ਼ਾਂ ਉੱਤੇ ਫਤਿਹ ਪਾਈ ਹੋਈ ਆ। ਤੇ ਉਹ ਜਦੋਂ ਧਰਤੀ ਉੱਤੇ ਸੀਗਾ, ਜਿੱਦਾਂ ਆਪਾਂ ਅੱਜ ਬਾਈਬਲ ਵਿੱਚ ਦੇਖਾਂਗੇ, ਉਹ ਇਹਨਾਂ ਚੀਜ਼ਾਂ ਦੇ ਨਾਲ ਡੀਲ ਕਰਦਾ ਸੀਗਾ। ਤੇ ਉਹ ਜਦੋਂ ਹੁਕਮ ਦਿੰਦਾ ਸੀ ਉਹਨਾਂ ਨੂੰ ਜਾਣਾ ਪੈਂਦਾ ਸੀਗਾ। ਸੋ ਆਪਾਂ ਪਿਛਲੇ ਹਫ਼ਤੇ ਇੱਕ ਆਇਤ ਪੜ੍ਹੀ ਸੀ, ਉਹ ਅੱਜ ਆਪਾਂ ਫੇਰ ਪੜ੍ਹਦੇ ਇੱਥੋਂ ਸ਼ੁਰੂ ਕਰਦੇ ਹਾਂ। ਤਾਂ ਫਿਰ ਆਪਾਂ ਦੇਖਣਾ ਆ ਬਈ ਤੁਹਾਡੇ ਜੀਵਨ ਦੇ ਵਿੱਚ ਤੁਸੀਂ ਜਾਂ ਤੁਹਾਡਾ ਕੋਈ ਪਿਆਰਾ ਜਾਂ ਕੋਈ ਯਾਰ ਦੋਸਤ, ਬਈ ਉਹ ਕਿੱਦਾਂ ਯਾਦ ਹੋ ਸਕਦੇ ਆ। ਤੇ ਮੈਨੂੰ ਪਤਾ ਬਹੁਤ ਡਿਪਰੈਸ਼ਨ ਦੇ ਥੱਲੇ ਆ ਇਸ ਵੇਲੇ, ਤੇ ਉਹ ਯਾਦ ਹੋਣਾ ਚਾਹੁੰਦੇ ਆ। ਤੇ ਆਪਾਂ ਉਹਨਾਂ ਨੂੰ ਬਾਈਬਲ ਦੇ ਵਿੱਚੋਂ ਦਿਖਾਉਣਾ ਆ ਵੀ ਉਹ ਕਿੱਦਾਂ ਹੋ ਸਕਦੇ ਆ। ਤੇ ਸੋ ਸੱਚੀ ਪਰਮੇਸ਼ਰ ਨੇ ਰਸਤਾ ਬਣਾਇਆ ਆ, ਪਰ ਸਾਨੂੰ ਉਹ ਐਕਟੀਵੇਟ ਕਰਨਾ ਪੈਣਾ, ਸਾਨੂੰ ਉਧਰ ਚੱਲਣਾ ਪੈਣਾ ਆ ਜੇ ਅਸੀਂ ਚਾਹੁੰਦੇ ਅਸੀਂ ਫ੍ਰੀ ਹੋਈਏ। ਓਕੇ। ਤੇ ਸੋ ਆਪਾਂ ਲੂਕਾ ਦੀ ਕਿਤਾਬ ਉਹਦਾ 10ਵਾਂ ਚੈਪਟਰ ਤੇ ਉਹਦੀ 17 ਆਇਤ ਤੋਂ ਲਾ ਕੇ 20 ਆਇਤ ਤੱਕ ਪੜ੍ਹਾਂਗੇ। ਆਪਾਂ ਪਿਛਲੇ ਹਫ਼ਤੇ ਵੀ ਪੜ੍ਹੀ ਸੀ। ਆਪਾਂ ਫਿਰ ਇਹਦਾ ਥੋੜ੍ਹਾ ਜਿਹਾ ਖਿਆਲ ਕਰਾਂਗੇ ਤੇ ਫਿਰ ਆਪਾਂ ਗਾਹਾਂ ਵਧਾਂਗੇ, ਦੇਖਾਂਗੇ ਵੀ ਯਿਸੂ ਮਸੀਹ ਕੀ ਕਰਦਾ ਸੀ ਤੇ ਸਾਨੂੰ ਉਹ ਕੀ ਕਰਨ ਨੂੰ ਕਹਿ ਗਿਆ। ਫਿਰ ਆਪਾਂ ਇੱਦਾਂ ਵੀ ਦੇਖਾਂਗੇ, ਕਈ ਸਵਾਲ ਦੇਖਾਂਗੇ ਬਈ ਕਈ ਭੈਣ ਭਰਾਵਾਂ ਦੇ ਵਿੱਚੋਂ ਦੁਰਸ਼ ਆਤਮਾ ਜਾਂਦਾ ਨਹੀਂ ਹੈਗਾ, ਉਹਨਾਂ ਨੂੰ ਆਵਾਜ਼ਾਂ ਸੁਣਦੀਆਂ ਰਹਿੰਦੀਆਂ ਆ, ਰਾਤ ਨੂੰ ਨੀਂਦ ਨਹੀਂ ਆਉਂਦੀ ਹੈਗੀ। ਸੋ ਆਪਾਂ ਫਿਰ ਉਹਦੇ ਬਾਰੇ ਦੇਖਾਂਗੇ ਉਹਦਾ ਕੀ ਕਾਰਨ ਆ। ਕਈ ਸਵਾਲ ਆਪਾਂ ਪੁੱਛਾਂਗੇ ਤੇ ਫਿਰ ਤੁਸੀਂ ਚੈੱਕ ਕਰ ਸਕਦੇ ਆ ਤੇ ਦੇਖ ਸਕਦੇ ਆ ਵੀ ਅਸੀਂ ਉਹਨਾਂ ਨੂੰ ਸਵਾਲਾਂ ਨੂੰ ਜਾਂ ਜਿਹੜਾ ਉਹਦੇ ਜਵਾਬ ਆ ਉਹਨਾਂ ਨੂੰ ਕਿੱਦਾਂ ਸਹੀ ਕਰ ਸਕਦੇ ਆ। ਓਕੇ। ਸੋ ਸੁਰਿੰਦਰ ਆਪਣੇ ਵਾਸਤੇ ਲੂਕਾ ਦੀ ਕਿਤਾਬ the book of Luke chapter 10 from verse 17 to 20। ਹਾਂਜੀ, ਇਹ ਨਿਊ ਟੈਸਟਮੈਂਟ ਦੇ ਵਿੱਚ ਆ ਲੂਕਾ ਉਹਦਾ 10ਵਾਂ ਚੈਪਟਰ ਤੇ ਉਹਦੀ 17 ਤੋਂ ਲੈ ਕੇ 20 ਆਇਤ ਤੱਕ ਆਪਾਂ ਪੜ੍ਹਦੇ ਹਾਂ। ਉਹ 70 ਆਨੰਦ ਦੇ ਨਾਲ ਮੁੜੇ ਔਰ ਬੋਲੇ ਕਿ ਪ੍ਰਭੂ ਜੀ ਤੇਰੇ ਨਾਮ ਕਰਕੇ ਭੂਤ ਵੀ ਸਾਡੇ ਵੱਸ ਵਿੱਚ ਹਨ। ਉਸਨੇ ਉਹਨਾਂ ਨੂੰ ਆਖਿਆ, ਮੈਂ ਸ਼ੈਤਾਨ ਨੂੰ ਬਿਜਲੀ ਵਾਂਗ ਆਕਾਸ਼ ਤੋਂ ਡਿੱਗਾ ਹੋਇਆ ਵੇਖੋ, ਮੈਂ ਤੁਹਾਨੂੰ ਸੱਪਾਂ ਅਤੇ ਠੂਹਿਆਂ ਦੇ ਲਿਤਾੜਨ ਦਾ ਔਰ ਵੈਰੀ ਦੀ ਸਾਰੀ ਸ਼ਕਤੀ ਉੱਤੇ ਇਖਤਿਆਰ ਦਿੱਤਾ ਹੈ ਅਤੇ ਕੋਈ ਵੀ ਚੀਜ਼ ਤੁਹਾਡਾ ਨੁਕਸਾਨ ਨਾ ਕਰੂਗੀ। ਪਰ ਇਸ ਤੋਂ ਆਨੰਦ ਨਾ ਹੋਵੋ ਕਿ ਰੂਹਾਂ ਤੁਹਾਡੇ ਵੱਸ ਵਿੱਚ ਹਨ, ਪਰ ਇਸ ਤੋਂ ਆਨੰਦ ਹੋਵੋ ਵੀ ਤੁਹਾਡੇ ਨਾਂ ਸਵਰਗਾਂ ਦੇ ਵਿੱਚ ਲਿਖੇ ਹੋਏ ਹਨ। ਆਮੇਨ। ਸੋ ਇੱਥੇ ਆਪਾਂ ਦੇਖਦੇ ਹਾਂ ਯਿਸੂ ਮਸੀਹ ਆਪਣੇ ਟਾਈਮ ਦੇ ਵਿੱਚ ਉਹ ਦੇਖਦਾ ਆ ਬਈ ਉਹ ਕੋਈ ਇਕੱਲੇ ਦੇ ਕੋਲੋਂ ਇੰਨੀ ਜਗ੍ਹਾ ਦੇ ਵਿੱਚ ਨਹੀਂ ਜਾ ਹੋਣਾ ਹੈਗਾ। ਤੇ ਉਹ ਇੱਥੇ 72 ਚੇਲਿਆਂ ਨੂੰ ਭੇਜਦਾ ਆ, ਕਹਿੰਦਾ 2-2 ਕਰਕੇ ਪਿੰਡਾਂ ਦੇ ਵਿੱਚ ਜਾਓ ਤੇ ਉੱਥੇ ਪ੍ਰਚਾਰ ਕਰੋ ਬਈ ਪਰਮੇਸ਼ਰ ਦੀ ਰਾਜ ਲਾਗੇ ਆ ਗਿਆ ਆ। ਤੇ ਫਿਰ ਕਹਿੰਦਾ ਜਿਹੜੇ ਬਿਮਾਰ ਹੋਣਗੇ ਉਹਨਾਂ ਵਾਸਤੇ ਪ੍ਰੇ ਕਰਿਓ, ਜਿਨ੍ਹਾਂ ਨੂੰ ਭੂਤਾਂ ਨੇ ਜਾਂ ਈਵਲ ਸਪਿਰਿਟ ਨੇ ਜਕੜਿਆ ਹੋਵੇ ਤੇ ਉਹਨਾਂ ਨੂੰ ਛੁਟਕਾਰਾ ਦਿਓ। ਤੇ ਜਦੋਂ ਉਹ ਮੁੜ ਕੇ ਆਉਂਦੇ ਆ ਤੇ ਉਹ ਯਿਸੂ ਮਸੀਹ ਨੂੰ ਆ ਕੇ ਰਿਪੋਰਟ ਦਿੰਦੇ ਆ ਤੇ ਉਹਨਾਂ ਦੀ ਰਿਪੋਰਟ ਇਹ ਹੁੰਦੀ ਆ, ਉਹ ਕਹਿੰਦੇ ਵੀ ਤੁਹਾਡੇ ਨਾਂ ਦੇ ਵਿੱਚ, ਜੀਸਸ ਨੂੰ ਕਹਿੰਦੇ ਤੁਹਾਡੇ ਨਾਂ ਦੇ ਵਿੱਚ, ਜੀਸਸ ਦੇ ਨਾਂ ਦੇ ਵਿੱਚ, ਕਹਿੰਦੇ ਜਦੋਂ ਅਸੀਂ ਭੂਤਾਂ ਨੂੰ ਵੀ ਹੁਕਮ ਦਿੰਦੇ ਸੀ ਉਹ ਨੱਠ ਜਾਂਦੇ ਸੀਗੇ। ਪਰ ਇੱਥੇ ਜੀਸਸ ਇੱਕ ਬਹੁਤ ਅਜੀਬ ਗੱਲ ਕਹਿ ਰਿਹਾ ਆ। ਕਈ ਵਾਰੀ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਐਕਸਾਈਟਿਡ ਹੋ ਜਾਂਦੇ ਆ, ਅਸੀਂ ਸਹੀ ਮਤਲਬ ਦਾ ਚੇਤਾ ਭੁਲਾ ਦਿੰਦੇ ਆ। ਅਸੀਂ ਇਦਾਂ ਕਹਿਣ ਲੱਗ ਪੈਂਦੇ ਆ ਬਈ ਮੈਂ ਤਾਂ ਭੂਤਾਂ ਨੂੰ ਹੁਕਮ ਦਿੰਦਾ ਉਹ ਨੱਠ ਜਾਂਦੇ ਆ। ਓਕੇ। ਪਰ ਜੀਸਸ ਕਹਿੰਦਾ ਨਾ ਜ਼ਰੂਰ ਉਹ ਨੱਠਦੇ ਆ। ਓਕੇ। ਪਰ ਕਹਿੰਦਾ ਇਸ ਚੀਜ਼ 'ਚ ਖੁਸ਼ੀ ਨਾ ਮਨਾਇਓ। ਕਿਹੜੀ ਚੀਜ਼ 'ਚ ਖੁਸ਼ੀ ਮਨਾਇਓ? ਜਦੋਂ ਅਸੀਂ ਇਹ ਚੀਜ਼ਾਂ ਵੱਲ ਨੂੰ ਦੇਖਦੇ ਆ, ਤੁਸੀਂ ਇਸ ਚੀਜ਼ ਉੱਤੇ ਧਿਆਨ ਲਾਉਣਾ ਆ ਬਈ ਉਹ ਕਹਿੰਦਾ ਜਿਨ੍ਹਾਂ ਦਾ ਨਾਂ, ਕਹਿੰਦਾ ਇਹ ਚੀਜ਼ ਵਿੱਚ ਖੁਸ਼ੀ ਮਨਾਓ ਵੀ ਤੁਹਾਡਾ ਨਾਂ ਸਵਰਗਾਂ ਦੀ ਕਿਤਾਬ ਦੇ ਵਿੱਚ ਲਿਖਿਆ ਆ। ਓਕੇ। ਸੋ ਆਹ ਸਵਾਲ ਸਾਨੂੰ ਪਹਿਲਾਂ ਪੁੱਛਣਾ ਚਾਹੀਦਾ ਆ, ਸਾਡਾ ਨਾਂ ਸਵਰਗਾਂ ਵਾਲੀ ਕਿਤਾਬ ਵਿੱਚ ਜਿਹੜੀ ਯਿਸੂ ਮਸੀਹ ਦੀ ਪੋਥੀ ਆ ਉੱਥੇ ਉਹਦੇ ਵਿੱਚ ਸਾਡਾ ਨਾਂ ਲਿਖਿਆ ਕਿ ਨਹੀਂ। ਸੋ ਜਿੱਦਾਂ ਆਪਾਂ ਇਹਨੂੰ ਸਟੱਡੀ ਕਰਦੇ ਹਾਂ, ਇਸ ਸਵਾਲ ਦਾ ਤੁਸੀਂ ਖਿਆਲ ਰੱਖਣਾ ਹੈ ਬਈ ਜੇ ਮੈਂ ਤੁਹਾਨੂੰ ਪੁੱਛ ਰਹਾ ਇਸ ਵੇਲੇ ਬਈ ਤੁਹਾਡਾ ਨਾਂ ਉਸ ਕਿਤਾਬ ਦੇ ਵਿੱਚ ਹੈਗਾ ਆ।
ਤੇ ਅਖੀਰ ਦੇ ਵਿੱਚ ਅਸੀਂ ਜਾ ਕੇ ਤੁਹਾਨੂੰ ਦੱਸਾਂਗੇ, ਜੇ ਨਹੀਂ ਹੈਗਾ ਤੁਹਾਡੇ ਵਾਸਤੇ ਪ੍ਰੇ ਕਰਾਂਗੇ ਬਈ ਤੁਹਾਡਾ ਨਾਂ ਉੱਥੇ ਲਿਖਿਆ ਜਾਵੇ। ਠੀਕ ਹੈ ਜੀ, ਪ੍ਰੇਜ਼ ਦ ਲਾਰਡ। ਓਕੇ, ਸੋ ਕਈ ਜਦੋਂ ਇਹ ਮੈਂ ਕਈ ਤਰ੍ਹਾਂ ਦੇ ਕਰਕੇ ਯਿਸੂ ਮਸੀਹ ਨਾਲ ਚੱਲਦੇ ਨੂੰ ਮੈਨੂੰ 40 ਤੋਂ ਉੱਤੇ ਸਾਲ ਹੋ ਗਏ ਆ, ਤੇ ਕਈ ਡਿਫਰੈਂਟ ਤਰ੍ਹਾਂ ਦੇ ਲੋਕਾਂ ਨੂੰ ਮਿਲੇ ਆ। ਕਈ ਕਹਿੰਦੇ ਭੂਤ ਤਾਂ ਜੀ ਹੈ ਨਹੀਂ ਗੇ। ਓਕੇ, ਉਹ ਆਪਣੇ ਆਪ ਨੂੰ ਕ੍ਰਿਸਚੀਅਨ ਕਹਾਉਂਦੇ ਸੀ, ਪਰ ਕਹਿੰਦੇ ਕਿ ਭੂਤ ਹੈ ਨਹੀਂ ਗੇ। ਮੈਂ ਕਿਹਾ ਤੁਸੀਂ ਆਪਣੀ ਬਾਈਬਲ ਨਹੀਂ ਪੜ੍ਹਦੇ ਹੈਗੇ? ਜੇ ਭੂਤ ਹੈ ਨਹੀਂ ਤੇ ਜੀਸਸ ਕਿਹਨਾਂ ਨੂੰ ਕੱਢਦਾ ਸੀਗਾ? ਓਕੇ, ਆਪਾਂ ਦੇਖਦੇ ਹਾਂ ਬਹੁਤ ਅੱਜ ਤਾਂ ਬਾਈਬਲ ਦੇ ਵਿੱਚ ਮੈਂ 2 ਕੀ ਲਿਖੀਆਂ ਜੋ ਦਿਖਾਲਣ ਨੂੰ ਵੀ ਜੀਸਸ ਕੱਢਦਾ ਸੀ। ਪਿਛਲੀ ਵੀ ਕਿ ਆਪਾਂ ਦੇਖਿਆ ਸੀ ਮਾਰਕਸ ਦੀ ਕਿਤਾਬ ਦੇ ਵਿੱਚੋਂ 5ਵੇਂ ਚੈਪਟਰ ਦੇ ਵਿੱਚੋਂ, ਪਰ ਹੁਣ ਆਪਾਂ ਦੇਖਣ ਲੱਗੇ ਮਤੀ ਦੀ ਕਿਤਾਬ ਉਹਦਾ 8ਵਾਂ ਚੈਪਟਰ ਉਹਦੀ 16ਵੀਂ ਆਇਤ। ਸੁਰਿੰਦਰ ਆਪਣੇ ਬਾਤੇ ਪੜ੍ਹੋਗੇ। ਮਤੀ 8 ਤੇ ਉਹਦੀ 16ਵੀਂ ਆਇਤ, ਮੈਥਿਊ 8 ਵਰਸ 16। ਅਤੇ ਜਾਂ ਸਾਂਝ ਹੋਈ ਉਸ ਦੇ ਕੋਲ ਬਹੁਤਿਆਂ ਨੂੰ ਲਿਆਏ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ, ਅਤੇ ਉਸਨੇ ਬਚਨ ਨਾਲ ਰੂਹਾਂ ਨੂੰ ਕੱਢ ਦਿੱਤਾ ਔਰ ਸਾਰੇ ਰੋਗੀਆਂ ਨੂੰ ਚੰਗੇ ਕੀਤਾ। ਬਹੁਤਿਆਂ ਨੂੰ ਜੀਸਸ ਦੇ ਕੋਲ ਲੈ ਕੇ ਆਏ। ਕਾਹਤੇ? ਅੱਜ ਕੱਲ ਆਪਾਂ ਕਹਿਣਾ ਸੀ ਉਹਨਾਂ ਨੂੰ ਡਿਪਰੈਸ਼ਨ ਹੋਇਆ ਸੀਗਾ, ਪਰ ਉਸ ਜਵਾਨੇ 'ਚ ਕਹਿੰਦੇ ਸੀ ਉਹ ਭੂਤਾਂ ਨੇ ਫੜਿਆ ਆ। ਜੀਸਸ ਨੇ ਉਹਨਾਂ ਨੂੰ ਆਪਣੇ ਬਚਨ ਦੇ ਨਾਲ ਅੱਖਰ ਬੋਲ ਕੇ ਉਹਨਾਂ ਨੂੰ ਕੱਢ ਦਿੱਤਾ। ਇਹ ਕਦੇ ਦੇਖਿਆ ਨਹੀਂ ਸੀ ਇਦਾਂ ਦੀ ਚੀਜ਼। ਉਹਨੇ ਦੇਖ ਕੇ ਹੈਰਾਨ ਰਹਿ ਜਾਂਦੇ ਆ, ਕਿਉਂਕਿ ਉਸ ਜਮਾਨੇ ਦੇ ਵਿੱਚ ਉਹ ਬਹੁਤ ਓੜ-ਪੋੜ ਕਰਦੇ ਹੁੰਦੇ ਸੀ, ਕੁੱਟਮਾਰ ਵੀ ਕਰਦੇ ਹੁੰਦੇ ਸੀ ਜਿਹਨਾਂ ਵਿੱਚ ਭੂਤ ਹੋਵੇ। ਤੇ ਕਈ ਦੁਨੀਆ ਦੇ 4 ਛਪੇਰੇ ਹੱਲੇ ਵੀ ਇਦਾਂ ਹੋ ਰਹੀ ਆ। ਪਰ ਜੀਸਸ ਇੱਕ ਹੁਕਮ ਹੀ ਦਿੰਦਾ ਸੀ, ਇੱਕ ਬਚਨ ਹੀ ਬੋਲਦਾ ਸੀਗਾ ਤੇ ਉਹ ਛੱਡ ਕੇ ਨੱਠ ਜਾਂਦੇ। ਫਿਰ ਇੱਥੇ ਕੇਅਰਫੁਲੀ ਪੜ੍ਹ ਕੇ ਦੇਖਣਾ ਕੀ ਕਹਿੰਦਾ। ਬਹੁਤ ਉਹਦੇ ਕੋਲ ਲੈ ਕੇ ਆਏ, 1-2 ਨਹੀਂ ਸੀਗੇ, ਬਹੁਤ ਸੀ। ਅੱਜ ਕੱਲ ਉਦੋਂ ਵੀ ਜ਼ਿਆਦੇ ਆ। ਆਪਣੇ ਜਿਹੜੇ ਹਸਪੀਟਲਸ ਆ ਭਰੇ ਪਏ ਆ, ਸਪੈਸ਼ਲ ਹਸਪੀਟਲ ਬਣਾਏ ਹੋਏ ਆ। ਸੋ ਬਹੁਤ ਅੱਜ ਕੱਲ ਡਿਪਰੈਸ਼ਨ ਆਪਰੇਸ਼ਨ ਬੈਰੀਆਂ ਦਾ ਆ, ਜਿਨ੍ਹਾਂ ਨੂੰ ਬੈਰੀਆਂ ਨੇ ਜਕੜਿਆ ਆ। ਤੇ ਪਰ ਯਿਸੂ ਮਸੀਹ ਨੇ ਉਹਨਾਂ ਵਾਸਤੇ ਇਲਾਜ ਰੱਖਿਆ ਆ। ਇੱਕ ਆਇਤ ਹੋਰ ਆਪਾਂ ਪੜਾਂਗੇ ਮਾਰਕਸ ਦੀ ਕਿਤਾਬ ਉਹਦਾ ਪਹਿਲਾ ਚੈਪਟਰ ਉਹਦੀ 34 ਆਇਤ ਦੇ ਵਿੱਚ। ਮਾਰਕਸ ਚੈਪਟਰ 1:1-34। ਹਾਂਜੀ। ਅਤੇ ਉਸ ਨੇ ਬਹੁਤਿਆਂ ਨੂੰ ਜਿਹੜੇ ਭਾਂਤ ਦੇ ਰੋਗੀ ਸਨ ਚੰਗਾ ਕੀਤਾ ਔਰ ਬਹੁਤ ਸਾਰੀਆਂ ਭੂਤਾਂ ਨੂੰ ਕੱਢ ਦਿੱਤਾ ਅਤੇ ਭੂਤਾਂ ਨੂੰ ਬੋਲਣ ਨਾ ਦਿੱਤਾ, ਕਿਉਂ ਜੋ ਉਹ ਉਸ ਨੂੰ ਪਛਾਣਦੇ ਸਨ। ਆਮੀਨ। ਸੋ ਇੱਥੇ ਆਪਾਂ ਫਿਰ ਦੇਖਦੇ ਹਾਂ ਜਿੱਥੇ ਵੀ ਜੀਸਸ ਜਾਂਦਾ ਸੀ ਇਹੀ ਕਹਾਣੀ ਹੁੰਦੀ ਸੀ। ਬਿਮਾਰਾਂ ਨੂੰ ਠੀਕ ਕਰਦਾ ਸੀ, ਜਿਨ੍ਹਾਂ ਨੂੰ ਭੂਤਾਂ ਨੇ ਜਕੜਿਆ ਸੀ ਉਹਨਾਂ ਨੂੰ ਉਹ ਛੁਟਕਾਰਾ ਦਿੰਦਾ ਸੀਗਾ। ਇੱਥੇ ਵੀ ਉਹ ਕਹਿੰਦਾ ਬਹੁਤ ਜਾਣਿਆਂ ਨੂੰ ਛੁਟਕਾਰਾ ਦਿੱਤਾ। ਫਿਰ ਭੂਤ ਬੋਲਣਾ ਚਾਹੁੰਦੇ ਸੀ ਪਰ ਉਹਨਾਂ ਨੂੰ ਉਹ ਬੋਲਣ ਨਹੀਂ ਦਿੰਦਾ ਸੀਗਾ, ਕਰਕੇ ਉਹ ਜਾਣਦੇ ਸੀ ਕੌਣ ਹੈ। ਪਿਛਲੇ ਹਫ਼ਤੇ ਆਪਾਂ ਦੇਖਿਆ ਸੀ ਉਹ ਭੂਤ ਜਾਣਦੇ ਹੁੰਦੇ ਉਹਨਾਂ ਨੂੰ ਕੌਣ ਕੱਢ ਸਕਦਾ ਕੌਣ ਨਹੀਂ ਕੱਢ ਸਕਦਾ, ਉਹਨਾਂ ਦੀ ਅਥਾਰਟੀ ਨੂੰ ਜਾਣਦੇ ਆ। ਜਦੋਂ ਅਸੀਂ ਨਵੇਂ ਹੁੰਦੇ ਆ, ਅਸੀਂ ਇਸ ਚੀਜ਼ 'ਚ ਪੈਂਦੇ ਆ, ਸਾਨੂੰ ਲੋਕਾਂ ਦੀ ਹੈਲਪ ਕਰਨੀ ਪੈਂਦੀ ਆ, ਤੇ ਉਹ ਬਹੁਤ ਕਹਾਣੀਆਂ ਦੱਸਣੀਆਂ ਚਾਹੁੰਦੇ ਹੁੰਦੇ ਆ। ਪਰ ਜੇ ਅਸੀਂ ਉਹਨਾਂ ਦੀਆਂ ਕਹਾਣੀਆਂ ਸੁਣ ਲੱਗ ਪਏ, ਉਹਨਾਂ ਦੀ ਚੀਜ਼ਾਂ ਸੁਣ ਲੱਗ ਪਏ, ਹੌਲੀ ਹੌਲੀ ਸਾਡੀ ਨੇਚਾ ਉਹਨਾਂ ਦੇ ਵਿੱਚ ਪੈ ਜਾਣੀ ਆ ਤੇ ਉਹਨੀ ਫਿਰ ਸਾਡੇ ਕੋਲ ਨਿਕਲਣਾ ਨਹੀਂ ਹੈਗਾ। ਓਕੇ, ਕਾਹਤੇ ਕਰਕੇ ਅਸੀਂ ਬਲੀਵ ਕਰਨ ਆਪਣਾ ਜੋ ਉਹ ਕਹਿੰਦੇ ਆ, ਪਰ ਹਰ ਵੇਲੇ ਉਹ ਝੂਠ ਹੀ ਬੋਲਦੇ ਹੁੰਦੇ ਆ। ਕਰਕੇ ਯਿਸੂ ਮਸੀਹ ਨੇ ਕਿਹਾ ਸੀ ਜਿਹੜਾ ਸ਼ੈਤਾਨ ਆ ਉਹ ਝੂਠਾਂ ਦਾ ਪਤੰਦਰ ਆ। ਓਕੇ, ਸੋ ਇੱਥੇ ਮੈਂ ਇੱਕ ਮਾੜੀ ਜਿਹੀ ਸਟੋਰੀ ਦੱਸਦਾ ਆ ਜਿਹੜੀ ਇੰਪੋਰਟੈਂਟ ਕਈ ਵਾਰੀ ਹੋ ਜਾਂਦੀ ਆ। ਜਦੋਂ ਪਹਿਲਾਂ ਅਸੀਂ ਇੱਦਾਂ ਦੀ ਚੀਜ਼ਾਂ 'ਚ ਲੋਕਾਂ ਦੀ ਮਦਦ ਕਰਨ ਲੱਗੇ ਹਾਂ, ਚੀਜ਼ਾਂ ਬੋਲਦੀਆਂ ਹੁੰਦੀਆਂ ਸੀ ਵਿੱਚੋਂ, ਤੇ ਉਹ ਦੱਸਦੀਆਂ ਹੁੰਦੀ ਅਸੀਂ ਕਿੱਥੋਂ ਆਈਆਂ, ਕੌਣ ਆ, ਅਸੀਂ ਪੜਦਾਦਿਆਂ ਵਿੱਚ ਸੀ, ਫਲਾਨਿਆਂ ਵਿੱਚ ਸੀ, ਧਮਕੜਿਆਂ ਵਿੱਚ ਸੀ, ਤੇ ਬੜਾ ਇੰਟਰਸਟਿੰਗ ਲੱਗਦਾ ਹੁੰਦਾ ਸੀ ਉਹਨਾਂ ਨੂੰ ਸੁਣਨ ਦਾ। ਪਰ ਬਾਈਬਲ ਕਲੀਅਰਲੀ ਇੱਥੇ ਦੱਸਦੀ ਹੈ, ਯਿਸੂ ਮਸੀਹ ਕਲੀਅਰਲੀ ਦੱਸਦਾ ਸਾਨੂੰ ਉਹਨਾਂ ਦੇ ਨਾਲ ਗੱਲਾਂ ਦੇ ਵਿੱਚ ਨਹੀਂ ਪੈਣਾ ਹੈਗਾ, ਉਹਨਾਂ ਨੂੰ ਹੁਕਮ ਹੀ ਦੇਣਾ ਆ ਬਈ ਤੁਹਾਨੂੰ ਜਾਣਾ ਪੈਣਾ ਹੈ। ਸੋ ਖਿਆਲ ਰੱਖਣਾ ਜ਼ਰੂਰ। ਉਹਨਾਂ ਕੋਲ ਬਹੁਤ ਇੰਟਰਸਟਿਡ ਕਹਾਣੀਆਂ ਹੁੰਦੀਆਂ,
ਤੇ ਉਹ ਦੱਸਣਾ ਚਾਹੁੰਦੇ ਹੁੰਦੇ ਸੀ ਪਹਿਲਾਂ ਉਹਦੇ ਵਿੱਚ ਸੀ, ਫਿਰ ਉਹਦੇ ਵਿੱਚ ਸੀ, ਉਹਦੇ ਵਿੱਚ ਸੀ, ਬਾਬੇ ਪੜਦਾਦਿਆਂ ਸੀ, ਦੂਏ ਵਿੱਚ ਸੀ, ਧਮਕੇ ਵਿੱਚ ਸੀ, ਪਰ ਆਪਾਂ ਉਹਨਾਂ ਦੀ ਕੋਈ ਗੱਲ ਨਹੀਂ ਸੁਣਨੀ, ਹੁਕਮ ਦੇ ਕੇ ਉਹਨਾਂ ਨੂੰ ਕੱਢਣਾ ਹੀ ਆ। ਆਮੀਨ। ਤੇ ਫਿਰ ਕਈ ਵਾਰੀ ਸਵਾਲ ਪੁੱਛਿਆ ਜਾਂਦਾ ਆ, ਜਿੱਦਾਂ ਯਿਸੂ ਮਸੀਹ ਨੂੰ ਇੱਕ ਆਪਾਂ ਦੇਖਿਆ ਸੀ, ਇੱਕ ਲੋਕ ਸੀ ਜਿਹੜੇ ਕਹਿੰਦੇ ਸੀ ਭੂਤ ਹੈ ਨਹੀਂ ਗੇ, ਓਕੇ। ਹੁਣ ਦੂਸਰੇ ਤਰ੍ਹਾਂ ਦੇ ਲੋਕ ਯਿਸੂ ਮਸੀਹ ਦੇ ਕੋਲ ਆਏ, ਉਹ ਇਦਾਂ ਤਾਂ ਡਿਨਾਈ ਕਰ ਨਹੀਂ ਸਕਦੇ ਸੀ ਵੀ ਜੀਸਸ ਨਹੀਂ ਕੱਢ ਸਕਦਾ ਹੈਗਾ, ਕਰਕੇ ਉਹਨਾਂ ਦੇ ਸਾਹਮਣੇ ਕੱਢਦਾ ਸੀ ਤੇ ਲੋਕੀ ਠੀਕ ਹੋ ਜਾਂਦੇ ਸੀ। ਹੁਣ ਉਹਨੂੰ ਕਹਿੰਦੇ ਆ ਇਹ ਸ਼ੈਤਾਨ ਦੇ ਨਾਲ ਰਲਿਆ ਆ, ਓਕੇ, ਉਹਦੀ ਸ਼ਕਤੀ ਦੇ ਨਾਲ ਕੱਢਦਾ ਆ, ਓਕੇ। ਆਪਾਂ ਮਥੀ ਦੀ ਕਿਤਾਬ ਦੇ ਵਿੱਚ ਉਹਦਾ 12ਵਾਂ ਚੈਪਟਰ ਉਹਦੀ 24ਵੀਂ ਆਇਤ ਪੜ੍ਹਦੇ 24, ਮੈਥਿਊ 12:24। ਹਾਂਜੀ, ਮਤੀ ਚੈਪਟਰ 12 ਤੇ ਉਹਦੀ 24 ਆਇਤ। ਪਰ ਫਰੀਸੀਆਂ ਨੇ ਸੁਣ ਕੇ ਕਿਹਾ, ਜੋ ਇਹ ਭੂਤਾਂ ਦੇ ਸਰਦਾਰ ਬਿਆਲ ਜ਼ਬੂਲ ਦੀ ਸਹਾਇਤਾ ਬਿਨਾ ਭੂਤਾਂ ਨੂੰ ਨਹੀਂ ਕੱਢਦਾ। ਓਕੇ, ਸੋ ਇੱਥੇ ਕੀ ਕਹਿੰਦੇ ਆ, ਜਿਹੜਾ ਬੇਲਜ਼ਬੂਬ ਆ, ਭੂਤਾਂ ਦਾ ਸਰਦਾਰ ਆ, ਉਹਦੀ ਸਲਾਹ ਦੇ ਨਾਲ ਉਹਦੀ ਪਾਵਰ ਲੈ ਕੇ ਇਹ ਕੱਢਦਾ ਆ, ਓਕੇ। ਪਰ ਜੀਸਸ ਨੇ ਉਹਨੂੰ ਇੱਕ ਜਵਾਬ ਦਿੱਤਾ। ਅੱਜ ਕੱਲ੍ਹ ਵੀ ਲੋਕੀ ਤਾਂ ਬਹੁਤ ਕਹਿੰਦੇ ਆ, ਉਹ ਕਹਿੰਦੇ ਜੀ ਇਹ ਸ਼ੈਤਾਨ ਦੀ ਕੰਮ ਆ, ਕਹਿੰਦੇ ਜੀ ਇਹ ਸ਼ੈਤਾਨ ਦਾ ਕੰਮ ਆ। ਪਰ ਜੀਸਸ ਨੇ ਉਹਨਾਂ ਨੂੰ ਬਹੁਤ ਸੋਹਣਾ ਜਵਾਬ ਦਿੱਤਾ, ਜਿਹੜਾ ਅੱਜ ਕੱਲ੍ਹ ਵੀ ਚੱਲਦਾ ਆ। ਆਪਾਂ ਮਤੀ ਦੀ ਕਿਤਾਬ 12ਵਾਂ ਚੈਪਟਰ ਉਹਦੀ 27ਵੀਂ ਆਇਤ ਹੁਣ ਪੜ੍ਹਦੇ, ਜੋ ਜੀਸਸ ਦਾ ਜਵਾਬ ਸੀਗਾ। ਆਮੀਨ। ਹਾਂਜੀ, ਮਤੀ 12:27, ਮੈਥਿਊ 12:27। ਜੇ ਮੈਂ ਬਿਆਲ ਜ਼ਬੂਲ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹਾਂ, ਤਾਂ ਤੁਹਾਡੇ ਪੁੱਤਰ ਕਿਹਦੀ ਸਹਾਇਤਾ ਨਾਲ ਕੱਢਦੇ ਹਨ? ਇਸ ਲਈ ਤੁਹਾਡਾ ਨਿਆਂ ਕਰਨ ਵਾਲੇ ਉਹੋ ਹੀ ਹੋਣਗੇ। ਆਮੀਨ। ਜੀਸਸ ਕੀ ਕਹਿੰਦਾ? ਅਜੀਬ ਗੱਲ ਆ, ਓਕੇ। ਕੀ ਕਹਿੰਦਾ? ਕਹਿੰਦਾ ਜੇ ਮੈਂ ਸ਼ੈਤਾਨ ਦੀ ਸ਼ਕਤੀ ਨਾਲ ਜਾਂ ਉਹਦੇ ਰਲ ਕੇ ਨਾਲ ਕੱਢਦਾ, ਫਿਰ ਕਹਿੰਦਾ ਤੁਹਾਡੇ ਪੁੱਤਰ ਕਿੱਦਾਂ ਕੱਢਣਗੇ? ਹੁਣ ਜਿਹੜੇ ਅਸੀਂ ਉਹਨਾਂ ਦੇ ਗਾਹਾਂ ਔਲਾਦ ਆ, ਉਹ ਉਹਨਾਂ ਦੇ ਬਾਰੇ ਗੱਲ ਕਰ ਰਿਹਾ ਹੈ। ਕਈ ਕਹਿੰਦੇ ਜੀ ਉਹ ਜੀਸਸ ਦੇ ਟਾਈਮ ਵਿੱਚ ਹੀ ਸੀਗਾ, ਪਰ ਜੀਸਸ ਤੇ ਕਲੀਅਰਲੀ ਦੱਸਦਾ ਆ ਤੁਹਾਡੇ ਪੁੱਤਰਾਂ ਨੇ ਗਾਹਾਂ ਕੱਢਣੇ ਆ, ਓਕੇ। ਸੋ ਉਹ ਆਪਣੇ ਅੱਜ ਦੇ ਟਾਈਮ ਬਾਰੇ ਗੱਲ ਕਰ ਰਿਹਾ ਸੀਗਾ। ਸੋ ਇੱਥੇ ਅਸੀਂ ਕਲੀਅਰਲੀ ਦੇਖ ਰਹੇ ਹਾਂ ਇਹ ਚੀਜ਼ਾਂ ਹੈਗੀਆਂ ਆ, ਤੇ ਸਾਨੂੰ ਇਹਨਾਂ ਨਾਲ ਡੀਲ ਕਰਨਾ ਪੈਂਦਾ ਆ। ਤੇ ਪਰਮੇਸ਼ਰ ਨੇ ਸਾਨੂੰ ਹੁਕਮ ਦਿੱਤਾ ਹੈ, ਸਾਨੂੰ ਇੱਕ ਨਾਂ ਦਿੱਤਾ ਆ ਜਿਹੜਾ ਸਭ ਨਾਵਾਂ ਦੇ ਉੱਪਰ ਦੀ ਆ। ਤੇ ਫਿਰ ਅਸੀਂ ਇੱਥੇ ਪੜ੍ਹਿਆ ਸੀਗਾ, ਜੋ ਸੁਰਿੰਦਰ ਨੇ ਸਾਡੀ ਪਹਿਲੀ ਰੀਡਿੰਗ ਸੀਗੀ, ਮਾਰਕਸ ਦੀ ਕਿਤਾਬ ਦਾ 16ਵਾਂ ਚੈਪਟਰ ਤੇ ਉਹਦੀ 15 ਤੋਂ 18 ਆਇਤ ਤੱਕ। ਸੁਰਿੰਦਰ ਨੇ 20 ਤੱਕ ਪੜ੍ਹੀ ਸੀ, ਪਰ ਆਪਾਂ 18 ਤੱਕ ਹੀ ਦੇਖਣੀ ਆ। ਇੱਥੇ ਆਪਾਂ ਦੇਖਦੇ ਹਾਂ ਜੀਸਸ ਧਰਤੀ ਛੱਡ ਕੇ ਜਾਣ ਨੂੰ ਤਿਆਰ ਆ, ਓਕੇ। ਹੁਣ ਅਖੀਰਲੇ ਬਚਨ ਉਹ ਆਪਣੇ ਚੇਲਿਆਂ ਨੂੰ ਬੋਲ ਰਿਹਾ। ਜਦੋਂ ਮੈਂ ਚੇਲਿਆਂ ਨੂੰ ਕਹਿੰਦਾ, ਬਾਈਬਲ ਦੱਸਦੀ ਆ ਉੱਥੇ 500 ਆਦਮੀ ਇਕੱਠਾ ਹੋਇਆ ਸੀਗਾ। ਜਾ ਕੇ ਕੋਰਿੰਥੀਅਨਜ਼ ਦੀ ਕਿਤਾਬ ਵਿੱਚ ਪੌਲ ਦੱਸਦਾ ਆ ਬਈ ਕਈ ਵਾਰੀ 500 ਆਦਮੀ ਉੱਥੇ ਇਕੱਠੇ ਹੋਏ ਹੁੰਦੇ ਸੀ। ਤਾਂ ਉਹ ਸਾਰਿਆਂ ਨੂੰ ਇਹ ਦੱਸ ਰਿਹਾ ਆ, ਪਰ ਕਈ ਵਾਰੀ ਸਾਨੂੰ ਏਦਾਂ ਲੱਗਦਾ ਹੁੰਦਾ ਇਕੱਲੇ 12 ਦੇ ਨਾਲ ਹੀ ਗੱਲ ਕਰ ਰਿਹਾ ਆ, ਓਕੇ। ਫਿਰ ਇੱਥੇ ਅਸੀਂ ਕਈ ਵਾਰੀ ਭੁਲੇਖਾ ਖਾਣ ਲੱਗ ਪੈਂਦੇ ਆ। ਜੇ ਅਸੀਂ ਆਪਣੀ ਬਾਈਬਲ ਦੇ ਵਿੱਚੋਂ ਕੇਅਰਫੁਲੀ ਪੜ੍ਹ ਕੇ ਦੇਖਿਆ, ਸਾਨੂੰ ਪਤਾ ਲੱਗ ਜਾਣਾ ਉਹ ਇਕੱਲੇ ਆਪਣੇ ਚੇਲਿਆਂ ਦੇ ਨਾਲ ਨਹੀਂ ਗੱਲ ਕਰ ਰਿਹਾ ਹੈਗਾ, ਉਹ ਜਿਹੜੇ ਨੇਚਰ ਰੱਖਣ ਵਾਲੇ ਉਹਨਾਂ ਦੇ ਨਾਲ ਗੱਲ ਕਰ ਰਿਹਾ ਹੈ, ਓਕੇ ਜੀ। ਸੋ ਆਪਾਂ ਪਹਿਲੀਆਂ ਦੋ ਆਇਤਾਂ ਪੜ੍ਹਦੇ ਹਾਂ, 15 ਤੇ 16। ਮਾਰਕਸ ਉਹਦਾ ਚੈਪਟਰ 16 ਤੇ ਉਹਦੀਆਂ 15 ਤੇ 16। ਮਾਰਕਸ ਚੈਪਟਰ 16 ਵਰਸ 15 ਐਂਡ 16। ਉਸ ਨੇ ਉਹਨਾਂ ਨੂੰ ਆਖਿਆ, ਤੁਸੀਂ ਸਾਰੇ ਜਗਤ ਵਿੱਚ ਜਾ ਕੇ ਸਰਬਤ ਸ੍ਰਿਸ਼ਟ ਦੇ ਸਾਹਮਣੇ ਖੁਸ਼ਖਬਰੀ ਦਾ ਪ੍ਰਚਾਰ ਕਰੋ। ਜਿਹੜਾ ਨੇਚਾ ਕਰੇ ਅਤੇ ਬਪਤਿਸਮਾ ਲਵੇ ਉਹ ਬਚਾਇਆ ਜਾਵੇਗਾ, ਪਰ ਜਿਹੜਾ ਪ੍ਰਤੀਤ ਨਾ ਕਰੇ ਉਸ ਉੱਤੇ ਸਜ਼ਾ ਦਾ ਹੁਕਮ ਕੀਤਾ ਜਾਵੇਗਾ। ਆਮੀਨ। ਸੋ ਇੱਥੇ ਬਹੁਤ ਕਲੀਅਰਲੀ ਜੀਸਸ ਦੱਸਦਾ ਆ, ਕਹਿੰਦਾ ਖੁਸ਼ਖਬਰੀ ਸਾਰੀ ਦੁਨੀਆ ਵਿੱਚ ਜਾ ਕੇ ਸੁਣਾਓ। ਜਿਹੜਾ ਨੇਚਰ ਰੱਖਣਗੇ ਤਾਂ ਬੈਪਟਿਜ਼ਮ ਲੈਣਗੇ, ਉਹ ਬਚ ਜਾਣਗੇ। ਆਮੀਨ। ਜਿਹੜੇ ਨਾ ਕਹਿ ਦੇਣਗੇ ਉਹਨਾਂ ਦੇ ਉੱਤੇ ਸਜ਼ਾ ਲੱਗ ਜਾਊਗੀ, ਉਹ ਨਰਕਾਂ ਨੂੰ ਜਾਣ ਵਾਲੇ ਹੋਣਗੇ।
ਕਿਉਂਕਿ ਉਹਨਾਂ ਤੇ ਇਹ ਸਜ਼ਾ ਲੱਗਣੀ ਹੈ। ਹਮ, ਸੋ ਇੱਥੇ ਸਾਨੂੰ ਬਹੁਤ ਕਲੀਅਰਲੀ ਜੀਸਸ ਦੱਸ ਰਿਹਾ ਆ, ਜੇ ਤੁਸੀਂ ਪਹਿਲੀ ਵਾਰੀ ਸੁਣ ਰਹੇ ਜਾਂ ਤੁਸੀਂ ਅੱਗੇ ਵੀ ਸੁਣਿਆ, ਤੁਸੀਂ ਹਲੇ ਫੈਸਲਾ ਨਹੀਂ ਕੀਤਾ ਹੈਗਾ, ਪਰਮੇਸ਼ਰ ਤੁਹਾਨੂੰ ਆਪਸ਼ਨ ਦਿੰਦਾ, ਉਹ ਅੱਜ ਤੁਹਾਨੂੰ ਸੱਦ ਰਿਹਾ ਆ, ਕਹਿੰਦਾ ਵੀ ਤੁਸੀਂ ਅੱਜ ਪਰਮੇਸ਼ਰ ਨੂੰ ਪਾ ਸਕਦੇ ਆ। ਖੁਸ਼ਖਬਰੀ ਇਹ ਆ, ਜੀਸਸ ਇਸ ਧਰਤੀ ਤੇ ਆਇਆ ਸੀ, ਸਾਡੇ ਪਾਪਾਂ ਦੇ ਕਾਰਨ ਮਰ ਗਿਆ, ਤੇ ਹੁਣ ਉਹ ਸਾਨੂੰ ਫ੍ਰੀ ਕਰਦਾ ਆ। ਉਹ ਕਹਿੰਦਾ ਜੇ ਤੁਸੀਂ ਜੋ ਮੈਂ ਕੀਤਾ ਉਹ ਤੇ ਯਕੀਨ ਰੱਖ ਲਓਗੇ ਤੇ ਮੈਂ ਤੁਹਾਨੂੰ ਮੁਕਤ ਕਰ ਦੂੰਗਾ। ਮੈਂ ਤੁਹਾਨੂੰ ਤੁਹਾਡਾ, ਜਿਹਦਾ ਆਪਾਂ ਅੱਗੇ ਪੜ੍ਹਿਆ ਸੀ ਪਹਿਲੀ ਵਾਰੀ, ਸਵਰਗਾਂ ਦੇ ਵਿੱਚ ਜਿਹੜੀ ਕਿਤਾਬ ਆ ਉਹਨਾਂ ਦੇ ਵਿੱਚ ਤੁਹਾਡਾ ਨਾਂ ਲਿਖ ਦੂੰਗਾ। ਸੋ ਜਿੱਦਾਂ ਆਪਾਂ ਲੂਕਾ ਦੀ ਕਿਤਾਬ ਵਿੱਚੋਂ ਪੜ੍ਹਿਆ ਸੀ, ਤੁਹਾਡਾ ਵੀ ਨਾਂ ਫਿਰ ਸਵਰਗਾਂ ਦੇ ਵਿੱਚ ਲਿਖਿਆ ਜਾਊਗਾ। ਸੋ ਇੱਥੇ ਸਾਨੂੰ ਇਹ ਕਲੀਅਰਲੀ ਦੱਸ ਰਿਹਾ ਹੈ। ਸੋ ਆਪਾਂ ਫਿਰ 17ਵੀਂ ਆਇਤ ਹੁਣ ਪੜ੍ਹਦੇ ਹਾਂ। ਹਾਂਜੀ 17 ਅਤੇ ਨਿਸ਼ਚਾ ਕਰਨ ਇੱਥੇ ਕੀ ਜਦੋਂ ਸ਼ੁਰੂ ਕਰਦਾ ਕੀ ਕਹਿੰਦਾ, ਅਤੇ ਜਿਹੜੀਆਂ ਚੀਜ਼ਾਂ ਬੋਲ ਕੇ ਹਟਿਆ ਉਹਦੇ ਨਾਲ ਹੀ ਆ, ਜੁਦੀ ਨਹੀਂ ਹੈਗੀ। ਅਤੇ ਐਂਡ ਅੰਗਰੇਜ਼ੀ ਵਿੱਚ ਕਹਿੰਦਾ ਐਂਡ, ਸੋ ਉਹਨੇ ਬੋਲਣੋਂ ਨਹੀਂ ਹਟਿਆ, ਨਾਲ ਹੀ ਕਹਿੰਦਾ ਐਂਡ ਕੀ ਹੋਊਗਾ। ਹਾਂਜੀ, ਅਤੇ ਨਿਸ਼ਚਾ ਕਰਨ ਵਾਲਿਆਂ ਦੇ ਨਾਲ ਨਾਲ ਇਹ ਨਿਸ਼ਾਨ ਹੋਣਗੇ, ਜੋ ਉਹ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ, ਉਹ ਨਵੀਆਂ ਨਵੀਆਂ ਬੋਲੀਆਂ ਬੋਲਣਗੇ, ਉਹ ਸੱਪਾਂ ਨੂੰ ਚੁੱਕ ਲੈਣਗੇ, ਅਤੇ ਜੇ ਕੋਈ ਜ਼ਹਿਰ ਵਾਲੀ ਚੀਜ਼ ਪੀ ਲੈਣ ਤਾਂ ਉਹਨਾਂ ਦਾ ਕੁਝ ਨਹੀਂ ਵਿਚਲੂਗਾ, ਜਾਣੀ ਕਿ ਕੁਝ ਵਿਗਾੜ ਨਹੀਂ ਹੋਊਗਾ। ਉਹ ਰੋਗੀਆਂ ਉੱਤੇ ਹੱਥ ਰੱਖਣਗੇ ਤਾਂ ਉਹ ਚੰਗੇ ਹੋ ਜਾਣਗੇ। ਸੋ ਇੱਥੇ ਕੀ ਦੱਸਦਾ, ਐਂਡ ਜਿਹੜੇ ਨੇਚਰ ਰੱਖਣ ਵਾਲੇ ਆ। ਇੱਥੇ ਸਾਨੂੰ ਬਹੁਤ ਕੇਅਰਫੁਲੀ ਦੇਖਣ ਦੀ ਜ਼ਰੂਰਤ ਹੈ। ਕਾਹਤੇ? ਕਿਉਂਕਿ ਜਦੋਂ ਮੈਂ ਪਹਿਲਾਂ ਬਾਈਬਲ ਪੜ੍ਹਨ ਲੱਗਾ, ਜਿਹੜੇ ਸਾਨੂੰ ਸਿਖਾਲਦੇ ਸੀ ਉਸ ਜ਼ਮਾਨੇ ਦੇ ਵਿੱਚ, ਉਹ ਕਹਿੰਦੇ ਸੀ ਇੱਥੇ ਆਪਣੇ 12 ਚੇਲਿਆਂ ਦੇ ਨਾਲ ਯਿਸੂ ਮਸੀਹ ਗੱਲਾਂ ਕਰਦਾ ਸੀ, ਉਹ ਹੁਣ ਮਰ ਗਏ, ਹੁਣ ਇਹ ਚੀਜ਼ਾਂ ਨਹੀਂ ਹੁੰਦੀਆਂ ਹੈਗੀਆਂ। ਤੇ ਜਦੋਂ ਵੀ ਮੈਂ ਪੜ੍ਹਦਾ ਹੁੰਦਾ ਸੀ, ਮੇਰੇ ਦਿਮਾਗ ਵਿੱਚ ਇਹੀ ਗੱਲ ਹੁੰਦੀ ਸੀ, ਇਹ ਤਾਂ 12 ਚੇਲਿਆਂ ਬਾਰੇ ਗੱਲ ਕਰ ਰਿਹਾ ਸੀ, ਉਹ ਹੁਣ ਮਰ ਗਿਆ, ਹੁਣ ਨਹੀਂ ਹੁੰਦੀ ਹੈਗੀ। ਪਰ ਜੋ ਲਿਖਿਆ ਸੀ ਉਹ ਮੈਂ ਪੜ੍ਹਦਾ ਹੀ ਨਹੀਂ ਸੀਗਾ, ਜੋ ਮੈਨੂੰ ਦੱਸਿਆ ਸੀ ਉਹੋ ਹੀ ਮੇਰੇ ਦਿਮਾਗ ਵਿੱਚ ਸੀਗਾ। ਇੱਥੇ ਕੀ ਲਿਖਿਆ, ਐਂਡ the believing ones, ਜਿਹੜੇ ਨੇਚਰ ਰੱਖਣ ਵਾਲੇ ਆ। ਨੇਚਰ ਰੱਖਣ ਵਾਲੇ ਅੱਜ ਵੀ ਹੈਗੇ ਆ, ਹਾਂਜੀ ਅੱਜ ਵੀ ਹੈਗੇ ਆ। ਆਪਾਂ ਸਾਰੇ ਨੇਚਰ ਰੱਖਣ ਵਾਲੇ ਆ। ਜਿਹਨੇ ਯਿਸੂ ਮਸੀਹ ਉੱਤੇ ਨੇਚਰ ਰੱਖ ਕੇ ਉਹਨੂੰ ਆਪਣੇ ਦਿਲ ਦੇ ਵਿੱਚ ਸੱਦ ਲਿਆ, ਪਾਪਾਂ ਦੀ ਮਾਫੀ ਪਾ ਲਈ ਆ, ਉਹਨਾਂ ਦੇ ਬਾਰੇ ਗੱਲ ਹੋ ਰਹੀ ਆ। ਜਿਹੜੇ ਅਪੋਸਲ ਸੀਗੇ, ਜਿਹੜੇ ਉਸ ਜ਼ਮਾਨੇ ਦੇ ਡਿਸਾਈਪਲ ਸੀ, ਉਹਨਾਂ ਦੇ ਬਾਰੇ ਗੱਲ ਨਹੀਂ ਹੋ ਰਹੀ ਹੈਗੀ, ਨੇਚਰ ਰੱਖਣ ਵਾਲਿਆਂ ਦੇ ਬਾਰੇ ਗੱਲ ਹੋ ਰਹੀ ਆ। ਫਿਰ ਉਹ ਕਹਿੰਦਾ ਜਿਹੜੇ ਨੇਚਰ ਰੱਖਣ ਵਾਲੇ ਹੋਣਗੇ, ਐਂਡ these signs will accompany, ਉਹਨਾਂ ਦੇ ਨਾਲ ਆਹ ਸਾਈਨ ਹੋਣਗੇ। ਕੀ ਕਿਹੜੇ ਸਾਈਨ ਹੋਣਗੇ? they will cast out demons, ਉਹ ਦੁਸ਼ਟ ਆਤਮਾ ਨੂੰ ਕੱਢਣਗੇ। ਸੋ ਕੀ ਇੱਥੇ ਆਪਾਂ ਨੂੰ ਕਲੀਅਰਲੀ ਦੱਸਦਾ। ਆਪਾਂ ਹੋਰ ਵੀ ਇੱਥੇ ਬਹੁਤ ਚੀਜ਼ਾਂ ਲਿਖਿਆ, ਕਹਿੰਦਾ ਹੁਣ ਜ਼ਬਾਨਾਂ 'ਚ ਬੋਲਣਗੇ, ਜੇ ਉਹਨਾਂ ਨੂੰ ਕੋਈ ਜ਼ਹਿਰ ਵੀ ਦੇ ਦੇਵੇ ਤੇ ਉਹ ਬਚ ਜਾਣਗੇ, ਜੇ ਉਹ ਸੱਪ ਵੀ ਦੰਦੀ ਵੱਢ ਦੇਵੇ ਫੇਰ ਵੀ ਕੁਝ ਨਾ ਹੋਊਗਾ। ਓਕੇ, ਪਰ ਇੱਥੇ ਨੇਚਰ ਰੱਖਣ ਵਾਲਿਆਂ ਦੇ ਬਾਰੇ ਗੱਲ ਕਰ ਰਿਹਾ ਹੈ। ਨਹੀਂ ਤਾਂ ਇਹਨੂੰ ਪਾਸੋਂ ਆਪਾਂ ਕਰ ਦਿੰਦੇ ਆ ਵੀ ਉਹ ਪਿਛਲੇ ਜ਼ਮਾਨੇ ਸੀ, ਅੱਜ ਕੱਲ੍ਹ ਦੀ ਹੁੰਦੀ ਹੈਗੀ, ਅੱਜ ਕੱਲ੍ਹ ਵੀ ਹੁੰਦੀ ਆ। ਓਕੇ, ਅੱਜ ਕੱਲ੍ਹ ਵੀ ਪ੍ਰਭੂ ਸਾਨੂੰ ਫ੍ਰੀ ਕਰਦਾ ਆ। ਸੋ ਜੇ ਇਸ ਵੇਲੇ ਤੁਸੀਂ ਇੱਦਾਂ ਦੀ ਪ੍ਰੋਬਲਮ ਦੇ ਵਿੱਚ ਜਾ ਰਹੇ ਆ, ਜੇ ਇਸ ਵੇਲੇ ਤੁਸੀਂ ਦੁੱਖ ਤਕਲੀਫ ਦੇ ਵਿੱਚ ਜਾ ਰਹੇ ਆ, ਜਾਂ ਤੁਹਾਡਾ ਕੋਈ ਪਿਆਰਾ ਦੁੱਖ ਤਕਲੀਫ ਵਿੱਚ ਜਾ ਰਿਹਾ ਆ, ਤੁਹਾਡੇ ਵਾਸਤੇ ਉਮੀਦ ਹੈਗੀ ਆ। ਪਰਮੇਸ਼ਰ ਨੇ ਇੱਕ ਤੁਹਾਡੇ ਵਾਸਤੇ ਰਸਤਾ ਬਣਾਇਆ ਹੈ, ਤੁਸੀਂ ਲੈ ਸਕਦੇ ਆ। ਪਰਮੇਸ਼ਰ ਤੁਹਾਡੀ ਮਦਦ ਕਰ ਸਕਦਾ ਹੈ। ਉਹਨੇ ਇੰਤਜ਼ਾਮ ਆਲਰੇਡੀ ਕੀਤਾ ਆ। ਉਹਨਾਂ ਨੂੰ ਪਤਾ ਸੀ ਤੁਸੀਂ ਆਉਣਾ ਆ ਤੇ ਤੁਸੀਂ ਇਸ ਪ੍ਰੋਬਲਮ ਵਿੱਚ, ਮੁਸੀਬਤ ਦੇ ਵਿੱਚ ਫਸ ਜਾਣਾ ਆ, ਤੇ ਉਹਨੇ ਤੁਹਾਡੇ ਵਾਸਤੇ ਇਲਾਜ ਰੱਖਿਆ, ਤੁਹਾਡੇ ਵਾਸਤੇ ਉਹਨੇ ਤਿਆਰੀ ਕੀਤੀ ਹੋਈ ਆ। ਪਰ ਸਾਨੂੰ ਇਹ ਪਾਉਣ ਦੀ ਜ਼ਰੂਰਤ ਹੈ। ਹਾਂਜੀ, ਸੋ ਇੱਥੇ ਆਪਾਂ ਦੇਖ ਰਹੇ ਹਾਂ। ਤੇ ਕਈ ਵਾਰੀ ਫਿਰ ਜਦੋਂ ਆਪਾਂ ਇਹ ਗੱਲ ਕਰਦੇ ਹਾਂ ਤੇ ਕਈ ਸਵਾਲ ਪੁੱਛੇ ਜਾਂਦੇ ਆ, ਉਹ ਸਵਾਲਾਂ ਦਾ ਆਪਾਂ ਜਵਾਬ ਦੇਣਾ, ਤੇ ਉਹਦੇ ਨਾਲ ਆਪਣੀ ਹੈਲਪ ਹੋ ਜਾਣੀ, ਮਦਦ ਹੋ ਜਾਣੀ ਆ। ਸੋ ਉਹ ਸਵਾਲ ਇਹ ਆ ਬਈ ਸਾਰੇ ਹੀ ਭੂਤ ਨਿਕਲ ਸਕਦੇ ਆ ਜਾਂ ਕੋਈ ਨਹੀਂ ਨਿਕਲਦਾ, ਕਾਹਤੇ ਨਹੀਂ ਨਿਕਲਦਾ ਹੈਗਾ? ਇਹ ਸਵਾਲ ਆਪਾਂ ਇਹਨਾਂ ਦੇ ਬਾਰੇ ਜਵਾਬ ਦੇਣੀ ਆ ਬਈ ਕਈ ਵਾਰੀ ਕਾਹਤੇ ਨਹੀਂ ਨਿਕਲਦਾ ਹੈਗਾ। ਸੋ ਬਹੁਤ ਉਹਨਾਂ ਦੇ ਰੀਜ਼ਨ ਹੋ ਸਕਦੇ, ਬਹੁਤ ਕਾਰਨ ਹੋ ਸਕਦੇ ਆ, ਪਰ ਮੈਂ 3 ਚੀਜ਼ਾਂ ਲਿਖੀਆਂ ਆ ਜਿਹੜੀਆਂ ਆਪਾਂ ਕਹਿੰਦੇ ਆ ਵੀ ਮੇਨ ਆ, ਜਿਹੜੀਆਂ ਖਾਸ ਆਪਾਂ ਨੂੰ ਚੈੱਕ ਕਰਨ ਦੀ ਜ਼ਰੂਰਤ ਆ। ਓਕੇ, ਸੋ ਪਹਿਲੀ ਜਿਹੜੀ ਹੈਗੀ ਆ,
why you cannot cast out evil spirit is because ਸਾਨੂੰ ਦੇਖਣਾ ਪੈਣਾ ਆ ਬਈ ਅਸੀਂ ਆਪ ਬੋਰਨ ਅਗੇਨ ਹੈਗੇ ਆ। ਜਿਹੜੇ ਭੂਤ ਕੱਢਣ ਦੀ ਕੋਸ਼ਿਸ਼ ਕਰਦੇ ਆ, ਆਪਾਂ ਪਿਛਲੀ ਵੀਕੇ ਵੀ ਦੇਖਿਆ ਸੀਗਾ, ਇੱਕ ਪਰਿਵਾਰ ਸੀਗਾ, 7 ਭਰਾ ਸੀਗੇ, ਉਹ ਭੂਤ ਕੱਢਣ ਦੀ ਕੋਸ਼ਿਸ਼ ਕਰਦੇ ਸੀ ਪਰ ਉਹਨਾਂ ਕੋਲ ਨਿਕਲੇ ਨਹੀਂ। ਕਾਹਤੇ ਕਰਕੇ ਉਹ ਆਪ ਪਰਮੇਸ਼ਰ ਨੂੰ ਜਾਣਦੇ ਨਹੀਂ ਸੀ, ਉਹਨੇ ਦੂਸਰਾ ਜਨਮ ਨਹੀਂ ਪਾਇਆ ਸੀਗਾ, ਉਹ ਬੋਰਨ ਅਗੇਨ ਨਹੀਂ ਸੀਗੇ। ਸੋ ਪਹਿਲੀ ਚੀਜ਼ ਸਾਨੂੰ ਇਹ ਚੈੱਕ ਕਰਨੀ ਪੈਣੀ ਆ ਬਈ ਅਸੀਂ ਹੁਕਮ ਦੇਣ ਤੋਂ ਪਹਿਲਾਂ ਸਾਨੂੰ ਸਵਾਲ ਇਹ ਪੁੱਛਣਾ ਪੈਣਾ, ਅਸੀਂ ਆਪ ਪਰਮੇਸ਼ਰ ਨੂੰ ਜਾਣਦੇ ਹਾਂ, ਅਸੀਂ ਬੋਰਨ ਅਗੇਨ ਹਾਂ, ਸਾਡੇ ਪਾਪ ਮਾਫ ਹੋਏ ਆ, ਅਸੀਂ ਨਵੇਂ ਸ਼ਖਸ ਬਣੇ ਹੋਏ ਆ। ਜੇ ਨਹੀਂ ਬਣੇ ਹੈਗੇ ਫਿਰ ਸਾਨੂੰ ਅੱਜ ਪਹਿਲਾਂ ਉਹਦਾ ਇੰਤਜ਼ਾਮ ਤਿਆਰੀ ਕਰਨ ਦੀ ਜ਼ਰੂਰਤ। ਨਹੀਂ ਤਾਂ ਫਿਰ ਜਦੋਂ ਅਸੀਂ ਸ਼ੈਤਾਨ ਨੂੰ ਹੁਕਮ ਦੇਣਾ, ਉਹਨੇ ਸਾਡੇ ਵੱਲ ਦੇਖ ਕੇ ਹੱਸਣਾ ਆ, ਕਰਕੇ ਉਹਨੂੰ ਪਤਾ ਵੀ ਉਹ ਤੁਹਾਡੇ ਕੋਲ ਕੋਈ ਵੀ ਅਖਤਿਆਰ ਨਹੀਂ ਹੈਗਾ, ਹੱਕ ਨਹੀਂ ਹੈਗਾ ਕੱਢਣ ਦਾ, ਤੇ ਉਹਨੇ ਸਾਡੇ ਕੋਲ ਜਾਣਾ ਨਹੀਂ ਹੈਗਾ। ਸੋ ਪਹਿਲੀ ਚੀਜ਼ ਇਹ ਆ। ਫਿਰ ਦੂਸਰੀ ਚੀਜ਼ ਜਿਹੜੀ ਸਾਨੂੰ ਦੇਖਣੀ ਪੈਂਦੀ ਆ ਉਹ ਇਹ ਆ, ਸਾਡੇ ਜੀਵਨ ਦੇ ਵਿੱਚ ਕੋਈ ਪਾਪ ਤਾਂ ਨਹੀਂ ਹੈਗਾ। ਜੇ ਸਾਡੇ ਜੀਵਨ ਦੇ ਵਿੱਚ ਪਾਪ ਹੈਗਾ ਆ, ਪਾਪ ਸ਼ੈਤਾਨ ਦੇ ਕੋਲ ਆਉਂਦਾ ਆ, ਸੋ ਉਹਦੇ ਕੋਲ ਹੱਕ ਹੈਗਾ ਸਾਡੇ ਜੀਵਨ ਦੇ ਵਿੱਚ, ਤੇ ਅਸੀਂ ਉਹਨੂੰ ਕੱਢ ਨਹੀਂ ਸਕਦੇ ਹੈਗੇ। ਸੋ ਦੂਸਰੀ ਚੀਜ਼ ਜਿਹੜੀ ਸਾਨੂੰ ਦੇਖਣੀ ਪੈਣੀ ਆ, ਸਾਡੇ ਸਰੀਰ ਵਿੱਚ ਨੂੰ ਦੇਖਣੀ ਪੈਣੀ ਆ, ਉਹ ਕੀ ਆ ਬਈ ਸਾਡੇ ਕੋਲ ਹੱਕ ਹੈਗਾ ਆ, ਅਸੀਂ ਕਿਸੇ ਪਾਪ ਦੇ ਵਿੱਚ ਆਪ ਫੜੇ ਹੋਏ ਆ। ਮੈਂ ਬਹੁਤ ਵਾਰੀ ਯੂਜ਼ ਕਰਦਾ ਹੁਣ, ਸੱਚੀ ਹੋਈ ਸੀਗੀ। ਕੋਈ ਪਾਸਟਰ ਕਿਸੇ ਨੂੰ ਵਿਜ਼ਿਟ ਕਰਨ ਗਿਆ ਸੀਗਾ, ਤੇ ਉਹ ਕਿਸੇ ਨੂੰ ਵਿਜ਼ਿਟ ਕਰਦਾ ਆ, ਤੇ ਮਗਰੋਂ ਉਹਨੂੰ ਸੁਨੇਹਾ ਆ ਗਿਆ, ਪਾਸਟਰ ਜੀ ਦੌੜਾ ਆਓ, ਕਿਸੇ ਭੈਣ ਦੇ ਵਿੱਚ ਭੂਤ ਆ ਗਿਆ, ਤੇ ਉਹ ਤੁਹਾਨੂੰ ਸੱਦ ਰਿਹਾ ਹੈ। ਤੇ ਉਹ ਜਿਨ੍ਹਾਂ ਦੇ ਨਾਲ ਗੱਲਾਂ ਬਾਤਾਂ ਕਰ ਰਿਹਾ ਸੀ ਪਰਿਵਾਰ ਦੇ ਵਿੱਚ, ਤੇ ਉਹ ਜਿਹੜਾ ਆਦਮੀ ਸੀਗਾ ਕਹਿੰਦਾ, ਪਾਸਟਰ ਜੀ ਮੈਂ ਵੀ ਨਾਲ ਚੱਲਦਾ। ਉਹ ਕਹਿੰਦਾ, ਨਹੀਂ ਜੀ ਤੁਸੀਂ ਨਾਲ, ਮੈਂ ਇਕੱਲੇ ਨਹੀਂ ਜਾਣਾ, ਤੁਸੀਂ ਨਾ ਆਇਓ। ਪਰ ਉਹ ਹਟਦਾ ਨਹੀਂ, ਮੈਂ ਵੀ ਕ੍ਰਿਸਚੀਅਨ ਹੀ ਹਾਂ, ਮੈਂ ਵੀ ਰੱਬ ਨੂੰ ਜਾਣਦਾ ਹੀ ਹਾਂ। ਪਰ ਉਹਨੇ ਬਥੇਰਾ ਉਹਨੂੰ ਸਮਝਾਇਆ, ਪਰ ਉਹ ਆਖੇ ਨਹੀਂ ਲੱਗਾ। ਅਖੀਰ ਦੇ ਵਿੱਚ ਉਹ ਨਾਲ ਚੱਲ ਗਿਆ। ਜਦੋਂ ਉਹ ਨਾਲ ਗਿਆ ਤੇ ਉਸ ਔਰਤ ਜਿਹਦੇ ਵਿੱਚ ਭੂਤ ਸੀਗਾ, ਜਦੋਂ ਉਹਦੇ ਕੋਲ ਗਏ ਤੇ ਉਹਨੇ ਪਹਿਲਾਂ ਉਸ ਜਿਹੜਾ ਆਦਮੀ ਪਾਸਟਰ ਦੇ ਨਾਲ ਆਇਆ ਸੀ ਉਹਨੂੰ ਪਹਿਲਾਂ ਢਾਲਿਆ। ਉਹ ਕਹਿੰਦੀ, ਤੂੰ ਮੈਨੂੰ ਕੱਢਣ ਆਇਆ, ਤੇ ਤੂੰ ਜਿਹੜੀ ਨੈਕਸਟ ਡੋਰ ਔਰਤ ਰਹਿੰਦੀ ਹੈ ਤੂੰ ਉਹਦੇ ਨਾਲ ਖਰਾਬੀ ਕਰਦਾ ਆ, ਤੇ ਤੂੰ ਮੈਨੂੰ ਕੱਢਣ ਆਇਆ। ਕਾਹਤੇ? ਜਿਹਦੇ ਵੀ ਅਸੀਂ ਪਾਪ ਵਿੱਚ ਰਹਿੰਦੇ ਹੋਈਏ ਉਹਨਾਂ ਨੂੰ ਪਤਾ ਹੁੰਦਾ ਆ ਅਸੀਂ ਕਿਹੜੀ ਚੀਜ਼ ਦੇ ਵਿੱਚ ਆ, ਉਹ ਤੋਂ ਲੁਕੀ ਨਹੀਂ ਹੁੰਦੀ ਹੈਗੀ। ਸੋ ਸਾਨੂੰ ਦੇਖਣਾ ਪੈਣਾ ਸਾਡੇ ਜੀਵਨ ਦੇ ਵਿੱਚ ਪਾਪ ਤਾਂ ਨਹੀਂ ਹੈਗਾ, ਜੇ ਹੈਗਾ ਆ ਸਾਨੂੰ ਉਹ ਸੈਟਲ ਪਹਿਲਾਂ ਕਰਨਾ ਪੈਣਾ, ਨਹੀਂ ਤਾਂ ਅਸੀਂ ਇਹਨਾਂ ਚੀਜ਼ਾਂ ਦੇ ਨਾਲ ਡੀਲ ਨਹੀਂ ਕਰ ਸਕਦੇ ਹੈਗੇ। ਤੀਸਰੀ ਚੀਜ਼ ਇਹ ਵੀ ਬਹੁਤ ਖਾਸ ਹੈ, ਜੇ ਤੁਸੀਂ ਆਪ ਉਹਨਾਂ ਚੀਜ਼ਾਂ ਤੋਂ ਡਰਦੇ ਆ ਤੇ ਫੇਰ ਵੀ ਨਹੀਂ ਤੁਸੀਂ ਕੱਢ ਸਕਦੇ ਹੈਗੇ। ਓਕੇ, ਸੋ ਤੀਸਰੀ ਚੀਜ਼ ਆ, ਸਾਨੂੰ ਉਹਨਾਂ ਤੋਂ ਡਰ ਆਉਂਦਾ ਆ, ਪਰ ਸਾਨੂੰ ਉਹਦੇ ਵਿੱਚ ਨੇਚਰ ਦੇ ਵਿੱਚ ਖੜਾ ਹੋਣਾ ਸਿੱਖਣਾ ਪੈਣਾ ਆ। ਸੋ ਇੱਥੇ ਜੇ ਅਸੀਂ ਡਰਦੇ ਹਾਂ ਫਿਰ ਅਸੀਂ ਉਹਨਾਂ ਚੀਜ਼ਾਂ ਨਾਲ ਡੀਲ ਨਹੀਂ ਕਰਨਾ ਹੈਗਾ, ਤੇ ਹੋਰ ਕਿਸੇ ਨੂੰ ਡੀਲ ਕਰ ਲੈਂਦੇ ਹਾਂ। ਓਕੇ, ਸੋ ਇੱਥੇ 3 ਚੀਜ਼ਾਂ ਜਿਹੜੀਆਂ ਮੇਨ ਚੀਜ਼ਾਂ, ਹੋਰ ਵੀ ਹੋ ਸਕਦੀਆਂ, ਮੈਂ ਕਹਿੰਦਾ ਨਹੀਂ ਇਹ ਸਾਰੀ ਪੂਰੀ ਲਿਸਟ ਆ, ਪੂਰੀ ਲਿਸਟ ਨਹੀਂ ਹੈਗੀ। ਇਹ 3 ਚੀਜ਼ਾਂ ਜਿਹੜੀਆਂ ਨੋਰਮਲੀ ਆਪਾਂ ਦੇਖਦੇ ਹਾਂ, ਇਹਨਾਂ ਦੇ ਕਾਰਨ ਅਸੀਂ ਇਹ ਚੀਜ਼ਾਂ ਨਾਲ ਡੀਲ ਨਹੀਂ ਕਰ ਸਕਦੇ ਹੈਗੇ। ਸੋ ਇਹ 3 ਚੀਜ਼ਾਂ ਪਹਿਲਾਂ ਅਸੀਂ ਆਪਣੀਆਂ ਚੈੱਕ ਕਰਨੀਆਂ, ਫਿਰ ਆਪਾਂ 3 ਚੀਜ਼ਾਂ ਹੋਰ ਦੇਖਣੀਆਂ ਅਸੀਂ ਕਾਹਤੇ ਨਹੀਂ ਕੱਢ ਸਕਦੇ ਹੈਗੇ। ਓਕੇ, 3 ਚੀਜ਼ਾਂ ਅਸੀਂ ਦੇਖਣੀਆਂ ਅਸੀਂ ਕਾਹਤੇ ਨਹੀਂ ਕੱਢ ਸਕਦੇ, ਉਹਦਾ ਕੀ ਕਾਰਨ ਆ। ਕਈ ਵਾਰੀ ਕਈਆਂ ਨੇ ਭੈਣ ਭਰਾਵਾਂ ਨੇ ਆਉਣਾ, ਆਪਣੀ ਚਰਚ ਵਿੱਚ ਆਉਣਾ, ਉਹ ਆਪਣੇ ਘਰ ਆ ਸਕਦੇ ਆ, ਕਹਿੰਦੇ ਜੀ ਸਾਡੇ ਵਿੱਚ ਦੁਰਸ਼ ਆਤਮਾ, ਪਲੀਜ਼ ਸਾਡੇ ਵਾਸਤੇ ਪ੍ਰੇ ਕਰੋ ਤੇ ਸਾਡੇ ਵਿੱਚੋਂ ਨਿਕਲ ਜਾਵੇ। ਸੋ ਫਿਰ ਉਹਦੇ ਵਿੱਚ ਅਸੀਂ ਪ੍ਰੇ ਕਰਦੇ ਹਾਂ, ਪਰ ਉਹ ਜਾਂਦਾ ਨਹੀਂ ਹੈਗਾ। ਓਕੇ, ਉਹਦੇ 3 ਕਾਰਨ ਹੋ ਸਕਦੇ ਆ। ਉਹਦੇ ਪਹਿਲਾ ਕਾਰਨ ਇਹ ਹੁੰਦਾ, ਹੋ ਸਕਦਾ ਸਾਡੇ ਕੋਲ ਨੇਚਾ ਨਾ ਹੋਵੇ। ਓਕੇ, ਆਪਾਂ ਪਹਿਲੀ ਵਾਰੀ ਦੇਖਦੇ ਸੀ ਇਹ ਚੀਜ਼ਾਂ ਸਾਰੀਆਂ ਨੇਚਾ ਦੇ ਨਾਲ ਹੁੰਦੀਆਂ। ਜਦੋਂ ਅਸੀਂ ਹੁਕਮ ਦਿੰਦੇ ਆ ਉਹਦੇ ਨਾਲ ਉਹ ਹਰ ਵੇਲੇ ਇੱਦਾਂ ਹੀ ਕਹਿੰਦੇ ਅਸੀਂ ਨਹੀਂ ਜਾਣਾ ਹੈਗਾ, ਜੋ ਮਰਜ਼ੀ ਤੂੰ ਕਰ ਲਾ, ਅਸੀਂ ਨਹੀਂ ਜਾਣਾ ਹੈਗਾ। ਓਕੇ, ਸੋ ਸਾਨੂੰ ਇਹ ਦੇਖਣਾ ਪੈਣਾ ਵੀ ਸਾਡੇ ਕੋਲ ਨੇਚਾ ਹੈਗੀ ਆ।
ਮੈਂ ਕਿਸੇ ਪਾਸਟਰ ਦੀ ਗੱਲ ਕਰਦਾ, 1950s ਦੀ ਗੱਲ ਆ। ਉਹਨੂੰ ਯਿਸੂ ਮਸੀਹ ਨੇ ਆਪ ਦਰਸ਼ਨ ਦਿੱਤਾ। ਉਹਨੂੰ ਕਹਿੰਦਾ ਆਪਣੇ ਹੱਥ ਬਾਹਰ ਨੂੰ ਕਰ, ਹੱਥ ਏਦਾਂ ਮੋਹਰ ਨੂੰ ਕੀਤੇ। ਜਦ ਹੱਥ ਮੋਹਰ ਨੂੰ ਕੀਤੇ, ਜੀਸਸ ਨੇ ਆਪਣੇ ਉਂਗਲੀਆਂ ਉਹਦੇ ਹੱਥਾਂ ਉੱਤੇ ਰੱਖੀਆਂ। ਕਹਿੰਦਾ ਅੱਜ ਤੋਂ ਲਾ ਕੇ ਜੇ ਤੇ ਕੋ ਕੋਈ ਵੀ ਜਿਹਦੇ ਵਿੱਚ ਦੁਰਸ਼ ਆਤਮਾ ਹੋਊਗਾ ਤੇ ਕੋ ਆਊਗਾ, ਤੂੰ ਕਹਿੰਦਾ ਉਹਨਾਂ ਦੀ ਛਾਤੀ ਉੱਤੇ ਹੱਥ ਰੱਖੀ ਤੇ ਇੱਕ ਉਧਰੋਂ ਬੈਕ ਉੱਤੇ ਹੱਥ ਰੱਖੀ, ਤੇ ਕਹਿੰਦਾ ਜੇ ਉਹਨਾਂ ਵਿੱਚ ਭੂਤ ਹੋਇਆ ਤੇ ਤੇਰੇ ਬੋਲ ਅੰਗ ਕਹਿੰਦਾ ਤੇਰੇ ਹੱਥਾਂ ਦੇ ਵਿੱਚ ਆ ਕੇ ਲੱਗੂਗਾ, ਫਿਰ ਤੈਨੂੰ ਪਤਾ ਲੱਗ ਜਾਣਾ ਉਹਦੇ ਵਿੱਚ ਭੂਤ ਹੈ। ਕਈ ਵਾਰੀ ਬਿਮਾਰੀ ਦਾ ਤਾਂ ਭੂਤ ਦਾ ਪਤਾ ਨਹੀਂ ਲੱਗਦਾ ਹੈਗਾ, ਤੇ ਜੇ ਉਹ ਬੋਲਣ ਨਾ ਤਾਂ ਫਿਰ ਉਹ ਕਹਿੰਦਾ ਵੀ ਤੈਨੂੰ ਇਦਾਂ ਪਤਾ ਲੱਗ ਜਾਣਾ। ਉਹ ਕਹਿੰਦਾ ਠੀਕ ਆ। ਤੇ ਸੱਚੀ ਜਦੋਂ ਵੀ ਉਹਨੂੰ ਪ੍ਰੇ ਕਰਦੇ ਹੋਣਾ, ਉਹਨੇ ਜਦੋਂ ਹੱਥ ਰੱਖਣਾ ਤੇ ਉਹਨੂੰ ਉਦੋਂ ਹੀ ਪਤਾ ਲੱਗ ਜਾਣਾ, ਫਿਰ ਉਹਨੇ ਯਿਸੂ ਮਸੀਹ ਨਾਲ ਹੁਕਮ ਦੇਣਾ, ਭੂਤ ਨੇ ਉਦੋਂ ਹੀ ਛੱਡ ਕੇ ਚੱਲ ਜਾਣਾ। ਤੇ ਇੱਕ ਵਾਰੀ ਬਹੁਤ ਵੱਡੀ ਮੀਟਿੰਗ ਹੁੰਦੀ ਆ, ਤੇ ਉਹ ਉੱਥੇ ਪ੍ਰਚਾਰ ਕਰਕੇ ਹਟਿਆ ਆ, ਤੇ ਉੱਥੇ ਲੋਕਾਂ ਵਾਸਤੇ ਪ੍ਰੇ ਕਰਦਾ ਹੈ। ਉਦੋਂ ਲਾਈਨਾਂ ਲੱਗੀਆਂ ਹੁੰਦੀਆਂ ਸੀ, ਲਾਈਨ ਲੱਗੀ ਆ ਤਾਂ ਪ੍ਰੇ ਕਰਦਾ ਆ। ਤੇ ਉਹ ਇੱਕ ਆਦਮੀ ਵਾਸਤੇ ਪ੍ਰੇ ਕਰਨ ਲੱਗਾ ਜਿਹੜਾ 6 ਫੁੱਟ ਤੋਂ ਵੀ ਜ਼ਿਆਦਾ ਉੱਚਾ ਸੀਗਾ। ਤੇ ਉਹ ਜਦੋਂ ਆਉਂਦੇ ਸੀ, ਉਹ ਪਹਿਲਾਂ ਪੁੱਛਦਾ ਹੁੰਦਾ ਸੀ ਵੀ ਤੁਹਾਡੀ ਕੀ ਬਿਮਾਰੀ ਆ। ਤੇ ਉਹਨੂੰ ਪੁੱਛਦਾ ਵੀ, ਕਹਿੰਦਾ ਭਾਗ ਵੀ ਤੁਹਾਡੀ ਕੀ ਬਿਮਾਰੀ ਆ। ਉਹ ਕਹਿੰਦਾ ਜੀ ਮੇਰੀ ਢੂਈ ਦੇ ਵਿੱਚ ਕੈਂਸਰ ਹੋਇਆ ਆ, ਡਾਕਟਰ ਕਹਿੰਦੇ ਵੀ ਅਸੀਂ ਇਹਦੇ ਬਾਰੇ ਕੁਝ ਨਹੀਂ ਕਰ ਸਕਦੇ ਹੈਗੇ। ਕਹਿੰਦਾ ਵੀ ਤੁਸੀਂ ਮੇਰੇ ਵਾਸਤੇ ਪ੍ਰੇ ਕਰੋ, ਮੈਂ ਹੀਲ ਹੋ ਜਾਵਾਂ। ਤੇ ਉਹ ਜਦੋਂ ਉਹਦੇ ਉੱਤੇ ਹੱਥ ਰੱਖਿਆ, ਉਸੇ ਵੇਲੇ ਉਹ ਜਿਹੜਾ ਦੁਰਸ਼ ਆਤਮਾ ਸੀਗਾ, ਉਹ ਬਿਮਾਰੀ ਕੈਂਸਰ ਦੀ ਨਹੀਂ ਸੀ, ਉਹ ਦੁਰਸ਼ ਆਤਮਾ ਨੇ ਲੈ ਕੇ ਆਂਦੀ ਸੀਗੀ, ਤੇ ਉਹਦੇ ਅੰਦਰ ਹੱਥਾਂ ਦੇ ਵਿੱਚ ਉਹ ਬੋਲ ਅੰਗ ਆ ਕੇ ਲੱਗਦਾ। ਉਹਨੂੰ ਪਤਾ ਲੱਗ ਗਿਆ ਵੀ ਦੁਰਸ਼ ਆਤਮਾ। ਹੁਣ ਕਿਹਾ ਵੀ ਆਹ ਤਾਂ ਸਕਾਲਾ ਹੀ ਆ। ਤੇ ਉਹ ਪਿਛਾ ਹਟ ਕੇ ਦੋ ਪੈਰ, ਤੇ ਉਹਨੂੰ ਹੁਕਮ ਦਾ ਕਹਿੰਦਾ ਦੁਰਸ਼ ਆਤਮਾ ਮੈਂ ਤੈਨੂੰ ਯਿਸੂ ਮਸੀਹ ਨੂੰ ਹੁਕਮ ਦਿੰਦਾ, ਇਹਨੂੰ ਛੱਡ ਕੇ ਚੱਲ ਜਾ। ਫਿਰ ਉਹ ਭਰਾ ਨੂੰ ਕਹਿੰਦਾ ਆ, ਹੁਣ ਕਹਿੰਦਾ ਆਪਣੀ ਪੈਰਾਂ ਨੂੰ ਹੱਥ ਲਾ ਕੇ ਦੇਖ ਤੇ ਢੂਈ ਮੁੜਦੀ ਕਿ ਨਹੀਂ। ਉਹਨੇ ਕੋਸ਼ਿਸ਼ ਕੀਤੀ ਪਰ ਉਹਦੀ ਢੂਈ ਮੁੜੀ ਨਾ। ਫੇਰ ਗਿਆ ਉਹਦੇ ਕੋਲ, ਫੇਰ ਜਾ ਕੇ ਹੱਥ ਰੱਖੇ, ਸ਼ੈਤਾਨ ਫੇਰ ਉੱਥੇ। ਉਹਨੇ ਫੇਰ ਹੁਕਮ ਦਿੱਤਾ, ਫੇਰ ਕਹਿੰਦਾ ਯਿਸੂ ਮਸੀਹ ਨਾ ਤੈਨੂੰ ਮੈਂ ਹੁਕਮ ਦਿੰਦਾ, ਇਹਨੂੰ ਛੱਡ ਕੇ ਚੱਲ ਜਾ। ਫਿਰ ਉਹ ਭਰਾ ਨੂੰ ਕਹਿੰਦਾ, ਹੁਣ ਕਹਿੰਦਾ ਆਪਣੇ ਪੈਰਾਂ ਨੂੰ ਹੱਥ ਲਾ ਕੇ ਦੇਖ ਤੇਰੀ ਢੂਈ ਮੁੜਦੀ ਕਿ ਨਹੀਂ। ਉਹ ਫੇਰ ਕਰਦਾ, ਫੇਰ ਨਹੀਂ ਹੁੰਦਾ ਹੈਗਾ। ਫਿਰ ਤੀਸਰੀ ਵਾਰੀ ਕਰਦਾ ਆ, ਫੇਰ ਵੀ ਨਹੀਂ ਹੁੰਦਾ ਹੈਗਾ। ਫਿਰ ਉਹਨੂੰ ਕਹਿੰਦਾ ਤੂੰ ਇੱਥੇ ਬਹਿ ਜਾ, ਕਰਕੇ ਹੋਰ ਲੋਕੀ ਬਹੁਤ ਕਿਊ ਦੇ ਵਿੱਚ ਖੜੇ ਪ੍ਰੇ ਕਰਾਉਣ ਨੂੰ। ਕਹਿੰਦਾ ਤੂੰ ਇੱਥੇ ਬਹਿ ਜਾ, ਮਗਰੋਂ ਕਹਿੰਦਾ ਮੈਂ ਤੇਰੇ ਨਾਲ ਗੱਲ ਕਰੂੰਗਾ। ਤੇ ਉਹ ਦੂਸਰਿਆਂ ਵਾਸਤੇ ਪ੍ਰੇ ਕਰਦਾ। ਉਹਨੇ 5-6 ਜਾਣਿਆਂ ਵਾਸਤੇ ਹੋਰ ਪ੍ਰੇ ਕੀਤੀ, ਬਿਮਾਰਾਂ ਵਾਸਤੇ। ਤੇ ਉਹ ਕਹਿੰਦਾ ਜਦੋਂ ਮੈਂ ਪ੍ਰੇ ਕਰਦਾ ਆ, ਮੈਨੂੰ ਕਹਿੰਦਾ ਸਟੇਜ ਦੇ ਉੱਤੇ, ਮੈਂ ਕਹਿੰਦਾ ਸਟੇਜ ਤੋਂ ਥੱਲੇ ਆਇਆ, ਸਟੇਜ ਦੇ ਉੱਤੇ ਕਹਿੰਦਾ ਜੀਸਸ ਦਿਸਦਾ ਆ। ਕਹਿੰਦਾ ਉਹਨੇ ਕੁਛ ਕਿਹਾ ਨਹੀਂ ਹੋਰ, ਕਹਿੰਦਾ ਸਾਰੇ ਹੋਲ ਦੇ ਵਿੱਚ ਕਿਸੇ ਨੂੰ ਨਹੀਂ ਦਿਸਦਾ ਜੀਸਸ, ਪਰ ਕਹਿੰਦਾ ਮੈਨੂੰ ਦਿਸਦਾ ਆ। ਪਰ ਕਹਿੰਦਾ ਉਹ ਮੇਰੇ ਵੱਲ ਨੂੰ ਇਦਾਂ ਦੇਖਦਾ ਜਿੱਦਾਂ ਮੈਂ ਕੋਈ ਗਲਤੀ ਕੀਤੀ ਹੁੰਦੀ ਹੈ। ਜਦੋਂ ਕਹਿੰਦਾ ਨਿਆਣੇ ਨੇ ਕੋਈ ਗਲਤੀ ਹੁੰਦੀ ਆ, ਆਪਾਂ ਘੂਰ ਕੇ ਦੇਖਦੇ ਹੁੰਦੇ ਆ, ਕਹਿੰਦਾ ਇਦਾਂ ਮੇਰੇ ਵੱਲ ਨੂੰ ਦੇਖਦਾ। ਕਹਿੰਦਾ ਮੈਂ ਜੀਸਸ ਨੂੰ, ਉਹਨੇ ਕੁਛ ਨਹੀਂ ਕਹਿੰਦਾ ਜੀਸਸ ਨੇ ਕਿਹਾ, ਪਰ ਕਹਿੰਦਾ ਮੈਂ ਉਹਨੂੰ ਕਹਿੰਦਾ ਮੈਨੂੰ ਐਂ ਚੇਤਾ ਜੋ ਤੁਸੀਂ ਕਿਹਾ ਸੀ, ਹਲੇ 2 ਹੀ ਸਾਲ ਹੋਏ ਆ, ਮੈਂ ਪਰ ਇਹਨੂੰ ਹੁਕਮ ਦੇਣਾ, ਪਰ ਇਹ ਜਾਂਦਾ ਨਹੀਂ ਹੈਗਾ। ਕਹਿੰਦਾ ਜੀਸਸ ਨੇ ਕੁਛ ਨਹੀਂ ਕਿਹਾ। ਮੈਂ ਕਹਿੰਦਾ ਬਹੁਤ ਬਾਰ-ਬਾਰ ਜੀਸਸ ਨੂੰ ਦੱਸਦਾ ਆ, ਮੈਂ ਇਹਨੂੰ ਹੁਕਮ ਦੇਣਾ, ਇਹ ਜਾਂਦਾ ਨਹੀਂ ਹੈਗਾ। ਮੈਨੂੰ ਇਹ ਚੇਤਾ ਤੁਸੀਂ ਕੀ ਕਿਹਾ ਸੀਗਾ, ਤੁਸੀਂ ਕਿਹਾ ਸੀ ਇਦਾਂ ਹੱਥ ਰੱਖਿਓ, ਫਿਰ ਹੁਕਮ ਦਿਓ, ਫਿਰ ਚੱਲ ਜਾਊਗਾ, ਪਰ ਇਹ ਜਾਂਦਾ ਨਹੀਂ ਹੈਗਾ। ਕਹਿੰਦਾ ਜੀਸਸ ਨੇ ਮੇਰੇ ਵੱਲ ਨੂੰ ਘੂਰ ਕੇ ਫੇਰ ਦੇਖਿਆ। ਉਹ ਕਹਿੰਦਾ ਪਰ ਮੈਂ ਕਿਹਾ ਸੀ ਚੱਲ ਜਾਊਗਾ, ਬਸ ਕਹਿੰਦਾ ਇਦਾਂ ਚੱਲ ਕੇ ਕਹਿ ਕੇ ਉਹ ਚੱਲ ਗਿਆ। ਕਹਿੰਦਾ ਮੈਨੂੰ ਫੇਰ ਨਹੀਂ ਸਮਝ ਲੱਗੀ ਉਹ ਕੀ ਕਹਿੰਦਾ। ਮੈਂ ਹੋਰ ਫੇਰ ਕਹਿੰਦਾ ਪ੍ਰੇ ਕਰਨ ਲੱਗ ਪਿਆ ਦੂਸਰੇ ਲੋਕਾਂ ਵਾਸਤੇ। ਜਦ ਕਹਿੰਦਾ ਮੈਂ ਉਹਨਾਂ ਵਾਸਤੇ ਪ੍ਰੇ ਕਰਨਾ, ਮੇਰੇ ਦਿਮਾਗ ਦੇ ਵਿੱਚ ਕਹਿੰਦਾ ਆ ਗਿਆ। ਕਹਿੰਦਾ ਮੈਂ ਉਹ ਭਰਾ ਨੂੰ ਕਿਹਾ ਉੱਠ ਬਈ। ਉੱਠਿਆ, ਮੈਂ ਕਹਿੰਦਾ ਉੱਤੇ ਹੱਥ ਰੱਖੇ, ਹੱਲੇ ਵੀ ਭੂਤ ਉਹਦੇ ਵਿੱਚ ਸੀਗਾ। ਕਹਿੰਦਾ ਮੈਂ ਪਿੱਛੇ ਨੂੰ ਹੱਥ ਖੜਾ, ਫੇਰ ਖੜਾ ਹੋਇਆ, ਫੇਰ ਕਹਿੰਦਾ ਮੈਨੂੰ ਹੁਕਮ ਦਿੱਤਾ, ਮੈਂ ਯਿਸੂ ਮਸੀਹ ਨਾਲ ਹੁਕਮ ਦਿੰਦਾ ਆ, ਇਹਨੂੰ ਛੱਡ ਕੇ ਚੱਲ ਜਾ। ਕਹਿੰਦਾ ਫੇਰ ਮੈਂ ਉਹਨੂੰ ਕਿਹਾ ਭਾ ਹੁਣ ਪੈਰਾਂ ਨੂੰ ਹੱਥ ਲਾ ਕੇ ਦੇਖ, ਹੁਣ ਲੱਗ ਜਾਣਾ ਆ। ਕਹਿੰਦਾ ਜਦੋਂ ਉਹਨੇ ਲਾਇਆ ਤੇ ਉਹਦੀ ਢੂਈ ਬੈਂਡ ਹੋ ਗਈ, ਤਾਂ ਕਹਿੰਦਾ ਉਹ ਠੀਕ ਸੀ। ਯਾਰ ਕੀ ਫਰਕ ਸੀਗਾ? ਫਰਕ ਇਹ ਸੀਗਾ, ਪਹਿਲਾਂ ਉਹ ਕਹਿੰਦਾ ਸੀ ਦੇਖ ਲੱਗਦਾ ਕਿ ਨਹੀਂ, ਉਹਦੇ ਆਪਣੇ ਮਾਈਂਡ ਦੇ ਵਿੱਚ ਸ਼ੱਕ ਸੀਗੀ, ਇਹ ਚੀਜ਼ਾਂ ਨੇਚਰ ਦੇ ਨਾਲ ਜਾਂਦੀਆਂ ਆ। ਪਰ ਫਿਰ ਹੁਣ ਉਹ ਕਹਿਣ ਲੱਗਾ ਆ ਹੁਣ ਤੂੰ ਲਾ, ਹੁਣ ਲੱਗ ਜਾਣਾ ਆ। ਦੁਰਸ਼ ਆਤਮਾ ਇੰਨੇ ਕਲੈਵਰ ਆ, ਉਹ ਦੇਖਦੇ ਆ ਅਸੀਂ ਨੇਚਰ ਦੇ ਵਿੱਚ ਆ ਕਿ ਬਾਹਰ ਆ। ਮੈਂ ਬਹੁਤ ਵਾਰੀ ਦੇਖਿਆ ਆ,
ਜਦੋਂ ਆਪ ਵੀ ਡੀਲ ਕਰਦਾ ਹੁੰਦਾ। ਓਕੇ, ਇੱਕ ਵਾਰੀ ਮੈਂ ਇੰਡੀਆ ਦੇ ਵਿੱਚ ਗਿਆ ਸੀਗਾ ਤੇ ਉੱਥੇ ਲੜਕੇ ਵਾਸਤੇ ਪ੍ਰੇ ਕਰਦੇ ਸੀ ਜਿਹਦੇ ਵਿੱਚ ਭੂਤ ਸੀ, ਜਾਂਦਾ ਨਹੀਂ ਸੀਗਾ। ਤੇ ਮੈਂ ਜਾ ਕੇ, ਮੈਨੂੰ ਲੈ ਕੇ ਗਏ ਸੀ ਤੇ ਮੈਂ ਜਾ ਕੇ ਜਦੋਂ ਉੱਥੇ ਪ੍ਰੇ ਕੀਤੀ, ਮੈਂ ਜਾਂਦੇ ਨਹੀਂ ਹੁਕਮ ਦਿੱਤਾ, ਮੈਂ ਕਿਹਾ ਯਿਸੂ ਮਸੀਹ ਨਾਲ ਹੁਕਮ ਦਿੰਦਾ ਛੱਡ ਕੇ ਚੱਲ ਜਾ। ਤੇ ਉਹ ਦੁਸ਼ ਆਤਮਾ ਬਹੁਤ ਤਾਕਤ ਦੇ ਨਾਲ ਉਹਦੇ ਵਿੱਚੋਂ ਬੋਲਿਆ, ਤੂੰ ਕੌਣ ਹੁੰਦਾ ਆ? ਤੈਨੂੰ ਪਤਾ ਨਹੀਂ ਮੈਂ ਕੌਣ ਆ? ਮੈਂ ਤਾਂ ਬਹੁਤ ਪ੍ਰਾਣੀ ਆ, ਮੈਨੂੰ ਨਹੀਂ ਕੋਈ ਕਰ ਸਕਦਾ ਹੈਗਾ, ਤੈਨੂੰ ਕੋਈ ਵੱਡਾ ਆਊ ਤਾਂ ਦੇਖਾਂਗੇ। ਇਦਾਂ ਹੀ ਉਹ ਦੂਸਰੇ ਪਾਸਟਰ ਨੂੰ ਕਹਿੰਦਾ ਸੀਗਾ ਤੇ ਉਹ ਫਿਰ ਸੋਚਦੇ ਸੀ ਬਈ ਅਸੀਂ ਪ੍ਰੇ ਥੋੜੀ ਕੀਤੀ ਹੋਣੀ ਆ, ਅਸੀਂ ਬਾਈਬਲ ਥੋੜੀ ਪੜ੍ਹਦੇ ਹੋਣੇ ਆ, ਅਸੀਂ ਵਰਤ ਥੋੜੇ ਰੱਖਦੇ ਹੋਣੇ ਆ, ਸੋ ਸਾਡੇ ਵਿੱਚ ਕੁਝ ਕਮਜ਼ੋਰੀ ਆ। ਪਰ ਮੈਨੂੰ ਵੀ ਉਹਨੇ ਇਦਾਂ ਹੀ ਕਿਹਾ। ਪਰ ਮੈਂ ਸੋਚਿਆ, ਪਹਿਲਾਂ ਮੈਂ ਵੀ ਉਹਨਾਂ ਵਾਂਗ ਸੋਚਦਾ ਸੀ, ਪਰ ਮੈਂ ਫਿਰ ਸੋਚਿਆ, ਮੈਂ ਕਿਹਾ ਬਾਈਬਲ ਕੀ ਆਪਾਂ ਦੱਸਦੀ ਆ, ਜਿਹੜਾ ਤੁਹਾਡੇ ਅੰਦਰ ਵਸਦਾ ਉਹ ਜ਼ਿਆਦਾ ਸ਼ਕਤੀਮਾਨ ਆ ਉਹਦੇ ਨਾਲੋਂ ਜਿਹੜਾ ਦੁਨੀਆ ਦੇ ਵਿੱਚ ਆ। ਫਿਰ ਮੈਂ ਸੋਚਦਾ ਆ ਉਦੋਂ ਤਾਂ ਕੋਈ ਜ਼ਿਆਦਾ ਸ਼ਕਤੀਮਾਨ ਹੀ ਹੈ ਨਹੀਂ, ਯਿਸੂ ਮਸੀਹ ਨਾਲ ਤੋਂ ਜ਼ਿਆਦਾ ਕੋਈ ਸ਼ਕਤੀਮਾਨ ਹੀ ਹੈ ਨਹੀਂ। ਓਕੇ, ਫਿਰ ਮੈਂ ਉਹਨੂੰ ਇਹ ਜਵਾਬ ਦਿੱਤਾ, ਪਰ ਮੈਂ ਤਾਂ ਹੁਕਮ ਦੇਤਾ ਹਾਂ। ਉਹ ਕਹਿੰਦੀ ਨਹੀਂ ਜਾਣਾ ਹੈਗਾ, ਤੂੰ ਕੁਛ ਨਹੀਂ ਕਰ ਸਕਦਾ। ਪਰ ਮੈਂ ਕਿਹਾ ਟੂ ਲੇਟ ਆ, ਮੈਂ ਹੁਣ ਹੁਕਮ ਦੇਤਾ ਆ। ਸੋ ਕੀ ਹੋਇਆ, 10 ਮਿੰਟਾਂ ਤੋਂ ਅੰਦਰ ਅੰਦਰ ਚੀਕ ਮਾਰ ਕੇ ਛੱਡ ਕੇ ਚਲ ਗਏ। ਨੇਚਾ ਦੇ ਵਿੱਚ ਸਾਨੂੰ ਆਉਣਾ ਪੈਂਦਾ ਹੈ, ਉਹ ਸ਼ੱਕ ਦੇ ਵਿੱਚ ਲਿਆਉਣਾ ਚਾਹੁੰਦੇ ਆ। ਬਹੁਤ ਵਾਰੀ ਅਸੀਂ ਸ਼ੱਕ ਦੇ ਵਿੱਚ ਆਨੇ। ਸੋ ਪਹਿਲੀ ਚੀਜ਼ ਜਿਹੜੀ ਸਾਨੂੰ ਦੇਖਣੀ ਪੈਂਦੀ ਹੈ, ਵੀ ਮਸਟ ਬੀ ਇਨ ਫੇਥ। ਨੇਚਾ ਦੇ ਨਾਲ ਸਾਨੂੰ ਹੁਕਮ ਦੇਣਾ ਪੈਣਾ ਹੈ। ਦੂਸਰੀ ਚੀਜ਼ ਜਿਹੜੀ ਇਹਦੇ ਵਿੱਚੋਂ ਆਪਾਂ ਦੇਖਦੇ ਹਾਂ, you can only cast out demons from them who doesn't want to keep them. ਉਹਨਾਂ ਦੇ ਵਿੱਚੋਂ ਭੂਤ ਤੁਸੀਂ ਕੱਢ ਸਕਦੇ ਆ ਜਿਹੜੇ ਉਹਨਾਂ ਨੂੰ ਛੱਡਣਾ ਚਾਹੁੰਦੇ ਆ, ਜਿਹੜੇ ਉਹਨਾਂ ਨੂੰ ਰੱਖਣਾ ਚਾਹੁੰਦੇ ਆ, ਤੁਸੀਂ ਉਹਨਾਂ ਵਿੱਚੋਂ ਨਹੀਂ ਕੱਢ ਸਕਦੇ ਹੈਗੇ। ਕਈ ਵਾਰੀ ਹੈ ਨਾ, ਕਹਿਣਾ ਆਪਾਂ ਜੋ ਸੋਚਣਾ, ਪਰ ਭਾਜੀ ਜਗਦੀਸ਼, ਬ੍ਰਦਰ ਜਗਦੀਸ਼, ਪਾਸਟਰ ਜੀ, ਕੋਈ ਵੀ ਨਹੀਂ ਉਹਨਾਂ ਤੇ ਰੱਖਣਾ ਚਾਹੁੰਦਾ ਹੈਗਾ। ਹਾਲੇ ਤੁਸੀਂ ਦੇਖਿਆ ਨਹੀਂ ਹੈਗਾ, ਕਰਕੇ ਉਹ ਬਹੁਤ ਸ਼ੈਤਾਨ, ਬਹੁਤ ਉਹਨੂੰ ਐਵੇਂ ਨਹੀਂ ਸ਼ੈਤਾਨ ਕਿਹਾ ਜਾਂਦਾ, ਬਹੁਤ ਕਲੇਵਰ ਆ ਉਹ ਕਈ ਵਾਰੀ ਸਾਨੂੰ ਇਦਾਂ ਨਹੀਂ ਕਹਿੰਦੇ ਅਸੀਂ ਭੂਤ ਆ, ਉਹ ਸਾਨੂੰ ਕੋਈ ਰਿਸ਼ਤੇਦਾਰ ਦੀ ਸ਼ਕਲ ਵਿੱਚ ਆ ਜਾਂਦੇ ਆ, ਬਾਬਿਆਂ ਬੂਬਿਆਂ ਦੀ ਸ਼ਕਲ ਦੇ ਵਿੱਚ ਆ ਜਾਂਦੇ ਆ, ਤੇ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ ਉਹਨਾਂ ਦੀ, ਜਿਹੜੇ ਮਰ ਚੁੱਕੇ ਉਹਨਾਂ ਦੀ ਸ਼ਕਲ ਵਿੱਚ ਆ ਜਾਂਦੇ ਆ। ਸਾਨੂੰ ਇਦਾਂ ਲੱਗਦਾ ਹੁੰਦਾ ਜਿੱਦਾਂ ਉਹ ਆ। ਫਿਰ ਕੀ ਹੁੰਦਾ, ਉਹਨਾਂ ਨੂੰ ਰੱਖਣਾ ਚਾਹੁੰਦੇ ਆ। ਅਸੀਂ ਪਹਿਲਾਂ ਜਦੋਂ ਇਹਨਾਂ ਚੀਜ਼ਾਂ ਦੇ ਵਿੱਚ ਪਏ ਸੀ, ਇੱਕ ਭੈਣ ਸੀ, ਉਹਨੂੰ ਬਹੁਤ ਦੌਰੇ ਪੈਂਦੇ ਹੁੰਦੇ ਸੀ, ਬਹੁਤ ਇਹਨਾਂ ਚੀਜ਼ਾਂ ਦੇ ਵਿੱਚ ਫਸੀ ਸੀ। ਅਸੀਂ ਬੜਾ ਟਾਈਮ ਉਹਦੇ ਨਾਲ ਸਪੈਂਡ ਕੀਤਾ। ਅਸੀਂ ਉਹਨੂੰ ਭੂਤ ਨੂੰ ਕੱਢ ਕੇ ਆਉਣਾ ਤੇ ਦੂਸਰੇ ਹਫ਼ਤੇ ਜਦੋਂ ਫੇਰ ਜਾਣਾ, ਉਹਨੇ ਉੱਦਾਂ ਹੀ ਫੇਰ ਹੋਣਾ। ਤੇ ਉਹ ਨਾ ਗੱਲ ਅਸੀਂ ਕਰਕੇ, ਜਿੱਦਾਂ ਮੈਂ ਪਹਿਲਾਂ ਦੱਸਿਆ, ਉਹਨੇ ਗੱਲਾਂ ਸੁਣਨੀਆਂ ਨਹੀਂ, ਅਸੀਂ ਉਹਦੀ ਗੱਲਾਂ ਵੀ ਬੜੀਆਂ ਸੁਣਦੇ ਹੁੰਦੇ, ਜਿਹੜਾ ਭੂਤ ਉਹਨਾਂ ਵਿੱਚੋਂ ਬੋਲਦੀ ਹੁੰਦਾ ਸੀ। ਤਾਂ ਇੱਕ ਦਿਨ ਜਦੋਂ ਸਾਨੂੰ ਇਹਦਾ ਕਿੰਨੇ ਚਿਰ ਕਰਦੇ ਨੂੰ ਹੋ ਗਿਆ, ਤੇ ਮੈਂ ਉੱਦਾਂ ਹੀ ਗਿਆ ਉਹ ਭੈਣ ਦੇ ਕੋਲ, ਤੇ ਮੈਂ ਉਹਨੂੰ ਗੱਲਾਂ ਕਰਨ ਲੱਗਾ। ਮੈਂ ਕਿਹਾ ਭੈਣ ਬਈ ਅਜੀਬ ਗੱਲ ਆ, ਅਸੀਂ ਕੱਢ ਕੇ ਜਾਂਦੇ ਹਾਂ, ਉਹ ਫੇਰ ਮੁੜ ਕੇ ਆ ਜਾਂਦਾ ਆ, ਬਈ ਕੀ ਗੱਲ ਆ, ਤੂੰ ਦੱਸ, ਮੇਰੇ ਨਾਲ ਗੱਲ ਕਰ। ਉਹ ਕਹਿੰਦੀ ਜਗਦੀਸ਼, ਉਹ ਤਾਂ ਮੇਰੀ ਗ੍ਰੈਂਡ ਮਦਰ ਆ, ਮੈਂ ਆਪਣੀ ਗ੍ਰੈਂਡ ਮਦਰ ਨੂੰ ਥੋੜਾ ਘਰੋਂ ਕੱਢਣਾ ਹੈ। ਕੀ ਹੋਇਆ, ਉਹ ਜਿਹੜੀ ਉਹਦੀ ਗ੍ਰੈਂਡ ਮਦਰ ਮਰ ਚੁੱਕੀ ਸੀਗੀ, ਓਕੇ, ਉਹਦੀ ਸ਼ਕਲ ਦੇ ਵਿੱਚ ਬਣ ਕੇ ਭੂਤ ਆਇਆ ਸੀਗਾ। ਉਹਦੇ ਖਿਆਲ 'ਚ ਉਹਦੀ ਗ੍ਰੈਂਡ ਮਦਰ ਆ। ਸੋ ਕੀ ਹੋਇਆ, ਉਹ ਰੱਖਣਾ ਚਾਹੁੰਦੀ ਸੀਗੀ। ਅਸੀਂ ਜ਼ਰੂਰ ਕੱਢਿਆ ਹੁੰਦੇ ਸੀ, ਉਹ ਮੁੜ ਕੇ ਫੇਰ ਆ ਜਾਂਦੀ ਸੀਗੀ, ਕਰਕੇ ਉਹਦੀ ਡੋਰ ਖੁੱਲੀ ਰੱਖਦੀ ਸੀਗੀ। ਸੋ ਇੱਥੇ ਅਸੀਂ ਦੇਖਦੇ ਹਾਂ, ਪਹਿਲਾਂ ਉਹਨਾਂ ਦੀ ਵੇਲ ਚੇਂਜ ਕਰਨੀ ਚਾਹੀਦੀ ਹੈ। ਦੇਖਣਾ ਪੈਣਾ ਬਈ ਉਹ ਛੱਡਣ ਨੂੰ ਤਿਆਰ ਆ, ਉਹਨੇ ਜ਼ਰੂਰ ਧੋਖਾ ਦੇਣਾ, ਉਹਨੇ ਇੱਦਾਂ ਦੱਸਣਾ ਵੀ ਕੋਈ ਪਿਆਰਾ ਆ। ਓਕੇ, ਸੋ ਸਾਨੂੰ ਉਹਨਾਂ ਦੀ ਮਰਜ਼ੀ ਦੇਖਣੀ ਪੈਣੀ ਹੈ। ਤੀਸਰੀ ਚੀਜ਼ ਜਿਹੜੀ ਅਸੀਂ ਇਹਦੇ ਵਿੱਚ ਦੇਖਦੇ ਹਾਂ, ਉਹ ਇਹ ਆ, ਜੇ ਸਾਡੇ ਕੋਲ ਕੋਈ ਚੀਜ਼ ਆ ਜਿਹੜੀ ਦੁਸ਼ ਆਤਮਾ ਦੀ, ਜਿਹੜਾ ਸਾਨੂੰ ਤੰਗ ਕਰਦਾ ਜਾਂ ਸਾਡੇ ਵਿੱਚ ਆ, ਜੇ ਸਾਡੇ ਕੋਲ ਉਹਦੀ ਕੋਈ ਚੀਜ਼ ਆ ਤੇ ਉਹ ਸਾਡੇ ਕੋਲ ਰਹਿ ਸਕਦਾ ਹੈ। ਓਕੇ, ਪਰ ਕਈਆਂ ਨੂੰ ਮੈਨੂੰ ਕਹਿਣਾ, ਅਸੀਂ ਕਾਹਦੇ ਨਾਲ ਇਹ ਚੀਜ਼ ਰੱਖਣੀ ਆ, ਉਹ ਵੀ ਜਾਣ ਕੇ ਨਹੀਂ ਰੱਖਦੇ ਅਸੀਂ। ਓਕੇ, ਕਈ ਵਾਰੀ ਅਸੀਂ
ਉਹ ਕਈ ਵਾਰੀ ਸਾਡੀ ਕੋਈ ਪੂਜਾ ਵਾਲੀ ਚੀਜ਼ ਹੁੰਦੀ ਹੈ, ਕਈ ਵਾਰੀ ਸਾਡੇ ਕੋਲ ਕੋਈ ਤਾਗਾ ਤਵੀਤ ਹੁੰਦਾ ਹੈ, ਡਿਫਰੈਂਟ ਚੀਜ਼ਾਂ ਇੱਦਾਂ ਹੋ ਸਕਦੀਆਂ, ਪਰ ਜਿੰਨਾ ਚਿਰ ਅਸੀਂ ਉਹ ਰੱਖੀ ਹੋਈ ਆ ਤੇ ਉਹਨਾਂ ਦਾ ਹੱਕ ਹੈਗਾ ਸਾਡੇ ਕੋਲ ਰਹਿਣ ਦਾ। ਮੈਂ ਕਈ ਵਾਰੀ ਆਹ ਮਿਸਾਲ ਯੂਜ਼ ਕਰਦਾ ਹੁੰਦਾ, ਇੰਡੀਆ ਦੇ ਵਿੱਚ, ਸੱਚੀ ਗੱਲ ਆ, ਇੰਡੀਆ ਦੇ ਵਿੱਚ ਕੋਈ ਕੋਠੀ ਵੇਚਦਾ ਸੀਗਾ, ਮੈਂ ਕਿਹਾ 10-15 ਸਾਲ ਦੀ ਗੱਲ ਆ, ਕੋਈ ਕੋਠੀ ਵੇਚਦਾ ਸੀ ਜਿਹੜੀ 30,000 ਦੀ, 30 ਲੱਖ ਦੀ ਕੋਠੀ ਸੀਗੀ, ਤੇ ਉਹ 5 ਦੀ ਵੇਚਦਾ ਹੈ। ਤੇ ਕਿਸੇ ਨੇ ਦੇਖਿਆ ਵੀ ਉਹਨੂੰ ਪਸੰਦ ਆਈ, ਤੇ ਉਹ ਕਹਿੰਦਾ ਵੀ, ਉਹਨੇ ਸਿੱਧਾ ਹੀ ਪੁੱਛ ਲਿਆ ਮਾਲਕ ਨੂੰ, ਕਹਿੰਦਾ ਜੀ ਕੋਠੀ ਤੁਹਾਡੀ ਮਹਿੰਗੀ ਹੈ, ਇੰਨੀ ਸਸਤੀ ਕਾਹਦੇ ਵੇਚਦੇ ਆ? ਉਹ ਕਹਿੰਦਾ ਜੀ ਇੱਕ ਸ਼ਰਤ ਆ। ਕਹਿੰਦਾ ਜੀ ਕੀ ਸ਼ਰਤ ਆ? ਉਹ ਕਹਿੰਦਾ ਸ਼ਰਤ ਇਹ ਆ ਬਈ ਆਹ ਕੋਠੀ ਸਾਰੀ ਵੇਚ ਦੇਣੀ ਆ, ਪਾ ਜਿਹੜੀ ਕੀਲੀ ਆ ਇੱਥੇ ਲੱਗੀ ਹੋਈ, ਇਹ ਕੀਲੀ ਮੇਰੀ ਰਹਿਣੀ ਆ, ਇਹ ਕੀਲੀ ਨਹੀਂ ਵੇਚਣੀ ਹੈਗੀ। ਉਹ ਕਹਿੰਦਾ ਇਹਦਾ ਕੀ ਮਤਲਬ ਹੁੰਦਾ? ਕਹਿੰਦਾ ਇਹ ਬਸ, ਕਹਿੰਦਾ ਕੋਠੀ ਸਾਰੀ ਤੁਹਾਡੀ ਹੋਊਗੀ, ਜਿੰਨੀ ਜ਼ਮੀਨ ਵਿੱਚ ਬਣੀ ਉਹ ਵੀ ਤੁਹਾਡੀ ਹੋਊਗੀ, ਪਰ ਕਹਿੰਦਾ ਆਹ ਜਿਹੜੀ ਕੀਲੀ ਆ ਇਹ ਕਹਿੰਦਾ ਮੇਰੀ ਹੋਊਗੀ, ਇਹਦੀ ਇਹਨੂੰ ਹੀ ਕਹਿੰਦਾ ਵੇਚਣੀ ਹੈਗੀ। ਉਹਨੇ ਜਿਹੜੇ ਕਾਗਜ਼ ਸੀਗੇ ਸਾਰੇ ਵਕੀਲ ਨੂੰ ਦਿਖਾਲੇ, ਵਕੀਲ ਨੇ ਵੀ ਇਦਾਂ ਹੀ ਦੱਸਿਆ, ਕਹਿੰਦਾ ਵੀ ਕੋਠੀ ਤੁਹਾਡੀ ਹੋਊਗੀ, ਪਰ ਕਹਿੰਦਾ ਵੀ ਜਿਹੜੀ ਕੀਲੀ ਆ ਇਹਦਾ ਹੱਕ ਆ ਕੀਲੀ ਤੇ, ਕੀਲੀ ਨੂੰ ਇਹਦਾ ਨਾ ਤੁਸੀਂ ਰਿਮੂਵ ਕਰ ਸਕਦੇ ਆ, ਤੇ ਜਦੋਂ ਮਰਜ਼ੀ ਕੀਲੀ ਤੇ ਆ ਕੇ ਚੀਜ਼ ਟੰਗ ਸਕਦਾ ਹੈ। ਤੇ ਉਹ ਸੱਚੀ, ਉਹ ਕਹਿੰਦੇ ਫੇਰ ਵੀ ਉਹਨੇ ਸੋਚਿਆ, ਉਹ ਕਹਿੰਦਾ ਫੇਰ ਬਹੁਤ ਸਸਤੀ ਆ, ਵਕੀਲੀ ਰਹਿਣ ਦੇਵਾਂਗੇ, ਫੇਰ ਕੀ ਹੋ ਗਿਆ? ਓਕੇ ਜੀ, ਉਹਨੇ ਘਰ ਖਰੀਦ ਲਿਆ, ਤੇ ਜਦ ਖਰੀਦ ਲਿਆ ਤਾਂ ਮਹੀਨਾ ਕੁਛ ਨਹੀਂ ਹੋਇਆ, ਮਹੀਨੇ ਕੁ ਬਾਅਦ ਉਹ ਆਇਆ, ਤੇ ਉਹ ਚੁੱਪ ਕੀਤਾ, ਅੰਦਰ ਆ ਗਿਆ, ਆ ਕੇ ਜੀ ਉਹਨੇ ਇੱਕ ਝੋਲਾ ਟੰਗਿਆ ਕੀਲੀ ਤੇ, 2 ਦਿਨਾਂ ਬਾਅਦ ਆਇਆ, ਝੋਲਾ ਲਾ ਕੇ ਲੈ ਗਿਆ। ਇੱਦਾਂ ਹੀ ਕਰਨੀ, ਉਹ 2 ਦਿਨਾਂ ਬਾਅਦ ਆਉਣਾ, ਝੋਲਾ ਟੰਗ ਜਾਣਾ, 2 ਦਿਨਾਂ ਬਾਅਦ ਆ ਕੇ ਚੱਕੇ ਲਾ ਕੇ ਲੈ ਜਾਣਾ। ਉਹ ਕਹਿੰਦੇ ਵੀ ਆਹ ਤਾਂ ਠੀਕ ਨਹੀਂ ਹੈਗਾ, ਬਈ ਆਪਣਾ ਘਰ ਆ, ਜਦੋਂ ਮਰਜ਼ੀ ਆ ਜਾਂਦਾ, ਜਦੋਂ ਮਰਜ਼ੀ ਚੱਲ ਜਾਂਦਾ। ਉਹ ਕਹਿੰਦਾ ਜੀ ਤੁਸੀਂ ਆਪਣੇ ਕਾਗਜ਼ ਪੜ੍ਹ ਕੇ ਦੇਖੋ, ਇੱਦਾਂ ਹੀ ਆਪਾਂ ਲਿਖਾਇਆ ਸੀਗਾ। ਫੇਰ ਕੀ ਹੋਇਆ, ਜੋ 3 ਮਹੀਨੇ ਉਹਨੂੰ ਉੱਥੇ ਰਹਿੰਦੇ ਨੂੰ ਹੋ ਗਿਆ, ਉਹ ਇੱਕ ਵਾਰੀ ਝੋਲਾ ਛੱਡ ਕੇ ਗਿਆ, ਟੰਗ ਕੇ ਆਪਣੀ ਕੀਲੀ ਢੱਕ ਕੇ ਗਿਆ, ਇਹਦੇ ਵਿੱਚ ਮੁਰਗਾ ਸੀ ਮਰਿਆ ਆ। ਤੇ ਉਹ ਕੀ ਹੋਇਆ, ਉਹ ਹੁਣ ਕਰਕੇ ਆਪਣਾ ਮੁਲਕ ਗਰਮਿਆ, ਤੇ ਉੱਥੋਂ ਬਹੁਤ ਜ਼ਿਆਦਾ ਮੁਸ਼ਕ ਆਉਣ ਲੱਗ ਪਿਆ, ਬਹੁਤ ਖਰਾਬ, ਉੱਥੇ ਅੰਦਰ ਨਹੀਂ ਵੜ ਸਕਦੇ ਹੈਗੇ, ਇੰਨਾ ਵਾ। ਤੇ ਉਹਨੇ ਉਹ ਸੱਦਣ ਗਏ, ਕਹਿੰਦੇ ਜੀ ਆਪਣਾ ਝੋਲਾ ਚੱਕੋ ਉੱਥੋਂ। ਉਹ ਕਹਿੰਦਾ ਨਹੀਂ ਜੀ, ਕੀਲੀ ਮੇਰੀ ਆ, ਮੈਂ ਉੱਥੇ ਜੋ ਮਰਜ਼ੀ ਟੰਗ ਸਕਦਾ। ਕੀ ਹੋਇਆ, ਅਖੀਰ ਦੇ ਵਿੱਚ ਉਹਨਾਂ ਨੂੰ ਉਹ ਕੋਠੀ ਛੱਡ ਕੇ ਜਾਣਾ ਪਿਆ। ਇਦਾਂ ਹੀ ਸ਼ੈਤਾਨ ਆ, ਜੇ ਅਸੀਂ ਉਹਨੂੰ ਇੱਕ ਕੀਲੀ ਜੋਗਾ ਜਗ੍ਹਾ ਦੇ ਦਿੰਦੇ, ਉਹਨੂੰ ਵਿਜ਼ਿਟਿੰਗ ਰਾਈਟ ਆ। ਜੇ ਸਾਡੇ ਕੋਲ ਸਾਡੇ ਘਰ ਦੇ ਵਿੱਚ ਕੋਈ ਚੀਜ਼ ਆ, ਉਹ ਆ ਸਕਦਾ ਆ। ਸੋ ਸਾਨੂੰ, ਜੇ ਅਸੀਂ ਚਾਹੁੰਦੇ ਅਸੀਂ ਇਹਨਾਂ ਚੀਜ਼ਾਂ ਤੋਂ ਫ੍ਰੀ ਹੋਈਏ, ਫਿਰ ਸਾਨੂੰ ਉਹਦੀਆਂ ਸਾਰੀਆਂ ਚੀਜ਼ਾਂ ਘਰੋਂ ਚੱਕਣੀਆਂ ਪੈਣੀਆਂ। ਕੋਈ ਚਾਮ ਹੋਵੇ, ਕੋਈ ਤਵੀਤ ਹੋਵੇ, ਕੋਈ ਤਾਗਾ ਹੋਵੇ, ਕੁਛ ਵੀ ਹੋਵੇ, ਉਹ ਜਿੰਨਾ ਚਿਰ ਅਸੀਂ ਕੱਢਦੇ ਨਹੀਂ, ਉਨੀ ਜਾਣਾ ਨਹੀਂ ਹੈਗਾ। ਮੈਨੂੰ ਇੱਕ ਵਾਰੀ ਚੇਤਾ ਆ, ਕੋਈ ਭੈਣ ਸੀ, ਉਹਦੇ ਵਾਸਤੇ ਅਸੀਂ ਬਹੁਤ, ਚਾਚੂ ਨਹੀਂ ਕਦੇ ਆਏ ਸੀ, ਟੈਲੀਫੋਨ ਤੇ ਮੇਰੇ ਤੋਂ ਪ੍ਰੇ ਕਰਾਉਂਦੀ ਹੁੰਦੀ ਸੀ, ਅਸੀਂ ਬਹੁਤ ਪ੍ਰੇ ਕਰਦੇ ਸੀ, ਪਰ ਉਹ ਠੀਕ ਨਹੀਂ ਹੁੰਦੀ ਸੀਗੀ। ਤੇ 2-3 ਮਹੀਨੇ ਮੈਂ ਪ੍ਰੇ ਕਰਦਾ ਰਿਹਾ, ਤੇ ਮੈਂ ਉਹਨੂੰ ਕਈ ਵਾਰੀ ਪੁੱਛਿਆ ਤੁਹਾਡੇ ਘਰ ਕੋਈ ਤਾਗਾ ਤਵੀਤ ਹੋਊ, ਜਾਂ ਹੋਰ ਕੋਈ ਬੁੱਤ ਹੋਊਗਾ, ਜਾਂ ਇੱਦਾਂ ਦੀ ਕੋਈ ਚੀਜ਼ ਹੋਊਗੀ, ਪੂਜਾ ਵਾਲੀ ਚੀਜ਼ ਹੋਊਗੀ? ਨਹੀਂ ਜੀ ਪਾਸਟਰ ਜੀ, ਕੁਛ ਨਹੀਂ, ਮੈਂ ਸਾਰਾ ਘਰ ਸਾਫ਼ ਕਰਤਾ ਸੀ, ਕੁਛ ਨਹੀਂ ਹੈਗਾ। ਮੈਂ ਕਿਹਾ ਵੀ ਫਿਰ ਤੁਹਾਨੂੰ ਇੱਥੇ ਆਉਣਾ ਪੈਣਾ। ਮੈਂ ਕਿਹਾ ਵੀ ਹੈ ਨਾ, ਕਹਿੰਦੀ ਨਹੀਂ ਮੈਂ ਆ ਨਹੀਂ ਸਕਦੀ, ਫਲਾਣੀ ਚੀਜ਼ ਦੂਰ ਬਹੁਤ ਰਹਿੰਦੀ ਹੈ, ਇੱਦਾਂ ਜਾਂ ਇੱਦਾਂ। ਮੈਂ ਕਿਹਾ ਸੌਰੀ, ਫਿਰ ਅਸੀਂ ਕੁਛ ਨਹੀਂ ਕਰ ਸਕਦੇ, ਕੋਈ ਚੀਜ਼ ਹੈਗੀ ਆ, ਸਾਨੂੰ ਪਤਾ ਨਹੀਂ ਕੀ ਆ, ਤਾਂ ਹੀ ਉਹ ਚੀਜ਼ਾਂ ਨਹੀਂ ਜਾਂਦੀਆਂ ਹੈਗੀਆਂ। ਤੇ ਅਖੀਰ ਦੇ ਵਿੱਚ ਕਹਿੰਦੀ ਮੈਂ ਆਊਂਗੀ। ਮੈਂ ਕਿਹਾ ਠੀਕ ਹੈ। ਉਹ ਆਈ, ਜਦੋਂ ਆਈ ਤਾਂ ਮੀਟਿੰਗ ਦੇ ਵਿੱਚ, ਮੀਟਿੰਗ ਤੋਂ ਬਾਅਦ ਮੈਂ ਪ੍ਰੇ ਕੀਤੀ, ਪ੍ਰੇ ਕਰਨ ਲੱਗਾ ਤਾਂ ਮੈਂ ਫਿਰ ਪੁੱਛਿਆ, ਮੈਂ ਕਿਹਾ ਤੁਸੀਂ ਠੀਕ ਨਹੀਂ ਹੋਈ? ਕਹਿੰਦੀ ਠੀਕ ਨਹੀਂ ਹੋਈ ਹੈਗੀ। ਤੇ ਮੈਂ ਉੱਥੇ ਇੱਕ ਭੈਣ, ਇੱਕ ਲੜਕੀ ਸੀਗੀ, ਤੇ ਉਹਦੇ ਕੋਲ ਗਿਫਟ ਸੀਗੀ ਜਿਹਨੂੰ ਚੀਜ਼ਾਂ ਦੇ ਪ੍ਰਭੂ ਦਿਖਾ ਦਿੰਦਾ ਸੀ। ਮੈਂ ਉਹਨੂੰ ਕਿਹਾ, ਮੈਂ ਕਿਹਾ ਇਹਨੂੰ ਇੱਕ ਪਾਸੇ ਲੈ ਜਾ, ਇਹਦੇ ਵਾਸਤੇ ਪ੍ਰੇ ਕਰ, ਜੋ ਵੀ ਤੈਨੂੰ ਪ੍ਰਭੂ ਦਿਖਾਊਗਾ ਆ ਕਾਗਜ਼ ਉੱਤੇ ਲਿਖ ਕੇ ਮੇਰੇ ਕੋਲ ਲੈ। ਕਹਿੰਦੀ ਹਾਂਜੀ ਪਾਸਟਰ ਜੀ। ਤੇ ਉਹ ਲੈ ਗਈ ਇੱਕ ਥਾਂ ਜਾ ਕੇ। ਮੈਂ ਹੋਰ ਨਾ ਲੋਕਾਂ ਨਾਲ ਡੀਲ ਕਰਦਾ, ਤੇ ਉਹ ਨਾ ਜਾ ਕੇ ਉਹਨੂੰ ਪ੍ਰੇ ਕੀਤੀ। 15 ਮਿੰਟਾਂ ਬਾਅਦ ਉਹ ਮੁੜ ਕੇ ਆਈ, ਤੇ ਉਹ ਮੈਨੂੰ ਦੱਸਿਆ, ਉਹ ਕਹਿੰਦੀ, ਮੈਂ ਕਿਹਾ ਵੀ ਕੀ ਦਿਖਾ ਲਿਆ ਤੁਹਾਨੂੰ? ਉਹ ਕਹਿੰਦੀ ਜਿਹੜੀ ਇਹਨੇ ਮੁੰਦੀ ਪਾਈ ਆ, ਇਹ ਚਾਮ ਕੀਤੀ ਹੋਈ ਆ, ਇਹਦੇ ਜਾਦੂ ਟੂਣਾ ਕੀਤਾ ਆ ਉੱਤੇ। ਓਕੇ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਕਿੱਥੋਂ ਲਈ ਸੀ?
ਕਹਿੰਦੀ ਜੀ ਮੈਨੂੰ ਕਿਸੇ ਨੇ ਦਿੱਤੀ ਸੀਗੀ, ਖਰੀਦੀ ਸੀ ਕਿਸੇ ਜਾਦੂ ਟੂਣਾ ਵਾਲੇ ਕਾਰਡ ਨੂੰ ਕਹਿ ਸਕਦੇ ਹਾਂ, ਜਾਂ ਜਿਹਨੂੰ ਵੀ ਰੱਖ ਲਓ, ਚਾਮ ਵਾਲੇ ਨੂੰ ਕਹਿ ਸਕਦੇ ਹਾਂ, ਉਹਨਾਂ ਦੇ ਕੋਲ ਖਰੀਦੀ ਸੀ। ਤੇ ਉਹ ਕਹਿੰਦੇ ਸੀ ਜੇ ਤੂੰ ਪਾ ਕੇ ਰੱਖੀ ਤੂੰ ਬਹੁਤ ਲੱਕੀ ਰਹੂੰਗੀ। ਪਰ ਕੀ ਸੀਗਾ ਉਹਦੇ ਨਾਲ? ਦੁਰਸ਼ ਆਤਮਾ ਸੀ, ਤਾਕਤ ਵੀਤਵੰਗ ਸੀਗੀ। ਫਿਰ ਉਹਨੇ ਉਹ ਲਾਈ। ਫਿਰ ਮੈਂ ਕਿਹਾ ਹੋਰ ਵੀ ਕੁਛ ਸੀਗਾ? ਉਹ ਕਹਿੰਦੀ ਹਾਂਜੀ, ਇਹਨਾਂ ਦੇ ਘਰ ਬੁੱਤ ਰੱਖਿਆ ਆ, ਉਹਦੇ ਥਾਣੀ ਵੀ ਆਉਂਦਾ ਸ਼ੈਤਾਨ। ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਅਸੀਂ ਤਾਂ ਕਦੇ ਗਏ ਨਹੀਂ, ਲੜਕੀ ਵੀ ਨਹੀਂ ਕਦੇ ਗਈ ਤੁਹਾਡੇ ਘਰ, ਹੈਗਾ ਆ? ਕਹਿੰਦੀ ਹਾਂਜੀ। ਮੈਂ ਕਿਹਾ ਤੁਸੀਂ ਤੇ ਕਹਿੰਦੇ ਕੁਛ ਨਹੀਂ ਹੈਗਾ। ਕਹਿੰਦੀ ਮੈਂ ਕਿਹਾ ਉਦਾਂ ਹੀ ਆ। ਓਕੇ, ਸੋ ਕੀ ਹੋਇਆ? ਉਹਦਾ ਕਾਰਨ ਸੀਗਾ, ਜੇ ਸਾਡੇ ਕੋਲ ਕੋਈ ਉਹਨਾਂ ਦੀ ਚੀਜ਼ ਹੈਗੀ ਆ, ਉਹ ਵਿਜ਼ਿਟਿੰਗ ਰਾਈਟਸ ਹੈਗੇ ਆ ਸਕਦੇ ਆ। ਸੋ ਇਹ ਜਿਹੜੀਆਂ ਚੀਜ਼ਾਂ ਆਪਾਂ ਥੋੜ੍ਹੀਆਂ ਸ਼ੇਅਰ ਕੀਤੀਆਂ, ਇਹਦੇ ਵਿੱਚੋਂ ਆਪਾਂ ਨੂੰ ਪਤਾ ਲੱਗਦਾ ਆ ਬਈ ਸਾਨੂੰ ਕਈ ਵਾਰੀ ਕੁਛ ਕਰਨਾ ਪੈਣਾ ਆ। ਇੱਕ ਬਹੁਤ ਖਾਸ ਚੀਜ਼ ਹੈ ਜਿਹੜੀ ਮੈਂ ਦੱਸਣੀ ਚਾਹੁੰਦਾ, ਉਹ ਇਹ ਆ, ਆਪਾਂ ਮਤੀ ਦੀ ਕਿਤਾਬ ਵਿੱਚੋਂ ਪੜ੍ਹਦੇ ਹਾਂ, ਉਹਦਾ 12ਵਾਂ ਚੈਪਟਰ ਤੇ ਉਹਦੀ 43 ਆਇਤ ਤੇ 40 to 45, 43, 44, 45, 12, 43, 44, 45 ਆਇਤ ਪੜ੍ਹਾਂਗੇ ਆਪਾਂ। ਮੈਥਿਊ ਚੈਪਟਰ 12 ਉਹਦਾ 43, 44 and 45, ਮਤੀ ਉਹਦਾ ਚੈਪਟਰ 12, 43, 44 ਤੇ 45। ਪਰ ਜਾਂ ਭ੍ਰਿਸ਼ਟ ਆਤਮਾ ਮਨੁੱਖ ਤੋਂ ਨਿਕਲ ਗਿਆ ਹੋਵੇ ਤਾਂ ਸੁੱਕੀਆਂ ਥਾਵਾਂ ਵਿੱਚ ਆਰਾਮ ਭਾਲਦਾ ਫਿਰਦਾ ਹੈ, ਪਰ ਨਹੀਂ ਲੱਭਦਾ। ਤਦ ਉਹ ਆਖਦਾ ਹੈ ਕਿ ਮੈਂ ਆਪਣੇ ਘਰ ਜਿੱਥੋਂ ਨਿਕਲਿਆ ਸੀ ਮੁੜ ਜਾਵਾਂਗਾ, ਅਤੇ ਆਣ ਕੇ ਉਹਨੂੰ ਵਿਹਲਾ ਅਤੇ ਝਾੜਿਆ ਸਵਾਰਿਆ ਹੋਇਆ ਵੇਖਦਾ ਹੈ। ਤਦ ਉਹ ਜਾ ਕੇ ਹੋਰ 7 ਆਤਮਾ ਆਪਣੇ ਨਾਲੋਂ ਵੀ ਭੈੜੇ ਸੰਗ ਲਿਆਉਂਦਾ ਹੈ, ਅਤੇ ਉਹ ਅੰਦਰ ਵੜ ਕੇ ਉੱਥੇ ਵਸਦੇ ਹਨ। ਤਾਂ ਉਸ ਮਨੁੱਖ ਦਾ ਪਿਛਲਾ ਹਾਲ ਪਹਿਲੇ ਨਾਲੋਂ ਬੁਰਾ ਹੁੰਦਾ ਹੈ। ਇਸ ਬੁਰੀ ਪੀੜ੍ਹੀ ਦੇ ਲੋਕਾਂ ਦਾ ਵੀ ਠੀਕ ਇਹੋ ਜਿਹਾ ਹਾਲ ਹੋਵੇਗਾ। ਆਮੀਨ। ਸੋ ਇੱਥੇ ਜੀਸਸ ਕਹਾਣੀ ਦੱਸਦਾ ਆ, ਉਹ ਕਹਿੰਦਾ ਜਦੋਂ ਭੂਤ ਕਿਸੇ ਵਿੱਚੋਂ ਨਿਕਲ ਜਾਂਦਾ ਆ, ਉਹ ਫਿਰ ਸੁੱਕਿਆਂ ਜਗ੍ਹਾ ਦੇ ਵਿੱਚ ਨਹੀਂ ਜਾਂਦਾ ਆ, ਜਿਨ੍ਹਾਂ ਵਿੱਚ ਲਾਈਫ ਨਹੀਂ ਹੁੰਦੀ ਹੈਗੀ। ਓਕੇ, ਉਹਨਾਂ ਨੂੰ ਕੋਈ ਘਰ ਨਹੀਂ ਲੱਭਦਾ ਜਿੱਥੇ ਉਹ ਰਹਿ ਸਕਣ। ਉਹ ਟੋਲਦੇ ਆ, ਕਰਕੇ ਜੇ ਇਸ ਦੁਨੀਆ ਦੇ ਵਿੱਚ ਉਹ ਨਹੀਂ ਰਹਿਣਾ ਆ, ਉਹਨਾਂ ਦੇ ਕੋਲ ਘਰ ਚਾਹੀਦਾ। ਘਰ ਕੀ ਚਾਹੀਦਾ? ਕੋਈ ਬੋਡੀ ਚਾਹੀਦੀ ਆ। ਓਕੇ, ਜਿਹੜੀ ਜੀਂਦੀ ਚੀਜ਼ ਆ ਉਹ ਚਾਹੀਦੀ ਆ। ਆਤਮਿਕ ਦੁਨੀਆ ਦੇ ਵਿੱਚ ਜੇ ਉਹਨੇ ਆਪਣੇ ਆਪ ਨੂੰ ਸ਼ੋਅ ਕਰਨਾ ਆ, ਫਿਰ ਉਹਨਾਂ ਨੂੰ ਕੋਈ ਸਰੀਰ ਚਾਹੀਦਾ ਆ। ਉਹਨਾਂ ਨੂੰ ਕੋਈ ਲੱਭਦਾ ਨਹੀਂ ਹੈਗਾ। ਫਿਰ ਉਹ ਕਹਿੰਦੇ ਆ ਨਾ, ਅਸੀਂ ਮੁੜ ਕੇ ਫਿਰ ਜਿਹਦੇ ਵਿੱਚੋਂ ਨਿਕਲੇ ਸੀ ਉੱਥੇ ਹੀ ਚੱਲ ਜਾਂਦੇ ਆ। ਉਹਨੂੰ ਆਪਣਾ ਘਰ ਸਾਧਦੇ ਆ, ਆਪਣੇ ਘਰੇ ਹੀ ਮੁੜ ਕੇ ਕਹਿੰਦਾ ਚੱਲ ਜਾਂਦੇ ਆ। ਜਦੋਂ ਉਹ ਜਾਂਦੇ ਆ ਤੇ ਉਹਨੇ ਜੀਵਨ ਆਪਣਾ ਸੁਧਾਰਿਆ ਹੁੰਦਾ, ਹੁਣ ਕਲੀਨ ਹੋਏ ਹੁੰਦੇ, ਸਾਫ਼ ਹੋਏ ਹੁੰਦੇ ਆ। ਪਰ ਕੀ ਕੀਤਾ ਉਹਨੇ? ਸਾਫ਼ ਜ਼ਰੂਰ ਹੋਏ, ਕਲੀਨ ਜ਼ਰੂਰ ਹੋਏ ਆ, ਪਰ ਉਹਨਾਂ ਦੇ ਅੰਦਰ ਉਹਨੇ ਕੋਈ ਵੀ ਇੰਤਜ਼ਾਮ ਨਹੀਂ ਕੀਤਾ ਜਿਹਦੇ ਨਾਲ ਉਹਨਾਂ ਨੂੰ ਬੰਦ ਕਰ ਸਕਣ ਮੁੜ ਕੇ ਆਉਂਦੇ ਹਨ। ਉਹ ਫਿਰ ਕੀ ਕਰਦਾ? ਜਿਹੜੀ ਈਵਲ ਸਪਿਰਿਟ ਸੀ, ਦੁਰਸ਼ ਆਤਮਾ ਸੀ, ਉਹ ਇਕੱਲਾ ਆਪ ਨਹੀਂ ਵਾਪਸ ਆਉਂਦਾ ਹੈਗਾ, ਪਰ ਉਹ 7 ਹੋਰ ਨੂੰ ਵੀ ਨਾਲ ਲੈ ਆਉਂਦਾ ਹੈ। ਸੋ ਪਹਿਲੀ ਚੀਜ਼ ਜੋ ਇੱਥੇ ਆਪਾਂ ਨੂੰ ਦੇਖਣੀ ਪੈਂਦੀ ਉਹ ਇਹ ਆ ਬਈ ਜਿਹਦੇ ਵਿੱਚੋਂ ਅਸੀਂ ਭੂਤ ਕੱਢਣਾ ਆ, ਅਸੀਂ ਉਹਨਾਂ ਨੂੰ ਵਰਸ ਕੰਡੀਸ਼ਨ ਵਿੱਚ ਤਾਂ ਨਾ ਰਹਿਣ ਦੇਵਾਂਗੇ। ਮੈਂ ਬਹੁਤ ਵਾਰੀ ਕਈਆਂ ਦੇ ਵਿੱਚੋਂ ਭੂਤ ਕੱਢੇ ਨਹੀਂ ਹੈਗੇ ਕਰਕੇ ਉਹ ਤਿਆਰ ਨਹੀਂ ਸੀਗੇ ਯਿਸੂ ਮਸੀਹ ਨੂੰ ਮੰਨਣ ਨੂੰ, ਆਪਣੇ ਘਰ ਦੇ ਵਿੱਚ ਯਿਸੂ ਮਸੀਹ ਨੂੰ ਸੱਦਣ ਨੂੰ। ਕਰਕੇ ਜੇ ਮੈਂ ਕੱਢ ਦਿੰਦਾ ਫਿਰ ਕੀ ਹੋਣਾ ਸੀ? ਉਹਨੇ ਉਦੋਂ ਵੀ ਜ਼ਿਆਦਾ ਲੈ ਕੇ ਉੱਥੇ ਆ ਜਾਣਾ ਸੀ ਮੁੜ ਕੇ। ਮੈਂ ਇੱਕ ਵਾਰੀ ਇੱਦਾਂ ਹੀ ਦੇਖਿਆ ਵੀ ਸੀਗਾ, ਮੈਂ ਤਾਂ ਸੁਰਿੰਦਰ, ਅਸੀਂ ਦੋਏ ਗਏ ਸੀਗੇ, ਇੱਥੇ ਲੱਗ ਗਈ ਸੀ, ਕਿਸੇ ਨੇ ਸਾਨੂੰ ਸੱਦਿਆ ਤੇ ਉਹ ਕਹਿੰਦੇ ਵੀ, ਆਦਮੀ ਕਹਿੰਦਾ ਵੀ ਉਹ ਕਹਿੰਦਾ ਵੀ ਮੇਰੀ ਵਾਈਫ ਠੀਕ ਨਹੀਂ ਰਹਿੰਦੀ ਹੈਗੀ, ਤੁਸੀਂ ਉਹਦੇ ਵਾਸਤੇ ਪ੍ਰੇ ਕਰੋਗੇ? ਮੈਂ ਕਿਹਾ ਹਾਂਜੀ ਕਰਾਂਗੇ। ਅਸੀਂ 2 ਜਣੇ ਗਏ, 1980s ਦੀ ਗੱਲ ਆ। ਅਸੀਂ ਜਾ ਕੇ ਉਹਦੇ ਵਾਸਤੇ ਪ੍ਰੇ ਕੀਤੀ, ਭੈਣ ਵਾਸਤੇ, ਤੇ ਉਹਦੇ ਵਿੱਚ ਵੀ ਦੁਰਸ਼ ਆਤਮਾ ਸੀ। ਹੁਕਮ ਦਿੱਤਾ, ਦੁਰਸ਼ ਆਤਮਾ ਛੱਡ ਗਿਆ। ਤੇ ਜਦੋਂ ਮੈਂ ਪੌੜੀਆਂ ਦੇ ਵਿੱਚੋਂ ਇੱਦਾਂ ਥੱਲੇ ਨੂੰ ਆਉਣਾ ਆ, ਉੱਥੇ ਇੱਕ ਬਹੁਤ ਵੱਡੀ ਤਸਵੀਰ ਲੱਗੀ ਹੋਈ ਆ। ਉਹ ਤਸਵੀਰ ਨੇ ਮੇਰੇ ਨਾਲ ਗੱਲ ਕੀਤੀ। ਓਕੇ, ਅਜੀਬ ਆ, ਤਸਵੀਰ ਨੇ ਗੱਲ ਕੀਤੀ। ਉਹ ਕਹਿੰਦਾ ਹੁਣ ਤੁਸੀਂ ਮੈਨੂੰ ਕੱਢ ਚੱਲੇ, ਮੈਂ ਮੁੜ ਕੇ ਫਿਰ ਆ ਜਾਣਾ। ਕੀ ਹੋਇਆ? ਸੱਚੀ ਇੱਦਾਂ ਹੀ ਹੁੰਦੇ ਆ। ਓਕੇ,
ਸੋ ਉਹ ਅਸੀਂ ਉਹਨਾਂ ਨੂੰ ਫ੍ਰੀ ਕਰ ਦਿੱਤਾ, ਪਰ ਥੋੜ੍ਹੇ ਚਿਰ ਬਾਅਦ ਉਹ ਫੇਰ ਮੁੜ ਕੇ ਆ ਗਿਆ। 20 ਸਾਲਾਂ ਦੇ ਬਾਅਦ ਇੱਕ ਵਾਰੀ ਮੈਨੂੰ ਕੋਈ ਲੈ ਕੇ ਗਿਆ, ਤੇ ਹੁਣ ਹੋਰ ਜਗ੍ਹਾ ਦੇ ਵਿੱਚ ਉਹ ਰਹਿੰਦੇ ਆ, ਪਰ ਮੈਨੂੰ ਪਤਾ ਨਹੀਂ ਉਹ ਸੇਮ ਫੈਮਿਲੀ ਆ। ਜਦੋਂ ਮੈਨੂੰ ਲੈ ਕੇ ਗਏ ਤਾਂ ਅਸੀਂ ਉਹ ਭੈਣ ਵਾਸਤੇ ਪ੍ਰੇ ਕਰਦੇ ਹਾਂ, ਉੱਦਾਂ ਹੀ ਆ ਉਹ। ਤੇ ਉਹਦੇ ਵਿੱਚ ਉਹ ਚੀਜ਼ ਬੋਲੀ, ਕਹਿੰਦੀ 20 ਸਾਲ ਹੋ ਗਿਆ ਤੂੰ ਮੈਨੂੰ ਕੱਢ ਕੇ ਗਿਆ ਹੋਇਆ, ਫੇਰ ਮੁੜ ਕੇ ਆ ਗਈ, ਤੇ ਹੁਣ ਕੱਢ ਜੂਗਾ ਫੇਰ ਆ ਜੂ ਮੈਂ। ਓਕੇ, ਜਿੰਨਾ ਚਿਕਰ ਸਾਡਾ ਘਰ ਖਾਲੀ ਆ, ਅਸੀਂ ਜਿੰਨਾ ਚਿਕਰ ਮਰਜ਼ੀ ਕੱਢੀ ਚੱਲੀਏ, ਜੇ ਅਸੀਂ ਮੁੜ ਕੇ ਉਹਨੂੰ ਜਿੰਦਾ ਨਹੀਂ ਲਾਉਣਾ ਹੈਗਾ, ਅਸੀਂ ਜਿਹੜਾ ਸਰਦਾਰਾਂ ਦਾ ਸਰਦਾਰ ਯਿਸੂ ਮਸੀਹ ਆ ਉਹਨੂੰ ਆਪਣੇ ਅੰਦਰ ਨਹੀਂ ਸਾਦੇ ਹੈਗੇ, ਉਹਨੇ ਮੁੜ ਕੇ ਫੇਰ ਆ ਜਾਣਾ ਹੈ। ਓਕੇ, ਸੋ ਇਹ ਸਾਨੂੰ ਯਾਦ ਰੱਖਣ ਦੀ ਜ਼ਰੂਰਤ ਹੈ। ਜੇ ਸਾਨੂੰ ਪਤਾ ਆ ਬਈ ਨਹੀਂ, ਉਹਨੇ ਨਹੀਂ ਇਸ ਚੀਜ਼ ਵਾਸਤੇ ਤਿਆਰ ਨਹੀਂ ਹੈਗੇ, ਘਰ ਆਪਣਾ ਕਲੀਨ ਕਰਕੇ ਉਹਦੇ ਅੰਦਰ ਗਾਰਡ ਰੱਖਣ ਨੂੰ ਤਿਆਰ ਨਹੀਂ ਹੈਗੇ, ਫਿਰ ਕਈ ਵਾਰੀ ਸਾਨੂੰ ਨਹੀਂ ਕਹਿਣਾ ਚਾਹੀਦਾ ਹੈ, ਉਹਨਾਂ ਦੇ ਫਾਇਦੇ ਵਾਸਤੇ, ਸਾਡੇ ਫਾਇਦੇ ਵਾਸਤੇ ਨਹੀਂ, ਉਹਨਾਂ ਦੇ ਫਾਇਦੇ ਵਾਸਤੇ ਕਰਕੇ, ਨਹੀਂ ਤਾਂ ਅਸੀਂ ਉਹਨਾਂ ਨੂੰ ਉਦੋਂ ਵੀ ਜ਼ਿਆਦਾ ਖਰਾਬ ਕੰਡੀਸ਼ਨ ਦੇ ਵਿੱਚ ਰਹਿ ਜਾਣਾ। ਓਕੇ ਜੀ, ਮੇਰੇ ਕੋਲ ਅੱਜ ਤਾਂ ਹਾਲੇ ਬਹੁਤ ਰਹਿੰਦੀਆਂ, ਪਰ ਆਪਣਾ ਟਾਈਮ ਚੱਲ ਗਿਆ ਆ। ਸੋ ਨੈਕਸਟ ਵੀਕ ਨੂੰ ਆਪਾਂ ਥੋੜ੍ਹਾ ਜਿਹਾ ਹੋਰ ਕਵਰ ਕਰਾਂਗੇ, ਪਰ ਇੱਕ ਚੀਜ਼ ਆਪਾਂ ਦੱਸਣੀ ਆ, ਯਿਸੂ ਮਸੀਹ ਨੇ ਸਾਨੂੰ ਸ਼ਕਤੀ ਦਿੱਤੀ ਹੋਈ ਆ, ਤੇ ਉਹ ਆਪਾਂ ਕੋਲੋਸੀਅਸ ਦੀ ਕਿਤਾਬ ਦੇ ਵਿੱਚ ਉਹਦਾ 2 ਚੈਪਟਰ ਤੇ ਉਹਦੀ 14 ਤੋਂ 15 ਆਇਤ ਪੜਾਂਗੇ, ਤੇ ਇਹਦੇ ਨਾਲ ਫਿਰ ਆਪਾਂ ਬੰਦ ਕਰ ਦੇਣੀ। ਕੋਲੋਸੀਅਸ ਦੀ ਕਿਤਾਬ ਉਹਦਾ 2 ਚੈਪਟਰ ਤੇ ਉਹਦੇ 14 ਤੋਂ 15 ਆਇਤ। ਹਾਂਜੀ, ਇਹ ਪਿੱਛੇ ਜਿਹਾ ਨਿਊ ਟੈਸਟਮੈਂਟ ਦੇ ਵਿੱਚ ਕਲੋਸੀਆਂ ਨੂੰ ਸਾਦੇ ਆ, ਤੇ ਉਹਦਾ 2 ਚੈਪਟਰ ਤੇ ਉਹਦੀ 14 ਤੇ 15। ਇੱਥੇ ਇਦਾਂ ਲਿਖਿਆ, ਇੰਗਲਿਸ਼ ਦੇ ਵਿੱਚ ਇਹਨੂੰ ਕੋਲੋਸੀਅਨਸ ਸਾਦੇ ਆ, ਤੇ ਚੈਪਟਰ 2 ਵਰਸ 14 ਐਂਡ 15। ਅਤੇ ਉਸ ਲਿਖਤ ਨੂੰ ਜਿਹੜੀ ਹੁਕਮਾਂ ਕਰਕੇ ਸਾਡੇ ਉਲਟ ਅਤੇ ਸਾਡੇ ਵਿਰੁੱਧ ਸੀ, ਉਸਨੇ ਮੇਸ ਦਿੱਤਾ ਅਤੇ ਉਹਨੂੰ ਸਲੀਬ ਉੱਤੇ ਕਿੱਲਾਂ ਨਾਲ ਠੋਕ ਕੇ ਵਿੱਚੋਂ ਚੁੱਕ ਸੁੱਟਿਆ। ਉਸਨੇ ਹਕੂਮਤਾਂ ਅਤੇ ਇਖਤਿਆਰਾਂ ਨੂੰ ਆਪਣੇ ਗਲੋਂ ਲਾਹ ਕੇ ਅਤੇ ਉਸੇ ਦੇ ਦੁਆਰਾ ਉਹਨਾਂ ਨੂੰ ਫਤਿਹ ਕਰਕੇ ਖੁੱਲ੍ਹਮ ਖੁੱਲ੍ਹਾ ਤਮਾਸ਼ਾ ਬਣਾਇਆ। ਆਮੀਨ। ਸੋ ਇੱਥੇ ਪਹਿਲਾਂ ਸਾਨੂੰ ਚੀਜ਼ ਦੱਸਦਾ ਹੈ, ਉਹ ਕਹਿੰਦਾ ਜਿੰਨੀਆਂ ਵੀ ਚੀਜ਼ਾਂ ਸਾਡੇ ਖਿਲਾਫ ਲਿਖੀਆਂ ਸੀ, ਜਿੰਨੀਆਂ ਵੀ ਅਸੀਂ ਗਲਤੀਆਂ ਕੀਤੀਆਂ, ਜਿੰਨੇ ਵੀ ਅਸੀਂ ਪਾਪ ਕੀਤੇ ਸੀਗੇ, ਯਿਸੂ ਮਸੀਹ ਨੇ ਕ੍ਰੋਸ ਦੇ ਉੱਤੇ ਉਹ ਪ੍ਰਾਈਸ ਪੇ ਕਰਤੀ, ਮੇਖ ਦੇ ਨਾਲ ਕ੍ਰੋਸ ਉੱਤੇ ਟੰਗ ਦਿੱਤੀ। ਉਹਦਾ ਕੀ ਮਤਲਬ, ਇਹਦੀ ਪੇ ਹੋ ਗਈ ਆ। ਸੋ ਅੱਜ ਜੇ ਤੁਸੀਂ ਯਿਸੂ ਮਸੀਹ ਨੂੰ ਪਾ ਲਓ, ਤੁਹਾਡੇ ਪਾਪਾਂ ਦੀ ਪੇ ਕ੍ਰੋਸ ਉੱਤੇ ਹੋ ਗਈ ਆ। ਫਿਰ ਦੂਸਰੀ ਚੀਜ਼ ਉਹ ਦੱਸਦਾ, ਜਦੋਂ ਨਰਕਾਂ ਦੇ ਵਿੱਚ ਗਿਆ ਸੀ, ਤੇ ਇੱਥੇ ਆਪਾਂ ਨੂੰ ਬਹੁਤ ਸਾਫ਼ ਤਰ੍ਹਾਂ ਦੱਸਦਾ ਆ, ਉਹਨੂੰ ਗਲੋਂ ਫੜ ਕੇ ਜਿਹੜੇ ਦੁਸ਼ਟ ਆਤਮਾ ਸੀ ਉਹਨੂੰ ਥੱਲੇ ਰੱਖਿਆ ਸੀ, ਅਸੀਂ ਹੁਣ ਮੁਰਦਿਆਂ ਵਿੱਚੋਂ ਜੀ ਨਹੀਂ ਉੱਠਣ ਦੇਣਾ। ਪਰ ਜਦੋਂ ਤੀਸਰਾ ਦਿਨ ਆਇਆ ਤੇ ਸਵਰਗਾਂ ਵਿੱਚੋਂ ਲੋ ਆਈ, ਤੇ ਯਿਸੂ ਮਸੀਹ ਦੇ ਇੱਥੇ ਕੀ ਆਪਾਂ ਲਿਖਿਆ, ਗਲੋਂ ਲਾ ਕੇ ਮਾਰਿਆ ਉਹਨਾਂ ਨੂੰ, ਤੇ ਉਹਨਾਂ ਦਾ ਤਮਾਸ਼ਾ ਬਣਾਇਆ। ਤਮਾਸ਼ਾ ਜਿਹੜੀ ਤਸਵੀਰ ਇੱਥੋਂ ਦੱਸਦੇ ਆ, ਜਦੋਂ ਪੌਲ ਲਿਖਦਾ ਉਦੋਂ ਏਦਾਂ ਹੁੰਦੀ ਸੀ, ਜਦੋਂ ਇੱਕ ਰਾਜਾ ਦੂਜੇ ਰਾਜੇ ਨੂੰ ਜਿੱਤ ਲੈਂਦਾ ਆ, ਫਿਰ ਉਹ ਕੀ ਹੁੰਦਾ, ਜਦੋਂ ਉਹ ਉਹਨੂੰ ਲੈ ਕੇ ਆਉਂਦਾ ਹੁੰਦਾ ਸੀ ਆਪਣੇ ਸ਼ਹਿਰ ਦੇ ਵਿੱਚ, ਉਹਦੇ ਗਲ ਦੇ ਵਿੱਚ ਰੱਸੀ ਪਾ ਕੇ, ਤੇ ਫਿਰ ਉਹ ਕਿਸੇ ਨਿਆਣੇ ਦੇ ਹੱਥ ਫੜਾਉਂਦਾ ਸੀ, ਤੇ ਉਹ ਗਲੀਆਂ ਦੇ ਵਿੱਚ ਉਹਨਾਂ ਨੂੰ ਪਰੇਡ ਕਰਾਉਂਦਾ ਹੁੰਦਾ ਸੀ ਵੀ ਮੈਂ ਇਹਨੂੰ ਜਿੱਤ ਲਿਆ ਆ। ਯਿਸੂ ਮਸੀਹ ਨੇ ਦੁਸ਼ਟ ਆਤਮਾ ਨੂੰ ਹਰਾ ਕੇ ਸਵਰਗਾਂ ਦੇ ਮੋਹਰੇ, ਨਰਕਾਂ ਦੇ ਮੋਹਰੇ ਤੇ ਧਰਤੀ ਦੇ ਮੋਹਰੇ ਪਰੇਡ ਕੀਤਾ ਵੀ ਮੈਂ ਇਹਨੂੰ ਹਰਾਤਾ ਆ, ਇਹ ਹਾਰ ਗਿਆ ਆ, ਉਹ ਹਾਰਿਆ ਆ। ਨੈਕਸਟ ਵੀਕ ਨੂੰ ਆਪਾਂ ਇਹਦੇ ਬਾਰੇ ਥੋੜੀ ਜਿਹੀ ਹੋਰ ਗੱਲ ਕਰਾਂਗੇ, ਪਰ ਆਪਾਂ ਇੱਥੇ ਕਰ ਦੇਣਾ। ਸੋ ਜਿਹੜਾ ਸਾਡਾ ਬੈਰੀ ਉਹ ਹਰਿਆ ਆ, ਹਰਾ ਕੇ ਸਾਡੇ ਪੈਰਾਂ ਦੇ ਥੱਲੇ ਯਿਸੂ ਮਸੀਹ ਨੂੰ ਸਿੱਟਿਆ ਆ, ਤੇ ਅਸੀਂ ਫਤਿਹਮੰਦ ਆ। ਸੋ ਸਾਨੂੰ ਹੱਕ ਅਥਾਰਟੀ ਦਿੱਤੀ ਹੋਈ ਆ ਉਹਨੂੰ ਕੱਢਣ ਦੀ। ਜੇ ਤੁਸੀਂ ਯਿਸੂ ਮਸੀਹ ਨੂੰ ਜਾਣਦੇ ਆ, ਤੁਸੀਂ ਉਹਨੂੰ ਹੁਕਮ ਦੇ ਸਕਦੇ ਆ, ਉਹਨੂੰ ਜਾਣਾ ਪੈਣਾ ਆ ਨੇਚਰ ਦੇ ਵਿੱਚ। ਆਮੀਨ। ਸੁਰਿੰਦਰ ਦੋ ਚੀਜ਼ਾਂ ਆਪਣੇ ਵਾਸਤੇ ਯਾਦ ਕਰਾਊਗੀ, ਤੇ ਫਿਰ ਆਪਾਂ ਪ੍ਰੇ ਕਰਾਂਗੇ। ਮੈਨੂੰ ਜਿਹੜਾ ਮਾਰਕਸ ਦਾ 16 ਚੈਪਟਰ ਸੀ, ਇਹ ਬਹੁਤ ਸੋਹਣਾ ਲੱਗਾ। 16ਵੀਂ ਆਇਤ 15ਵੀਂ ਆਇਤ ਕਿ ਇੱਥੇ ਯਿਸੂ ਮਸੀਹ ਨੇ ਇਖਤਿਆਰ ਦਿੱਤਾ ਹੈ, ਕਿਉਂਕਿ ਸੱਚੀ ਸਾਡੇ ਕੋਲ ਕੋਈ ਹੋਰ ਸ਼ਕਤੀ ਹੈ ਨਹੀਂ ਗੀ। ਆਪਾਂ ਪੈਸਿਆਂ ਦੇ ਵਿੱਚ, ਨੌਲੇਜ ਦੇ ਵਿੱਚ, ਧਨ ਦੇ ਵਿੱਚ, ਪ੍ਰਾਰਥਨਾ ਦੇ ਵਿੱਚ ਕਿਸੇ ਚੀਜ਼ 'ਚ ਵੀ ਨਿਸ਼ਚਾ ਨਹੀਂ ਰੱਖ ਸਕਦੇ, ਪਰ ਯਿਸੂ ਮਸੀਹ ਦੀ ਨਿਸ਼ਚਾ ਦੇ ਵਿੱਚ, ਜਿਹਦੇ ਵਿੱਚ ਉਹਨੇ ਹੁਕਮ ਦਿੱਤਾ, ਵਰਡ ਦਿੱਤਾ, ਉਹਦੇ ਵਿੱਚ ਹੀ ਆਪਾਂ ਇਹ ਕੰਮ ਕਰ ਸਕਦੇ ਹਾਂ। ਕਿਉਂਕਿ ਇੱਥੇ ਲਿਖਿਆ, ਉਸਨੇ ਉਹਨਾਂ ਨੂੰ ਆਖਿਆ, ਤੁਸੀਂ ਸਾਰੇ ਜਗਤ ਵਿੱਚ ਜਾ ਕੇ ਸਰਬਤ ਸ੍ਰਿਸ਼ਟ ਦੇ ਸਾਹਮਣੇ ਖੁਸ਼ਖਬਰੀ ਦਾ ਪ੍ਰਚਾਰ ਕਰੋ।
ਆਮੀਨ। ਸਾਰਿਆਂ ਨਾਲੋਂ ਵੱਡੀ ਖੁਸ਼ਖਬਰੀ ਆ, ਸਾਨੂੰ ਪਤਾ ਆ ਕਿ ਅਸੀਂ ਇੱਕ ਦਿਨ ਇਸ ਦੁਨੀਆ ਨੂੰ ਛੱਡਣਾ ਆ, ਤੇ ਜਿੰਨਾ ਚਿਰ ਅਸੀਂ ਇਸ ਦੁਨੀਆ ਦੇ ਵਿੱਚ ਆ ਤੇ ਸਾਡੇ ਕੋਲ ਪਾਪਾਂ ਵਾਲਾ ਜੀਵਨ ਹੈਗਾ ਆ, ਕਿਉਂਕਿ ਅਸੀਂ ਜੰਮੇ ਇੱਦਾਂ ਸੀਗੇ, ਚਾਹੇ ਅਸੀਂ ਖੂਨ ਕੀਤਾ ਜਾਂ ਨਹੀਂ ਕੀਤਾ, ਪਰ ਸਾਡਾ ਖੂਨ ਜਿਹੜਾ ਉਹ ਬਾਈਬਲ ਦੇ ਮੁਤਾਬਕ ਅਸੀਂ ਸਾਰੇ ਪਾਪੀ ਆ, ਪਰ ਯਿਸੂ ਮਸੀਹ ਨੇ ਉਹਦੀ ਸਜ਼ਾ ਕ੍ਰਾਸ ਦੇ ਉੱਤੇ ਚੱਕ ਕੇ ਦਿੱਤੀ, ਉਹਨੇ ਕੀਮਤ ਦੇ ਦਿੱਤੀ ਆ। ਸੋ ਸਾਨੂੰ ਉਹਦੇ ਧੀਆਂ ਪੁੱਤਰ ਬਣਨ ਦੀ ਲੋੜ ਆ, ਉਸ ਕੁਰਬਾਨੀ ਨੂੰ ਲੈਣ ਦੀ ਲੋੜ ਆ। ਇਹੀ ਖੁਸ਼ਖਬਰੀ ਆਪਾਂ ਨੂੰ ਪ੍ਰਚਾਰ ਕਰਨ ਲਈ ਇਖਤਿਆਰ ਦਿੱਤਾ। ਤੇ ਫਿਰ ਉਹ ਗਾਹਾਂ ਜਾ ਕੇ ਇਹ ਵੀ ਕਹਿੰਦਾ ਕਿ ਜਿਹੜਾ ਨੇਚਾ ਕਰੂਗਾ ਤੇ ਬਪਤਿਸਮਾ ਲਊਗਾ ਉਹ ਬਚਾਇਆ ਜਾਊਗਾ। ਸੋ ਆਪਾਂ ਨੂੰ ਨੇਚਾ ਕਰਨ ਦੀ ਜ਼ਰੂਰਤ ਆ, ਫਿਰ ਹੀ ਇਹ ਸਾਰੀਆਂ ਚੀਜ਼ਾਂ ਦੀ ਪਛਾਣ ਆਉਂਦੀ ਆ ਤੇ ਉਹਨਾਂ ਦੇ ਉੱਤੇ ਸਾਡੇ ਕੋਲ ਅਖਤਿਆਰ ਹੁੰਦਾ ਹੈ। ਜੇ ਮੈਂ ਆਪਣੀ ਸ਼ਕਤੀ ਦੇ ਵਿੱਚ ਕੁਛ ਕਰਨਾ ਹੋਵੇ ਤਾਂ ਮੈਂ ਸ਼ੈਤਾਨ ਨਾਲੋਂ ਵੱਡੀ ਨਹੀਂ ਹੈਗੀ, ਮੈਂ ਸ਼ੈਤਾਨ ਨੇ ਮੈਨੂੰ ਝੱਟ ਢਾ ਲੈਣਾ ਹੈ। ਪਰ ਜਿਹੜਾ ਯਿਸੂ ਮਸੀਹ ਜਦੋਂ ਸਾਡੇ ਅੰਦਰ ਵਸਦਾ ਆ, ਤਾਂ ਉਹ ਕਹਿੰਦਾ ਜਿਹੜਾ ਤੇਰੇ ਅੰਦਰ ਵਸਦਾ ਉਹ ਜ਼ਿਆਦਾ ਸ਼ਕਤੀ ਵਾਲਾ ਉਹਦੇ ਨਾਲੋਂ ਜਿਹੜਾ ਦੁਨੀਆ ਵਿੱਚ ਵਸਦਾ ਹੈ। ਦੁਨੀਆ ਦੇ ਵਿੱਚ ਬਸਣ ਵਾਲਾ ਬੈਰੀ ਆ, ਸ਼ੈਤਾਨ ਜਿਹਨੂੰ ਕਿਹਾ ਜਾਂਦਾ, ਤੇ ਜਿਹੜਾ ਸਾਡੇ ਅੰਦਰ ਵਸਦਾ ਆ ਉਹ ਪ੍ਰਭੂ ਯਿਸੂ ਮਸੀਹ ਦਾ ਆਤਮਾ ਆ, ਤੇ ਉਹ ਜ਼ਿਆਦਾ ਸ਼ਕਤੀ ਵਾਲਾ ਆ। ਉਹਦੇ ਨਾਲ ਹੀ ਅਸੀਂ ਲੋਕਾਂ ਦੇ ਜੀਵਨਾਂ ਦੇ ਵਿੱਚ ਪ੍ਰਾਰਥਨਾ ਜਦੋਂ ਕਰਦੇ ਹਾਂ ਤੇ ਆਪਣੇ ਜੀਵਨ ਦੇ ਵਿੱਚ ਪ੍ਰਾਰਥਨਾ ਕਰਦੇ ਤੇ ਫਤਿਹ ਪਾਉਂਦੇ ਹਾਂ। ਸੋ ਆਪਾਂ ਨੂੰ ਜ਼ਰੂਰੀ ਚੇਤਾ ਰੱਖਣਾ ਚਾਹੀਦਾ ਆ। ਤੇ ਜਿਹੜੇ ਭੈਣ ਭਰਾ ਇਸ ਵੇਲੇ ਦੁੱਖ ਤਕਲੀਫਾਂ ਦੇ ਵਿੱਚ ਆ, ਜ਼ਰੂਰੀ ਨਹੀਂ ਉਹ ਸਾਰੇ ਭੂਤਾਂ ਦੇ ਥੱਲੇ ਆ, ਕਈ ਵਾਰੀ ਉਹਨਾਂ ਕੋਲ ਬਿਮਾਰੀਆਂ ਆ, ਕਈ ਵਾਰੀ ਕੋਈ ਮੁਸੀਬਤ ਵੀ ਆ। ਸੋ ਆਪਾਂ ਨੂੰ ਉਹਨਾਂ ਦੇ ਉੱਤੇ ਵੀ ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ, ਯਿਸੂ ਮਸੀਹ ਦੇ ਨਾਂ ਦੇ ਵਿੱਚ ਹੀ ਪ੍ਰਾਰਥਨਾ ਕਰਨੀ ਪੈਂਦੀ ਹੈ, ਕਿਉਂਕਿ ਸਾਰੀਆਂ ਚੀਜ਼ਾਂ ਦਾ ਇਲਾਜ ਇੱਕ ਦੇ ਕੋਲ ਹੀ ਆ, ਉਹ ਹੈਗਾ ਯਿਸੂ ਮਸੀਹ ਦਾ ਨਾਮ। ਤੇ ਜਦੋਂ ਆਪਾਂ ਪ੍ਰਾਰਥਨਾ ਕਰਦੇ ਹਾਂ ਤਾਂ ਆਪਾਂ ਚੇਤਾ ਰੱਖਣਾ ਕਿ ਅਸੀਂ ਆਪਣੇ ਆਪ ਵਿੱਚ ਕੁਛ ਨਹੀਂ ਕਰ ਸਕਦੇ, ਪਰ ਜਿਹੜਾ ਸਾਡੇ ਅੰਦਰ ਵਸਦਾ, ਜਿਹਨੇ ਸਾਨੂੰ ਇਖਤਿਆਰ ਦਿੱਤਾ ਕਿ ਉਹਦਾ ਨਾਂ ਲੈ ਕੇ ਤੁਸੀਂ ਆਹ ਕੁਛ ਕਰੋਗੇ, ਤੇ ਫਿਰ ਆਪਾਂ ਫਤਿਹਮੰਦ ਜੀਵਨ ਰਹਿ ਸਕਦੇ ਹਾਂ ਆਮੀਨ। ਤੇ ਦੂਜਿਆਂ ਦੀ ਵੀ ਹੈਲਪ ਕਰ ਸਕਦੇ ਹਾਂ। ਤਾਂ ਕਿ ਯਿਸੂ ਮਸੀਹ ਦਾ ਮਕਸਦ ਹੀ ਦੂਜਿਆਂ ਨੂੰ ਬਚਾਉਣ ਦਾ ਸੀਗਾ। ਇਕੱਲਾ ਉਹ ਆਪਣੇ ਲਈ ਨਹੀਂ ਸੀ ਆਏ, ਪਰ ਸਾਡੇ ਸਾਰੀ ਦੁਨੀਆ ਨਾਲ ਉਹਨੇ ਪਿਆਰ ਕੀਤਾ, ਜਗਤ ਨਾਲ ਪਿਆਰ ਕੀਤਾ, ਤਾਂ ਕਿ ਅਸੀਂ ਵੀ ਇੱਕ ਦੂਜੇ ਨੂੰ ਉਹਦੇ ਨੇਚਰ ਲੈ ਕੇ ਦੂਜਿਆਂ ਦੀ ਵੀ ਮਦਦ ਕਰ ਸਕੀਏ। ਆਮੀਨ। ਸੋ ਬਹੁਤ ਜ਼ਰੂਰੀ ਆ ਅਸੀਂ ਆਪਣੇ ਜੀਵਨ ਦੇ ਵਿੱਚ ਯਿਸੂ ਮਸੀਹ ਨੂੰ ਕਬੂਲ ਕਰੀਏ, ਨੇਚਾ ਕਰੀਏ ਕਿ ਅਸੀਂ ਉਹਨੇ ਆਪਣਾ ਖੂਨ ਦੇ ਕੇ ਸਾਨੂੰ ਖਰੀਦਿਆ ਹੈ। ਸੋ ਜਦੋਂ ਅਸੀਂ ਇਹ ਕਰਦੇ ਹਾਂ ਤਾਂ ਸਾਡਾ ਨਵਾਂ ਜੀਵਨ ਅਸੀਂ ਪਾਉਂਦੇ ਹਾਂ, ਜਿਹਨੂੰ ਅਸੀਂ ਕਹਿੰਦੇ ਹਾਂ ਨਵਾਂ ਜੀਵਨ। ਇਹੀ ਨਵਾਂ ਜੀਵਨ ਆ ਜਦੋਂ ਅਸੀਂ ਯਿਸੂ ਮਸੀਹ ਨੂੰ ਆਪਣੇ ਦਿਲ ਵਿੱਚ ਸੱਦਦੇ ਹਾਂ। ਆਮੀਨ। ਤੇ ਅੱਜ ਹੁਣ ਆਪਾਂ ਪ੍ਰਾਰਥਨਾ ਕਰਦੇ ਹਾਂ, ਤੇ ਨੈਕਸਟ ਹਫਤੇ ਫਿਰ ਆਪਾਂ ਪਹਿਲਾਂ ਤਾਂ ਸੰਡੇ 3:30 ਵਜੇ ਮਿਲਾਂਗੇ, ਤੇ ਨੈਕਸਟ ਹਫਤੇ ਫਿਰ ਆਪਾਂ 3:30 ਵਜੇ ਫਿਰ ਮਿਲਾਂਗੇ। ਆਮੀਨ। ਤੇ ਤੁਸੀਂ ਜ਼ਰੂਰ, ਜੇ ਤੁਹਾਨੂੰ ਕੁਛ ਵੀ ਪੁੱਛਣਾ ਹੋਵੇ ਜਾਂ ਕੁਛ ਤੁਸੀਂ ਦੇਖ ਸਕਦੇ, ਨਹੀਂ ਤਾਂ ਬਾਈਬਲ ਦੇ ਵਿੱਚ ਪੜ੍ਹ ਸਕਦੇ ਆ, ਤੇ ਨਹੀਂ ਤਾਂ ਪੁੱਛ ਵੀ ਸਕਦੇ ਆ। ਓਕੇ ਜੀ, ਗੋਡ ਬਲੈਸ। ਆਮੀਨ। ਆਪਾਂ ਪਹਿਲਾਂ ਉਹਨਾਂ ਵਾਸਤੇ ਪ੍ਰੇ ਕਰਦੇ ਹਾਂ ਜਿਹੜੇ ਇਸ ਵੇਲੇ ਆਪਣੇ ਪਾਪਾਂ ਤੋਂ ਮਾਫੀ ਮੰਗਣਾ ਚਾਹੁੰਦੇ ਪਰਮੇਸ਼ਰ ਦੇ ਕੋਲੋਂ, ਤੇ ਉਹ ਚਾਹੁੰਦੇ ਉਹ ਵੀ ਬੋਰਨ ਅਗੇਨ ਹੋ ਜਾਣ, ਦੂਸਰਾ ਜਨਮ ਪਾ ਲੈਣ ਤੇ ਪਰਮੇਸ਼ਰ ਨੂੰ ਜਾਣਨ ਲੱਗ ਪੈਣ। ਆਪਾਂ ਪਹਿਲਾਂ ਉਹਨਾਂ ਵਾਸਤੇ ਪ੍ਰੇ ਕਰਦੇ ਹਾਂ। ਜੇ ਤੁਸੀਂ ਅੱਜ ਪਾਉਣਾ ਚਾਹੁੰਦੇ ਆ ਪਰਮੇਸ਼ਰ ਨੂੰ, ਮੈਂ ਤੁਹਾਡੇ ਵਾਸਤੇ ਪ੍ਰੇ ਕਰਦਾ, ਤੇ ਉਦੋਂ ਬਾਅਦ ਫਿਰ ਜਿਹੜੇ ਡਿਪਰੈਸ਼ਨ ਓਪਰੇਸ਼ਨ ਦੇ ਥੱਲੇ ਆ ਜਾਂ ਬਿਮਾਰ ਆ, ਫਿਰ ਆਪਾਂ ਉਹਨਾਂ ਵਾਸਤੇ ਵੀ ਪ੍ਰੇ ਕਰਾਂਗੇ। ਆ ਜਾਓ ਆਪਾਂ ਪ੍ਰੇ ਕਰੀਏ। ਥੈਂਕ ਯੂ ਫਾਦਰ। ਸਵਰਗ ਪਿਤਾ, ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਹਾਂ। ਅਸੀਂ ਇਸ ਵੇਲੇ ਜਿੰਨੇ ਵੀ ਮੇਰੇ ਭੈਣ ਭਰਾ ਸੁਣ ਰਹੇ ਆ, ਸਵਰਗ ਪਿਤਾ, ਅਸੀਂ ਯਿਸੂ ਮਸੀਹ ਦੇ ਨਾਂ ਦੇ ਵਿੱਚ ਮੰਗਦੇ ਹਾਂ, ਇਸ ਵੇਲੇ ਉਹ ਤੁਹਾਡੇ ਤੋਂ ਮਾਫੀ ਮੰਗਣਾ ਚਾਹੁੰਦੇ ਆ। ਜਿੰਨੇ ਵੀ ਉਹਨੇ ਪਾਪ ਕੀਤੇ ਸੀਗੇ, ਉਹ ਜਿੱਦਾਂ ਅਸੀਂ ਅੱਜ ਪੜ੍ਹਿਆ, ਯਿਸੂ ਮਸੀਹ ਨੇ ਕ੍ਰਾਸ ਉੱਤੇ ਉਹਨਾਂ ਦੀ ਕੀਮਤ ਦੇਤੀ ਸੀ, ਮੇਖਾਂ ਦੇ ਨਾਲ ਉਹ ਉੱਥੇ ਟੰਗੇ ਗਏ ਸੀਗੇ। ਤਾਂ ਸਵਰਗ ਪਿਤਾ, ਜਿੰਨੇ ਵੀ ਮੇਰੇ ਭੈਣ ਭਰਾ ਅੱਜ ਇਕਰਾਰ ਕਰਦੇ ਆਪਣੇ ਪਾਪਾਂ ਦਾ, ਉਹਨਾਂ ਨੂੰ ਮਾਫ ਕਰ ਦਿਓ, ਆਪਣੇ ਬੇਟੇ ਬੇਟੀਆਂ ਬਣਾ ਲਓ, ਤਾਂ ਸਵਰਗ ਪਿਤਾ ਉਹਨਾਂ ਨੂੰ ਦੂਸਰਾ ਜਨਮ ਮਿਲ ਜਾਵੇ, ਅੰਦਰੋਂ ਉਹ ਨਵੇਂ ਬਣ ਜਾਣ। ਸਵਰਗ ਪਿਤਾ, ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਹਾਂ। ਐਸੇ ਵੇਲੇ ਸਵਰਗ ਪਿਤਾ ਜਦੋਂ ਉਹ ਐਕਸ਼ਨ ਲੈਂਦੇ ਆ, ਐਸੇ ਵੇਲੇ ਸਵਰਗ ਪਿਤਾ ਉਹਨਾਂ ਦੇ ਅੰਦਰ ਇੱਕ ਨਵਾਂ ਜੀਵਨ ਬਣ ਜਾਂਦਾ, ਇੱਕ ਨਵੇਂ ਸ਼ਕਤ ਬਣ ਜਾਂਦੇ ਆ। ਉਹਦੇ ਵਾਸਤੇ ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਹਾਂ। ਆਮੀਨ। ਹੁਣ ਆਪਾਂ ਉਹਨਾਂ ਵਾਸਤੇ ਪ੍ਰੇ ਕਰਦੇ ਹਾਂ ਜਿਹੜੇ ਇਸ ਵੇਲੇ ਆਪਰੇਸ਼ਨ ਡਿਪਰੈਸ਼ਨ ਦੇ ਥੱਲੇ ਆ, ਜਿਹੜੇ ਇਸ ਵੇਲੇ ਦੁਸ਼ ਆਤਮਾ ਨੇ ਤੰਗ ਕੀਤਾ ਹੈ,
ਜਿਹੜੇ ਇਸ ਵੇਲੇ ਰਾਤ ਨੂੰ ਸੌ ਨਹੀਂ ਸਕਦੇ ਕਰਕੇ ਦੁਸ਼ ਆਤਮਾ ਨੂੰ ਤੰਗ ਕਰਦੇ ਆ, ਉਹਨਾਂ ਵਾਸਤੇ ਪ੍ਰੇ ਕਰਦੇ ਆ। ਜਦੋਂ ਮੈਂ ਯਿਸੂ ਮਸੀਹ ਜਨਾਬ 'ਚ ਹੁਕਮ ਦੇਣਾ, ਉਹਨੇ ਉਦੋਂ ਹੀ ਨੱਠ ਜਾਣਾ ਤੇ ਉਹਨੇ ਮੇਰੇ ਭੈਣ ਭਰਾਵਾਂ ਨੇ ਫ੍ਰੀ ਹੋ ਜਾਣਾ। ਥੈਂਕ ਯੂ ਫਾਦਰ। ਸਵਰਗ ਪਿਤਾ, ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਹਾਂ। ਮੈਂ ਆਪਣੇ ਭੈਣ ਭਰਾਵਾਂ ਵਾਸਤੇ ਜਿਹੜੇ ਸ਼ੈਤਾਨ ਬਹੁਤ ਜ਼ਿਆਦਾ ਤੰਗ ਕਰਦਾ, ਕਈ ਸਾਲ 2 ਸਾਲ 10 ਸਾਲ 20 ਸਾਲਾਂ ਤੋਂ ਵੀ ਤੰਗ ਆ, ਸਵਰਗ ਪਿਤਾ ਅਸੀਂ ਯਿਸੂ ਮਸੀਹ ਦੇ ਨਾਲ ਹੁਕਮ ਦਿੰਦੇ ਹਾਂ, ਐਸੇ ਵੇਲੇ ਸ਼ੈਤਾਨ ਦੀ ਸ਼ਕਤੀ ਉਹਨਾਂ ਉੱਤੇ ਤੋੜਦੇ ਹਾਂ। ਤਾਂ ਸਵਰਗ ਪਿਤਾ ਅਸੀਂ ਹੁਕਮ ਦਿੰਦੇ ਹਾਂ, ਉਹਨੂੰ ਛੱਡ ਕੇ ਜਾਣਾ ਪੈਣਾ ਐਸੇ ਵੇਲੇ। ਸਵਰਗ ਪਿਤਾ ਜਿਹੜੀ ਚੀਜ਼ ਤੋਂ ਵੀ ਉਹਨੇ ਫੜਿਆ ਸੀ, ਅਸੀਂ ਉਹ ਯਿਸੂ ਮਸੀਹ ਦੇ ਖੂਨ ਥੱਲੇ ਲਿਆਉਂਦੇ ਹਾਂ ਤੇ ਅਸੀਂ ਆਪਣੇ ਭੈਣ ਭਰਾਵਾਂ ਨੂੰ ਫ੍ਰੀ ਕਰਦੇ ਹਾਂ। ਉਹਨਾਂ ਨੂੰ ਮਾਫ ਕਰ ਦਿਓ, ਉਹਨਾਂ ਦੇ ਪਾਪਾਂ ਦੀ ਆਜ਼ਾਦ ਕਰ ਦਿਓ ਤਾਂ ਸਵਰਗ ਪਿਤਾ ਉਹਨਾਂ ਨੂੰ ਫ੍ਰੀ ਕਰ ਦਿਓ। ਜੇ ਉਹਨਾਂ ਦੀ ਫੈਮਿਲੀ ਲਿੰਕ ਤੋਂ ਆਉਂਦਾ ਸੀ, ਉਹ ਵੀ ਅਸੀਂ ਯਿਸੂ ਮਸੀਹ ਦੇ ਨਾਲ ਤੋੜਦੇ ਹਾਂ, ਅਸੀਂ ਯਿਸੂ ਮਸੀਹ ਦੇ ਨਾਲ ਵਿੱਚ ਉਹਨਾਂ ਨੂੰ ਫ੍ਰੀ ਕਰਦੇ ਹਾਂ। ਸਵਰਗ ਪਿਤਾ ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਯਿਸੂ ਮਸੀਹ ਦੇ ਨਾਲ ਵਿੱਚ ਕਰਦੇ ਹਾਂ। ਤਾਂ ਸਵਰਗ ਪਿਤਾ ਜਿੰਨੇ ਵੀ ਮੇਰੇ ਭੈਣ ਭਰਾ ਇਸ ਵੇਲੇ ਬਿਮਾਰ ਆ, ਅਸੀਂ ਉਹਨਾਂ ਵਾਸਤੇ ਪ੍ਰੇ ਕਰਦੇ। ਸਵਰਗ ਪਿਤਾ ਉਹਨਾਂ ਨੂੰ ਸ਼ਿਫਾ ਦਿਓ ਐਸੇ ਵੇਲੇ। ਸਵਰਗ ਪਿਤਾ ਜਦੋਂ ਅਸੀਂ ਪ੍ਰੇ ਕਰਦੇ ਹਾਂ, ਉਹ ਠੀਕ ਹੋਣ ਲੱਗ ਪੈਣ, ਉਹਨਾਂ ਦੇ ਸਰੀਰ ਵਿੱਚ ਸ਼ਿਫਾ ਆ ਜਾਵੇ ਤੇ ਸਵਰਗ ਪਿਤਾ ਬਿਮਾਰੀ ਜਾਂਦੀ ਰਵੇ ਤਾਂ ਵਾਪਸ ਆਵੇ ਨਾ। ਸਵਰਗ ਪਿਤਾ ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਯਿਸੂ ਮਸੀਹ ਦੇ ਨਾਮ ਦੇ ਵਿੱਚ ਕਰਦੇ ਹਾਂ। ਆਮੇਨ। ਸਾਰਿਆਂ ਨੂੰ ਜੈ ਮਸੀਹ ਦੀ। ਆਮੇਨ। ਯੈਸ, ਜੈ ਮਸੀਹ ਦੀ। ਬਹੁਤ ਸੋਹਣਾ ਟਾਈਮ ਲਿਓ, ਪ੍ਰਭੂ ਤੁਹਾਨੂੰ ਬਰਕਤ ਦੇਵੇ। ਜੇ ਯਿਸੂ ਮਸੀਹ ਨਹੀਂ ਆਏ ਤਾਂ ਆਪਾਂ ਫੇਰ ਮਿਲਦੇ ਹਾਂ। God bless. That's right. Yes, praise the Lord.